ਕੱਲ ਆਪਾਂ ਜਿਹੜੇ ਹੈਗੇ ਆ ਉਹ ਮਾਲਕ ਪਰਮਾਤਮਾ ਦੇ ਬਾਰੇ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ ਸੀਗੇ ਕਿ ਜਿਹੜਾ ਮਾਲਕ ਪਰਮਾਤਮਾ ਮਾਂ ਦੇ ਪੇਟ ਦੇ ਵਿੱਚ ਮਾਤਾ ਕੇ ਉਦਰ में ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਸਾਰੀਏ ਉਹਨੂੰ ਮਨ ਚੋਂ ਕਿਉਂ ਵਸਾਰਨਾ ਚਾਹੀਦਾ ਹੈ। ਮਾਲਕ ਪਰਮਾਤਮਾ ਨੂੰ ਕਿਉਂ ਮਨ ਚੋਂ ਵਸਾਰੀਏ, ਮਨੋਂ ਕਿਉਂ ਵਸਾਰੀਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਹਿੰਦੇ ਮਨ ਤੋਂ ਕਿਉਂ ਵਿਸਾਰੀ ਹੈ। ਇੰਨਾ ਵੱਡਾ ਜਿਹੜਾ ਮਾਲਕ ਪਰਮਾਤਮਾ ਜਿਹੜਾ ਅੱਗ ਦੇ ਵਿੱਚ ਵੀ ਆਰ ਪਹੁੰਚਾਉਂਦਾ ਹੈ, ਮਾਂ ਦੇ ਪੇਟ ਦੇ ਵਿੱਚ ਵੀ ਆਰ ਦਿੰਦਾ ਹੈ, ਉਸ ਨੂੰ ਕਿ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਜਿਹਨੂੰ ਆਪਣੀ ਲਿਵ ਲਗਾ ਦਿੰਦਾ ਹੈ ਮਾਲਕ ਪਰਮਾਤਮਾ, ਉਹਨੂੰ ਇਹ ਅੱਗਾਂ ਜਿਹੜੀਆਂ ਹੈਗੀਆਂ ਪੋ ਨਹੀਂ ਸਕਦੀਆਂ। ਮਾਂ ਦੇ ਪੇਟ ਦੀ ਅੱਗ ਜਿਹੜੀ ਹੈ ਪੋ ਨਹੀਂ ਸਕਦੀ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਗੁਰੂ ਦੇ ਰਾਹੀਂ ਸਦਾ ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਨਾ ਚਾਹੀਦਾ, ਹਿਰਦੇ 'ਚ ਵਸਾਉਣਾ ਚਾਹੀਦਾ ਉਸਨੂੰ। ਕਹੈ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਸਾਰੀਏ। ਕਹਿੰਦੇ ਇੰਨਾ ਵੱਡਾ ਦਾਤਾ ਆ ਤੇ ਉਹਨੂੰ ਕਿਉਂ ਮਨ ਦੇ ਵਿੱਚੋਂ ਵਸਾਰ ਦਈਏ। ਹਿਰਦੇ 'ਚ ਤਾਂ ਵੈਸੇ ਹੀ ਬੈਠਾ ਹੋਇਆ ਮਾਲਕ ਪਰਮਾਤਮਾ, ਪ੍ਰਗਟ ਨਹੀਂ ਹੈਗਾ। ਮਾਲਕ ਤਾਂ ਆਪਾਂ ਇਕੱਲੇ ਥੋੜੀ ਨਾ ਹੈ, ਆਪਾਂ ਹਮੇਸ਼ਾ ਜਿਹੜੇ ਹੈਗੇ ਦੋ ਹੈਗੇ। ਹਰ ਟਾਈਮ ਆਪਣੇ ਨਾਲ ਕੋਈ ਨਾ ਕੋਈ ਹੈਗਾ ਜਿਹਦਾ ਕਿ ਆਪਾਂ ਖਿਆਲ ਹੀ ਨਹੀਂ ਕਰਦੇ। ਆਪਾਂ ਸੋਚਦੇ ਹਾਂ ਮੈਂ ਇਕੱਲਾ ਹੀ ਹੈਗਾ, ਫਿਰ ਉਹ ਮਾਲਕ ਕਹਿੰਦਾ ਤੂੰ ਇਕੱਲਾ ਹੈ ਤੇ ਭਾਈ ਇਕੱਲਾ ਹੀ ਰਹਿ। ਫਿਰ ਜਦ ਆਪਾਂ ਮਾਲਕ ਦੀ ਪ੍ਰੈਜੈਂਸ ਨੂੰ ਕਬੂਲਦੇ ਹੀ ਨਹੀਂ ਹੈਗੇ ਆ, ਇਹੀ ਮੇਨ ਪ੍ਰੋਬਲਮ ਹੈਗੀ ਆ। ਆਪਾਂ ਆਪਣੇ ਆਪ ਨੂੰ ਸਮਝਦੇ ਹਾਂ ਮੈਂ ਇਕੱਲਾ ਹਾਂ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਦੇਖ ਮਾਂ ਦੇ ਪੇਟ ਦੇ ਵਿੱਚ ਅੱਗ ਸੀਗੀ, ਅੱਗ ਦੇ ਵਿੱਚੋਂ ਦੀ ਤੈਨੂੰ ਬਾਹਰ ਕੱਢ ਕੇ ਲਿਆਂਦਾ, ਤੇਰਾ ਪਾਲਣ ਪੋਸ਼ਣ ਕੀਤਾ ਅੱਗ ਦੇ ਵਿੱਚ। ਉਸੇ ਤਰੀਕੇ ਦੇ ਨਾਲ ਬਾਹਰ ਜਿਹੜੀ ਹੈਗੀ ਮਾਇਆ ਹੈਗੀ ਸੰਸਾਰ ਦੇ ਵਿੱਚ, ਇਹ ਵੀ ਅੱਗ ਹੈਗੀ ਪਿਆਰਿਆ। ਇਹ ਕਾਮ ਕ੍ਰੋਧ ਲੋਭ ਹੰਕਾਰ, ਇਹ 5 ਅੱਗਾਂ ਹੈਗੀਆਂ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਉਹੀ ਜੀ ਬਾਹਰ ਮਾਇਆ ਹੈਗੀ ਆ ਜਿਹੋ ਜੀ ਅੱਗ ਹੈਗੀ ਮਾਂ ਦੇ ਪੇਟ ਦੇ ਵਿੱਚ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਦੇਖ ਲਾ ਇਹ ਅੱਗ ਤੇ ਮਾਇਆ ਇੱਕੋ ਵਰਗੀ ਹੈਗੀ ਆ। ਇਹ ਖੇਡ ਆ ਮਾਲਕ ਪਰਮਾਤਮਾ ਦਾ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਮਾਲਕ ਦੀ ਮਰਜ਼ੀ ਹੋ ਗਈ ਤੇ ਦੇਖ ਲਾ ਜਿਹੜਾ ਮਾਂ ਦੇ ਪੇਟ ਦੇ ਵਿੱਚ ਅੱਗ ਦੇ ਵਿੱਚੋਂ ਦੀ ਵੀ ਫਿਰ ਪਰਵਰਿਸ਼ ਕਰਕੇ ਬਾਹਰ ਜੰਮਦਾ ਹੈ ਔਰ ਸੋਹਣਾ ਪਰਿਵਾਰ ਦੇ ਦਿੰਦਾ ਹੈ ਮਾਲਕ ਪਰਮਾਤਮਾ, ਜਿਹਦੇ ਵਿੱਚ ਤੂੰ ਕਚਤ ਹੋ ਜਾਣਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਓ ਬਾਹਰ ਨਿਕਲਦੇ ਸਾਰੀ ਜਿਹੜਾ ਹੈਗਾ ਤੇਰੀ ਲਿਵ ਛੁੱਟ ਜਾਂਦੀ ਹੈ ਮਾਲਕ ਪਰਮਾਤਮਾ ਦੇ ਨਾਲ, ਜਿਹਦੇ ਨਾਲ ਤੂੰ ਬਚਿਆ ਸੀਗਾ। ਤੇ ਤ੍ਰਿਸ਼ਨਾ ਮਾਇਆ ਦੀ ਤ੍ਰਿਸ਼ਨਾ ਲੱਗ ਗਈ, ਖਿੱਚ ਮਾਇਆ ਦੀ ਪੈ ਗਈ। ਮਾਇਆ ਨੇ ਜਿਹੜਾ ਹੈਗਾ ਆਪਣਾ ਅਮਰ ਕਹਿੰਦੇ ਆ ਹੁਕਮ ਜਿਹੜਾ ਹੈਗਾ ਮਾਇਆ ਦੇ ਅਧੀਨ ਹੋ ਗਿਆ। ਹੁਣ ਮਾਇਆ ਦਾ ਗੁਲਾਮ ਹੋ ਗਿਆ। ਮਾਇਆ ਅਮਰ ਵਰਤਾਇਆ, ਮਾਇਆ ਨੇ ਅਮਰ ਵਰਤਾ ਦਿੱਤਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਅਮਰ ਕਿਉਂ ਵਰਤਾਇਆ? ਕਿਉਂਕਿ ਮਾਲਕ ਪਰਮਾਤਮਾ ਦਾ ਆਰਡਰ ਹੈਗਾ। ਆਹੀ ਤਾਂ ਖੇਡ ਹੈਗੀ ਆ। ਇਸੇ ਨੂੰ ਆਪਾਂ ਨੇ ਬੁੱਝਣਾ ਹੈ, ਇਸੇ ਨੂੰ ਜਿੱਤਣਾ ਹੈਗਾ। ਇਹ ਮਾਇਆ, ਹੁਣ ਮਾਇਆ ਦੀ ਡੈਫੀਨੇਸ਼ਨ ਆ ਰਹੀ ਹੈ। ਕਹਿੰਦੇ ਜੀ ਮਾਇਆ ਕੀ ਹੈਗੀ? ਪੈਸਾ ਮਾਇਆ ਹੈਗਾ, ਨਾ ਪਾਏ ਨਾ ਕੋਈ ਪੈਸਾ ਮਾਇਆ ਨਹੀਂ ਹੈਗਾ। ਹੁਣ ਮਹਾਰਾਜ ਦੱਸ ਰਹੇ ਮਾਇਆ ਕੀ ਹੈਗੀ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਉਹ ਹੈਗੀ ਜਿਹੜੀ ਵੀ ਐਕਸ਼ਨ ਦੇ ਨਾਲ ਪਰਮਾਤਮਾ ਭੁੱਲ ਜਾਏ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਮੋਹ ਪੈਦਾ ਹੋ ਜਾਏ। ਜੋ ਮਾਲਕ ਨੇ ਜੋ ਝੂਠਾ ਆਕਾਰ, ਝੂਠਾ ਪਦਾਰਥ, ਸਾਰਾ ਜੋ ਕੁਛ ਵੀ ਦਿਸ ਰਿਹਾ ਆ ਆਕਾਰ, ਇਹਦੇ ਨਾਲ ਮੋਹ ਪੈਦਾ ਹੋ ਜਾਏ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਇਹ ਡੁਐਲਿਟੀ ਹੈਗੀ। ਇਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਆਪਾਂ ਇਹੀ ਗੇਮ ਪਾਈ ਹੋਈ ਹੈ ਧੋਖੇ ਦੇ ਨਾਲ। ਮਾਇਆ, ਇਹ ਮਾਇਆ ਜਿਹੜੀ ਹੈ ਧੋਖਾ ਹੈਗੀ। ਇਹਦੇ ਨਾਲ ਪਿਆਰ ਪੈ ਜਾਏ, ਇਸ ਦੂਸਰੀ ਦੇ ਨਾਲ ਇਹਨੂੰ ਇਨਸਾਨ ਸੱਚ ਸਮਝ ਲਏ, ਬਸ ਆਹੀ ਮਾਇਆ ਹੈਗੀ ਆ। ਬਸ ਮਾਇਆ ਪੈ ਗਈ ਭਾਈ। ਜਿਹੜਾ ਵੀ ਐਕਸ਼ਨ, ਜਿੱਥੇ ਵੀ ਧਿਆਨ, ਜਿੱਧਰ ਵੀ ਦੇਖਿਆ, ਬਸ ਉਹਦੇ ਨਾਲ ਪਿਆਰ ਪੈਦਾ ਹੋ ਗਿਆ। ਜਿਹਦੇ ਨਾਲ ਵੀ ਪਿਆਰ ਪੈਦਾ ਹੋ ਗਿਆ, ਭਾਵੇਂ ਮਾਇਆ ਦੇ ਵਿੱਚ ਆਪਾਂ ਜਿਹੜੇ ਹੈਗੇ ਰਹੀਏ, ਮਾਇਆ ਜਿਹੜੀ ਆਪਾਂ ਨੂੰ ਕੁਛ ਨਹੀਂ ਕਹਿੰਦੀ, ਪਰ ਜਿੱਥੇ ਮਾਇਆ ਦੇ ਨਾਲ ਪਿਆਰ ਪੈਦਾ ਹੋ ਗਿਆ, ਮੋਹ ਹੋ ਗਿਆ, ਅਟੈਚਮੈਂਟ ਹੋ ਗਈ, ਉੱਥੇ ਹੀ ਆਪਾਂ ਫਸ ਗਏ। ਇਹਨੂੰ ਕਹਿੰਦੇ ਮਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।
ਕਿਤੇ ਹਿਮਾਲਿਆ ਪਰਬਤ ਤੇ ਜਾਣ ਦੀ ਲੋੜ ਨਹੀਂ, ਕਿਤੇ ਹੇਮਕੁੰਟ ਜਾਣ ਦੀ ਲੋੜ ਨਹੀਂ, ਕਹਿੰਦੇ ਕਿਤੇ ਸੰਸਾਰ ਛੱਡਣ ਦੀ ਲੋੜ ਨਹੀਂ। ਪਰਿਵਾਰ ਦੇ ਵਿੱਚ ਰਹਿ ਕੇ ਕਹਿੰਦੇ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਆ ਉਹ ਕਮਲ ਦੇ ਵਾਂਗੂ ਜਿਹੜੇ ਹੈਗੇ ਇਸ ਸੰਸਾਰ ਸਮੁੰਦਰ ਤੋਂ ਉੱਪਰ ਰਹਿ ਕੇ ਜਿਹੜੇ ਹੈਗੇ ਮਾਇਆ ਦੇ ਵਿੱਚ ਹੀ ਮਾਲਕ ਪਰਮਾਤਮਾ ਦੇ ਨਾਲ ਇੱਕ ਮਿੱਕ ਰਹਿੰਦੇ ਆ ਭਾਈ। ਮਾਇਆ ਦੇ ਵਿੱਚ ਰਹਿੰਦੇ, ਸਰੀਰ ਦੇ ਵਿੱਚ ਸਰੀਰ ਹੁੰਦੇ ਹੋਏ ਜਿਹੜੇ ਮਾਲਕ ਪਰਮਾਤਮਾ ਦੇ ਨਾਲ ਮਾਲਕ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਬੂੰਦ ਸਾਗਰ ਦੇ ਵਿੱਚ ਚਲੇ ਜਾਂਦੀ। ਹਾਂਜੀ ਵੀਰ ਜੀ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਹਾਂਜੀ ਠੀਕ ਹੈ ਜੀ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਆਪਾਂ ਡਿਸਕਸ ਕਰਦੇ ਹਾਂ। ਜਦੋਂ ਆਪਾਂ ਪਿਛਲੇ ਬੀਤੇ ਸਮੇਂ 'ਚ ਝਾਤੀ ਮਾਰਦੇ ਹਾਂ ਤੇ ਉਦੋਂ ਆਪ ਜੀ ਨੇ ਆਮ ਹੀ ਰਾਮਾਇਣ ਮਹਾਭਾਰਤ ਦੇ ਵਿੱਚ ਵੇਖਿਆ ਹੋਊਗਾ, ਉਹ ਬੱਚਿਆਂ ਨੂੰ ਪੜ੍ਹਨ ਵਾਸਤੇ ਗੁਰੂ ਭੇਜਦੇ ਸੀ, ਆਸ਼ਰਮਾਂ 'ਚ ਭੇਜਦੇ ਸੀ। ਗੋਕੁਲ ਕੀ ਕਹਿੰਦੇ ਨੇ ਜੀ ਸਭ ਨੂੰ? ਗੁਰੂਕੁਲ। ਅੱਛਾ ਗੁਰੂਕੁਲ ਨਾ, ਕਿਤੇ ਮੇਰੀ ਪੰਜਾਬੀ ਪਤਾ ਨਹੀਂ, ਹਿੰਦੀ ਪਤਾ ਨਹੀਂ। ਅੱਛਾ ਏਦਾਂ ਮੈਨੇਜ ਕਰੋ। ਗੁਰੂਕੁਲ 'ਚ ਭੇਜਦੇ ਸੀ। ਕਿਉਂ ਭੇਜਦੇ ਸੀ? ਸਮਾਂ ਕਾਫੀ ਸੀ ਲੋਕਾਂ ਕੋਲ। ਹੁਣ ਤੇ ਥੋੜਾ ਸਮਾਂ ਚੇਂਜ ਹੋ ਗਿਆ। ਹੁਣ ਮੇਰੀ ਵੀ ਡਿਊਟੀ ਏਦਾਂ ਦੀ, ਮੈਨੂੰ ਸਮੁੰਦਰ 'ਚ ਰਹਿਣਾ ਪੈਂਦਾ। ਪਰ ਮੇਰੀ ਤੇ ਕੋਸ਼ਿਸ਼ ਇਹ ਹੈ, ਮੇਰੀ ਮਾਂ ਵਾ ਉਹਦੀ ਜ਼ਿੰਮੇਵਾਰੀ ਹੈ ਜਾਂ ਮੇਰੀ ਪਤਨੀ ਆ ਉਹਦੀ ਜ਼ਿੰਮੇਵਾਰੀ ਆ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਉਹ ਇੱਕ ਚੰਗੇ ਇਨਸਾਨ ਬਣ। ਹੁਣ ਮੇਰੀ ਡਿਊਟੀ ਏਦਾਂ ਦੀ ਹੈ, ਮੈਂ ਸ਼ਿਪ ਤੇ ਕੰਮ ਕਰਦਾ ਵਾਂ ਤੇ ਮੈਨੂੰ ਤੇ ਮਜਬੂਰਨ ਘਰੋਂ ਬਾਹਰ ਰਹਿਣਾ ਪੈ ਰਿਹਾ ਤੇ ਮੇਰੀ ਥੋੜੀ ਸਿਚੁਏਸ਼ਨ ਏਦਾਂ ਦੀ ਹੈ। ਕੋਸ਼ਿਸ਼ ਤੇ ਮੇਰੀ ਹੁੰਦੀ ਹੈ ਕਿ ਮੈਂ ਵੀ ਆਪਣੇ ਬੱਚਿਆਂ ਦੇ ਲਾਗੇ ਰਹਾਂ, ਪਰ ਮੇਰਾ ਰਿਜ਼ਕ ਏਦਾਂ ਦਾ, ਮੈਨੂੰ ਮਜਬੂਰੀ ਵਾਸਤੇ ਬਾਹਰ ਜਾਣਾ ਪੈਂਦਾ। ਹੁਣ ਜਿਹੜਾ ਗੁਰੂਕੁਲ ਸੀ, ਗੁਰੂਕੁਲ ਦੇ ਵਿੱਚ ਬੱਚੇ ਨੂੰ ਦਿੰਦੇ ਸੀ ਉਹ ਮਾਤਾ ਪਿਤਾ ਆਪ ਹੀ ਛੱਡ ਕੇ ਆਉਂਦੇ ਸੀ। ਉਹ ਬੱਚੇ ਦੀ ਨਾ ਪਰਵਰਿਸ਼ ਬੜੀ ਤਗੜੀ ਹੁੰਦੀ ਸੀ। ਬੱਚਾ 20-22 ਸਾਲ ਉਹਨਾਂ ਕੋਲ ਰਹਿੰਦਾ ਔਰ ਉਹ ਗੁਰੂ ਕੀ ਕਰਦਾ ਸੀ ਕਿ ਉਹ ਬੱਚੇ ਦੇ ਚਿੱਤ ਦੇ ਵਿੱਚ ਸੰਸਕਾਰ, ਦੇਖੋ ਪਤਾ ਕੀ ਹੁੰਦਾ, ਆਪ ਵਿੱਚ ਇਹਨੂੰ ਅੰਡਰਸਟੈਂਡ ਕਰੋ। ਸਾਨੂੰ ਇਹ ਵੀ ਪਤਾ ਵਾ ਧਰਮ ਕੀ ਹੈ, ਸਾਨੂੰ ਇਹ ਵੀ ਪਤਾ ਕਿ ਅਧਰਮ ਕੀ ਹੈ, ਸਾਨੂੰ ਪਤਾ ਵਾ। ਬਾਣੀ ਚ ਇੱਕ ਜਗ੍ਹਾ ਆਉਂਦਾ ਜਾਨਤ ਵੀ ਔਗਣ ਕਰੇ, ਜਾਣਦਾ ਹੈ ਫਿਰ ਵੀ ਔਗਣ ਕਰਦਾ। ਹਾਂਜੀ ਨਿਜਾ ਸਾਹਿਬ। ਹਾਂ, ਜਾਨਤ ਹੀ ਔਗਣ ਕਰੇ, ਹਾਥ ਦੀਪਕ ਕੁਐਂ ਗਿਰੇ ਕਾਹੇ ਕੀ ਕੁਸ਼ਲਾਤ, ਕਹਿੰਦੇ ਇਸ ਤਰ੍ਹਾਂ ਦਾ ਹੈਗਾ ਬਈ ਕਬੀਰ ਸਾਹਿਬ ਦਾ ਹੈਗਾ ਬਈ ਦੀਵਾ ਹੱਥ ਦੇ ਵਿੱਚ ਹੈ ਫਿਰ ਵੀ ਜਿਹੜਾ ਹੈਗਾ ਠੋਕਰਾਂ ਖਾ ਰਿਹਾ। ਉਹ ਹੈ ਵੀਰ ਜੀ, ਕਬੀਰ ਜਾਨਤ ਹੀ ਔਗਣ ਕਰੇ, ਕਬੀਰ ਜਾਣੇ ਸਭ ਬਾਤ, ਜਾਨਤ ਹੀ ਔਗਣ ਕਰੇ, ਹਾਥ ਦੀਪਕ ਹਾਥ ਕਾਹੇ ਕੀ ਕੁਸ਼ਲਾਤ, हाथ दीप कुएं पड़े। हाँ जी बेटा। काहे की कुशलात, हाथ दीप कुएं पड़े, कबीर जाने सब बात, जानत ही होकर करे। ठीक, बहुत बढ़िया, थैंक यू गिल साहब। और इत्थे पता की गल आ रही है, धर्म की है, धर्म की है, सानू सारे नू पता वा, चंगी तरह पता वा, पर ਅਸੀਂ ਜਾਣਦੇ ਵੀ ਹਾਂ ਫਿਰ ਵੀ ਔਗਣ ਕਰਦੇ ਹਾਂ। ਉਹਦਾ ਕਾਰਨ ਹੈ, ਤੁਸੀਂ ਟੈਟੈਨਿਕ ਫਿਲਮ ਵੇਖੀ ਹੋਣੀ ਹੈ ਨਾ। ਟੈਟੈਨਿਕ ਫਿਲਮ ਦੇ ਵਿੱਚ ਏਦਾਂ ਹੁੰਦਾ ਕਿ ਸ਼ਿਪ ਜਾਂਦਾ, ਬਹੁਤ ਵੱਡਾ ਸ਼ਿਪ ਬਣਾਇਆ ਉਹਨਾਂ ਨੇ ਉਸ ਸਮੇਂ ਤੇ ਉਹ ਵਾਚ ਕੀਪਿੰਗ ਵਾਲੇ ਅਫਸਰ ਹੁੰਦੇ ਨੇ, ਉਹ ਵਾਚ ਕੀਪਿੰਗ ਕਰਦੇ ਨੇ ਸ਼ਿਪ ਨੂੰ, ਰਾਤ ਨੂੰ ਨੈਵੀਗੇਸ਼ਨ ਤੇ ਵਹਿੰਦੇ ਰਹਿੰਦੇ ਨੇ ਕਿ ਉਦੋਂ ਸਿਸਟਮ ਚ ਨਾ, ਹੁਣ ਤੇ ਬਹੁਤ ਟੈਕਨੋਲੋਜੀ ਹੈ ਸਾਡੇ ਕੋਲ, ਉਦੋਂ ਇੰਨੀ ਵਧੀਆ ਟੈਕਨੋਲੋਜੀ ਦੀ। ਉਹ ਦੂਰੋਂ ਦੇਖਿਆ ਤੇ ਛੋਟਾ ਜਿਹਾ ਨਾ ਬਰਫ਼ ਦਾ ਪਹਾੜ ਜਾਂ ਨਿੱਕਾ ਜਿਹਾ ਪਹਾੜ ਸੀ, ਉਹਨੂੰ ਆਈਸਬਰਗ ਕਹਿੰਦੇ। ਬਿਲਕੁਲ ਛੋਟੀ ਜੀ ਬਰਫ਼ ਥੋੜੀ ਜੀ ਬਾਹਰ ਨਿਕਲੀ ਔਰ ਵੇਖਣ ਨੂੰ ਤੇ ਨਿੱਕਾ ਜਿਹਾ ਪੱਥਰ ਜਿਹਾ ਹੀ ਲੱਗਦਾ ਸੀ। ਤੇ ਉਹਨਾਂ ਨੇ ਸੋਚਿਆ ਕਿ ਛੋਟਾ ਮੋਟਾ ਇੱਕ ਮਤਲਬ ਹੈ, ਮਾੜੀ ਮੋਟੀ ਬਰਫ਼ ਜੰਮੀ, ਪਰ ਅਸਲ ਦੇ ਵਿੱਚ ਉਹ ਕੋਈ ਛੋਟਾ ਬਰਫ਼ ਦਾ ਟੁਕੜਾ ਨਹੀਂ ਸੀ, ਉਹ ਤਾਂ ਬਹੁਤ ਵੱਡਾ ਪਹਾੜ ਸੀ ਉਹਦੇ ਥੱਲੇ। ਇਸੇ ਹੀ ਤਰ੍ਹਾਂ ਸਾਡਾ ਜਿਹੜਾ ਜਿੱਦਾਂ ਜੀਵ ਹੁੰਦਾ ਨਾ, ਜੀਵ ਦੇਖੋ, ਜੀਵ ਵਿੱਚ ਜਿੰਨਾ ਰਾਮਾਨੰਦ ਦੀ ਬਾਣੀ ਲਵਾਂਗੇ ਉਹ ਵੀ, ਉਹਦੀ ਵੀ ਵਰਤੋਂ ਕਰਨੀ ਪੈਣੀ ਥੋੜੀ ਜਿਹੀ, ਕਿਉਂਕਿ ਬਾਣੀ ਨੂੰ ਫਿਰ ਖੋਲਣਾ ਆਸਾਨ ਹੋ ਜਾਂਦਾ।
ਤੇ ਫਿਰ ਤੁਹਾਨੂੰ ਅੰਡਰਸਟੈਂਡਿੰਗ ਦੀ ਹੈਲਪ ਮਿਲ ਜਾਂਦੀ ਹੈ ਕਿ ਬਾਣੀ ਕੀ ਕਹਿੰਦੀ ਹੈ ਤੇ ਅਸਲ 'ਚ ਮੈਂ ਕੀ ਕਹਿਣਾ ਚਾਹੁੰਦਾ ਹਾਂ ਜਾਂ ਨਿੱਜਰ ਸਾਹਿਬ ਕੀ ਕਹਿਣਾ ਚਾਹੁੰਦੇ। ਉਹ ਕੀ ਹੁੰਦਾ ਹੈ, ਜੋ ਵੀ ਆਪਾਂ ਕਰਮ ਕਰਦੇ ਹਾਂ, ਆਪਾਂ ਜੋ ਕਰਮ ਕਰਦੇ ਹਾਂ ਉਹਦੇ ਸੰਸਕਾਰ ਬਣਨੇ ਆ, ਪੱਕਾ ਬਣਨੇ ਆ। ਉਹ ਮਨ 'ਚ ਡਾਊਟ ਆਪਾਂ ਕੱਢ ਦਈਏ ਕਿ ਏਦਾਂ ਦਾ ਨਹੀਂ ਹੁੰਦਾ। ਜੋ ਆਪਾਂ ਬੀਜਾਂਗੇ ਉਗਣਾ 101% ਉਗਣਾ ਤੇ ਉਹਨੂੰ ਫਲ ਵੀ ਲੱਗਣਾ। ਤੁਸੀਂ ਚੰਗਿਆਈ ਬੀਜ ਲਓ, ਉਹ ਵੀ ਉਗੇਗੀ। ਤੁਸੀਂ ਬੁਰਾਈ ਬੀਜ ਕੇ ਦੇਖ ਲਿਓ, ਉਹ ਵੀ ਮਲਟੀਪਲਾਈ ਹੋਊਗੀ। ਕੁਦਰਤੀ ਨਿਯਮ ਹੈ। ਆਪਾਂ ਇੱਕ ਦਾਣਾ ਕਣਕ ਦਾ ਦੱਬਦੇ ਹਾਂ, ਉਹ ਵੇਖੋ ਕਿੱਦਾਂ ਫਲੀਭੂਤ ਹੁੰਦਾ। ਉਸੇ ਤਰ੍ਹਾਂ ਅਵਗੁਣ ਗੁਣ ਤੁਸੀਂ ਕਰਕੇ ਦੇਖ ਲਓ, ਉਹ ਮਲਟੀਪਲਾਈ ਹੁੰਦੇ। ਕੁਦਰਤ ਨੇ ਇੱਕ ਕਲਾਉਜ਼ ਦਿੱਤੀ ਹੈ, ਤੂੰ ਚੰਗਿਆਈ ਬੀਜ ਦੇ ਉਹ ਵੀ ਮਲਟੀਪਲਾਈ ਹੋਣੀ, ਤੂੰ ਬੁਰਾਈ ਬੀਜੇਗਾ ਤਾਂ ਉਹ ਵੀ ਮਲਟੀਪਲਾਈ ਹੋਣੀ। ਆਪਸ਼ਨ ਤੇਰਾ ਹੈ। ਹੁਣ ਕੀ ਹੁੰਦਾ ਕਿ ਸੰਸਕਾਰ ਜਿਹੜੇ ਨਾ ਉਹ ਆਈਸਬਰਗ ਵਾਂਗੂ ਉਹ ਬਹੁਤ ਸਾਡੇ ਨਾ ਅਸੀਂ ਬਹੁਤ ਪੁਰਾਣੇ ਆ ਬਹੁਤ। ਇਸ ਗੱਲ ਦੀ ਸਾਨੂੰ ਉਦੋਂ ਪਤਾ ਲੱਗਦੀ ਹੈ, ਇਹ ਗੱਲ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਅਸੀਂ ਸਮਾਧੀ ਲੀਨ ਹੁੰਦੇ ਹਾਂ। ਤੁਸੀਂ ਆਪਣਾ ਰੂਪ ਵੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਬਹੁਤ ਪੁਰਾਣਾ ਹੈ, ਕਾਫੀ ਪੁਰਾਣਾ। ਜਦੋਂ ਆਪਾਂ ਸੂਖਮ 'ਚ ਪ੍ਰਵੇਸ਼ ਕਰਦੇ ਹਾਂ, ਆਪਣੇ ਅੰਤਰਾਕਰਨ 'ਚ ਧਿਆਨ ਇਕਾਗਰ ਕਰਦੇ ਹਾਂ, ਤੇ ਉਸ ਟਾਈਮ ਤੇ ਕੀ ਹੁੰਦਾ ਹੈ ਕਿ ਜਿਹੜਾ ਆਈਸਬਰਗ ਦਾ ਜਿਹੜਾ ਪੁਆਇੰਟ ਹੁੰਦਾ ਨਾ ਉੱਤੇ, ਜਿਹੜਾ ਜਿੱਦਾਂ ਤੁਸੀਂ ਬਰਫ਼, ਆਈਸਬਰਗ ਮੈਂ ਸਿੰਪਲ ਕਰ ਦਿੰਦਾ, ਤੁਸੀਂ ਬਰਫ਼ ਦਾ ਢੇਲਾ ਲਿਆਓਗੇ ਨਾ ਤੇ ਉਹਨੂੰ ਪਾਣੀ 'ਚ ਸੁੱਟ ਦਿਓ ਤੇ 95% ਉਹ ਪਾਣੀ 'ਚ ਚੱਲ ਜਾਣੀ ਹੈ ਤੇ 5% ਤੁਹਾਨੂੰ ਉੱਤੇ ਦਿਖਾਈ ਦੇਣੀ ਹੈ। ਉਹ ਚੀਜ਼ ਹਨਾ, ਬਿਲਕੁਲ ਹੋ ਜੇ। ਉਹ ਜਿਹੜੀ ਥੱਲੇ ਆ, ਜਿਹੜਾ 5% ਆ ਨਾ, ਉਹਨੂੰ ਸਪੋਰਟ ਕਰਨ ਦਿਆ ਥੱਲੇ 95%। ਉਹ ਥੱਲੇ ਆ, ਉਹ ਹੈਗੇ ਸਾਡੇ ਸੰਸਕਾਰ। ਸਾਡਾ ਕਾਰਨ ਸਰੀਰ ਹੈ ਨਾ, ਉਹ ਸੰਸਕਾਰਾਂ ਦੇ ਨਾਲ ਬਣਦਾ। ਜਿੱਦਾਂ ਦੇ ਸੰਸਕਾਰ ਹੋਣਗੇ ਉਦਾਂ ਦਾ ਹੀ ਸਾਡਾ ਕਾਰਨ ਸਰੀਰ ਬਣੂਗਾ। ਜਿੱਦਾਂ ਦੇ ਕਾਰਨ ਸਰੀਰ ਬਣੂਗਾ ਉਸੇ ਹੀ ਕਿਸਮ ਦਾ ਸਾਡਾ ਚਿੱਤ ਬਣੂਗਾ। ਜਿਹੋ ਜਿਹਾ ਸਮਾਨ ਚਿੱਤ ਚ ਆਊਗਾ ਉਹੋ ਜਿਹਾ ਸਾਡੀ ਬੁੱਧੀ ਬਣੂਗੀ, ਉਹੋ ਜਿਹਾ ਸਾਡਾ ਮਨ ਬਣ ਜਾਣਾ। ਇਹ ਸਾਰਾ ਇਹ ਚੀਜ਼ ਨੋਟਿਸ ਕਰਿਓ। ਔਰ ਜਿਹੋ ਜਿਹਾ ਮਨ ਬਣ ਗਿਆ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਵੀ ਉਦਾਂ ਦੀਆਂ ਹੀ ਬਣ ਜਾਣਗੀਆਂ। ਦੇਖਿਆ ਕਿੱਥੇ ਗੱਲ ਪਹੁੰਚੀ? ਇਹਦਾ ਮਤਲਬ ਸੰਸਕਾਰ ਦੇ ਪਰਲੇ ਕਿਨਾਰੇ ਤੇ ਕਿਸੇ ਨੇ ਵੱਟਾ ਸੁੱਟਿਆ ਤੇ ਉਹ ਛੱਲਾਂ ਇੱਧਰ ਆ ਗਈਆਂ ਨਿੱਜਰ ਸਾਹਿਬ। ਅਸੀਂ ਕੀ ਵੇਖਦੇ ਹਾਂ? ਛੱਲਾਂ ਵੇਖਦੇ ਰਹਿੰਦੇ ਹਾਂ, ਇਹ ਨਹੀਂ ਵੇਖਦੇ ਕਿ ਮਗਰੋਂ ਉਹ ਢੀਮਾ ਕੌਣ ਮਾਰਦੇ ਆ। ਉਹ ਸਾਡੇ ਸੰਸਕਾਰ, ਉਹ ਸਾਡੇ ਤੇ ਮਗਰ ਬੈਠੇ ਨੇ। ਤੁਸੀਂ ਦੇਖਿਆ ਨੀ ਕਈ ਵਾਰੀ ਤੁਸੀਂ ਬੜਾ ਜ਼ੋਰ ਲਾਇਆ, ਕਈ ਬੰਦੇ ਵੇਖੋ ਉਹ ਬੜੀ ਕੋਸ਼ਿਸ਼ ਕਰਦੇ, ਮੱਛੀ ਨੂੰ ਤੜਫਦੇ ਰਹਿੰਦੇ ਆ, ਪਰ ਉਹਦਾ ਸੰਸਕਾਰ ਉਹ ਤੋਂ ਬੁਰਾ ਕਰਮ ਕਰਾ ਦਿੰਦਾ। ਉਹਦੀ ਬੁੱਧੀ ਤੇ ਪਰਦਾ ਪਾ ਦਿੰਦਾ, ਉਹਨੂੰ ਪਤਾ ਨੀ ਲੱਗਦਾ। ਆਪਾਂ ਕਹਿ ਨੀ ਦਿੰਦੇ ਓਏ ਵੇਖ ਓਏ ਬੰਦੇ ਦੀ ਮੱਤ ਮਾਰੀ ਗਈ ਆ। ਆਪਾਂ ਕਹਿੰਦੇ ਪਿੰਡਾਂ 'ਚ ਲੋਕੀ ਸਿਆਣੇ ਨੀ ਕਹਿੰਦੇ ਵੇਖ ਓਏ ਏਦਾਂ ਦੇ ਕੰਮ ਕਰਨ ਦੇ ਆ, ਇਹਦੀ ਮੱਤ ਮਾਰੀ ਗਈ। ਤੇ ਮੱਤ ਨੀ, ਇਹਨੂੰ ਪਤਾ ਨੀ ਲੱਗਣ ਦੇ। ਉਹਨੂੰ ਪਤਾ ਲੱਗਣਾ ਹੀ ਨੀ ਵਿਚਾਰੇ ਨੂੰ, ਕਿਉਂਕਿ ਉਹ ਤੇ ਸੰਸਕਾਰ ਪ੍ਰਗਟ ਹੋ ਗਿਆ, ਉਹ ਚਿੱਤ 'ਚ ਆ ਗਿਆ। ਹੁਣ ਜਦੋਂ ਚਿੱਤ 'ਚ ਆ ਗਿਆ, ਚਿੱਤ 'ਚ ਜਦੋਂ ਪ੍ਰਗਟ ਹੋਇਆ, ਉਹਨੇ ਕੀ ਕਰਨਾ, ਸਾਡੇ ਚਿੱਤ ਤੇ ਨਾ ਹਲਚਲ ਪੈਦਾ ਕਰਨੀ ਹੈ। ਜਿੱਦਾਂ ਝੀਲ 'ਚ ਪੱਥਰ ਨਹੀਂ ਸੁੱਟ ਦਈਦਾ। ਸੰਸਕਾਰਾਂ ਨੇ ਨਸ਼ਟ ਹੋਣਾ ਵਾ, ਸੰਸਕਾਰਾਂ ਨੂੰ ਇੱਥੇ ਨਸ਼ਟ ਹੋਣੇ। ਹੁਣ ਤੁਸੀਂ ਜਿਹੜੇ ਭੜੋਲੇ 'ਚ ਬੀਜ ਪਾਏ ਉਹ ਬਾਹਰ ਆਉਣੇ ਆ। ਉਹਨੂੰ ਕੋਈ ਕਾਲਜ, ਕੋਈ ਯੂਨੀਵਰਸਿਟੀ ਉਹਨੂੰ ਨਹੀਂ ਬਦਲ ਸਕਦੀ। ਕਿੱਡੇ ਕਿੱਡੇ ਪੜ੍ਹੇ ਲਿਖੇ ਬੰਦੇ ਤੁਸੀਂ ਵੇਖੋਗੇ ਨਾ, ਉਹ ਬੰਦਿਆਂ ਦੇ ਅੰਦਰ ਜਿਹੜੇ ਸੰਸਕਾਰ ਉਹ ਪ੍ਰਗਟ ਹੋਣੇ। ਉਹ ਜਦੋਂ ਪ੍ਰਗਟ ਹੋਣੇ ਆ, ਬੁੱਧੀ ਬੱਦੀ ਪਤਾ ਨੀ ਕਿੱਧਰ ਚੱਲ ਜਾਣੀ ਆ, ਕਿਉਂਕਿ ਉਹ ਬੁੱਧੀ ਦੀ ਉਹ ਸੰਸਕਾਰ ਇੰਨਾ ਪਾਵਰਫੁਲ ਹੁੰਦਾ ਹੈ। ਜਿੱਦਾਂ ਵੇਖਿਆ ਨੀ, ਉਹ ਮੈਂ ਦੱਸਣ ਤੁਹਾਨੂੰ ਕਿ ਬਰਫ਼ ਥੱਲੇ ਆ, ਕਿੰਨੀ ਬਰਫ਼, ਉਹ ਬਰਫ਼ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ, ਉਹ ਬੁੱਧੀ ਨੂੰ ਕੀ ਕਰਦਾ ਕਿ ਬੁੱਧੀ ਨੂੰ ਵੀ ਉਹ ਕਰਪਟ ਕਰ ਦਿੰਦਾ, ਕਰ ਦਿੰਦਾ ਬੁੱਧੀ ਨੂੰ, ਅਕਲ ਤੇ ਪਰਦਾ ਪਾ ਦਿੰਦਾ। ਟੈਟੈਨਿਕ ਨੂੰ ਡੋਬ ਦਿੰਦਾ ਉਹ। ਹਾਂ, ਉਹ ਜਿੱਦਾਂ ਸ਼ਿਪ ਡੋਬਦਾ ਨਾ, ਉਦਾਂ ਹੀ ਬੰਦੇ ਨੂੰ ਡੋਬ ਦਿੰਦਾ ਉਹ। ਇਹ ਬਿਲਕੁਲ ਦਰੁਸਤ ਹੈ ਗੱਲ। ਤੁਸੀਂ ਨਹੀਂ ਯਕੀਨ ਕਰਨਾ, ਤੁਸੀਂ ਆਪਣੇ ਜੀਵਨ ਤੇ ਇੱਕ ਥੋੜੀ ਜਿਹੀ ਝਾਤੀ ਮਾਰੋ ਔਰ ਦੇਖੋ, ਇੱਕ ਆਪਣੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਏਦਾਂ ਦੇ ਲੋਕ ਮਿਲਣਗੇ, ਤੁਸੀਂ ਵੇਖੋਗੇ ਨਾ, ਉਹਨੂੰ ਕੋਈ ਗਾਲਾਂ ਵੀ ਕੱਢ ਦੇ ਨਾ, ਮਾੜਾ ਚੰਗਾ ਬੋਲਦੇ, ਜਿੰਨੀ ਮਰਜ਼ੀ ਦੀ ਨਿੰਦਿਆ ਕਰੇ, ਉਹਦੇ ਮਨ ਤੇ ਉਹਦੇ ਮੱਥੇ ਤੇ ਮਾਸਾ ਵੀ ਜੁੜੀ ਨਹੀਂ ਹੁੰਦੀ। ਇਹ ਵੀ ਸੰਸਕਾਰ ਜੋ ਬੰਦੇ ਦੇ, ਉਹਦੇ ਚੰਗੇ ਸੰਸਕਾਰ ਆ,
ਉਹ ਰਿਐਕਸ਼ਨ ਨਹੀਂ ਕਰਦਾ ਉਹ। ਪਰ ਕਈ ਐਸੇ ਬੰਦੇ ਹੁੰਦੇ ਆ ਜਿਹੜੇ ਬਿਨਾਂ ਕਾਰਨੋਂ ਹੀ ਵੇਖੋਗੇ ਜਿੱਧਰ ਹੀ ਜਾਣਗੇ ਉਹਨਾਂ ਨੇ ਲੂਤੀਆਂ ਹੀ ਫੁੱਕੀ ਜਾਣੀਆਂ, ਗੱਲਾਂ ਕਰਨਗੇ, ਸਾੜਾ ਪਾਉਣਗੇ, ਇਹਦੀ ਨੌਕਰੀ ਖੋਹ ਲੈਣਗੇ, ਕਿਸੇ ਦੇ ਪੈਸੇ ਖੋਹ ਲੈਣਗੇ। ਇਹ ਦੇਖੋ ਇਹ ਸੰਸਕਾਰ ਨੇ ਉਹ ਬੰਦੇ ਦੇ, ਉਹਨੂੰ ਪਤਾ ਨਹੀਂ ਹੈ ਬੰਦੇ ਨੂੰ ਮੈਂ ਏਦਾਂ ਦਾ ਕਰਦਾ। ਤੁਸੀਂ ਦੇਖੋ ਹੋਰ ਸੌਖਾ ਕਰ ਦੇਣਾ। ਇਹ ਖਤਰਨਾਕ ਸੰਸਕਾਰ ਹੁੰਦੇ ਨੇ। ਔਰੰਗਜ਼ੇਬ ਨੇ ਦੇਖੋ ਆਪਣੇ ਪਿਓ ਨੂੰ ਜੇਲ੍ਹ 'ਚ ਸੁੱਟਤਾ, ਆਪਣੇ ਭਰਾ ਨੂੰ ਮਾਰਤਾ, ਆਪਣੀ ਭੈਣ ਨੂੰ ਵੀ ਜੇਲ੍ਹ 'ਚ ਸੁੱਟਤਾ। ਦੇਖੋ ਏਦਾਂ ਕੋਈ ਕਰ ਸਕਦਾ? ਆਪਾਂ ਬਲੀਵ ਨਹੀਂ ਕਰਦੇ, ਪਰ ਏਦਾਂ ਲੋਕੀ ਕਰ ਦਿੰਦੇ ਆ। ਕਿੰਨਾ ਕੁ ਪੁਰਾਣਾ ਇਤਿਹਾਸ ਆ, ਥੋੜਾ ਜਿਹਾ ਪੁਰਾਣਾ 500-600 ਸਾਲ ਪੁਰਾਣਾ ਇਤਿਹਾਸ। ਔਰ ਦੇਖੋ ਉਹ ਬੰਦਾ ਐਸਾ ਹੋ ਜਾਂਦਾ ਵਾ ਔਰ ਉਹ ਬੰਦੇ ਨੂੰ ਕੁਛ ਨਹੀਂ ਦਿਖਦਾ। ਉਹ ਬੰਦੇ ਦੀ ਅਕਲ ਤੇ ਉਹੋ ਹੀ ਗੱਲ ਬਜ਼ੁਰਗਾਂ ਦੀ, ਉਹ ਦੇਖ ਹੋਏ ਇਹ ਬੰਦਾ ਇੰਨਾ ਮਾੜਾ ਕਰਮ ਕਰਨ ਦਿਆ, ਉਹਦੀ ਅਕਲ ਤੇ ਪਰਦਾ ਪੈ ਗਿਆ, ਇਹਨੂੰ ਪਤਾ ਨਹੀਂ ਲੱਗਣ ਦਿਆ ਕੀ ਕਰਨ ਦਿਆ। ਔਰ ਉਹ ਬੰਦੇ ਨੂੰ ਪਤਾ ਨਹੀਂ ਹੁੰਦਾ। ਔਰ ਉਹ ਬੰਦਾ ਕੀ ਪ੍ਰੋਬਲਮ ਤੇ ਹੁੰਦੀ, ਕੋਈ ਬੰਦਾ ਉਹ ਇੰਨਾ ਉਹਦੇ ਸੰਸਕਾਰ ਇੰਨੇ ਪਾਵਰਫੁਲ ਹੁੰਦੇ ਆ, ਉਹਨੂੰ ਉਹ ਗਲਤ ਕੰਮ ਨੂੰ ਹੀ ਸਹੀ ਸਮਝਦਾ ਹੈ। ਦੁਨੀਆ ਸਾਰੀ ਸਮਝਾਉਂਦੀ ਆ ਪਰ ਉਹ ਨਹੀਂ ਸੁਣਦਾ ਕਿਸੇ ਦੀ ਗੱਲ, ਕਿਉਂਕਿ ਉਹ ਉਹਦੇ ਥੱਲੇ ਪਈ ਆ ਬਰਫ਼ ਜਿਹੜੀ 95% ਉਹਨੂੰ ਸਪੋਰਟ ਕਰਦੀ ਆ ਉਹਦੀ ਬੇਵਕੂਫੀਆਂ ਨੂੰ ਕਿ ਤੂੰ ਸਹੀ ਆ, ਸਾਰੀ ਦੁਨੀਆ ਗਲਤ ਆ। ਔਰ ਉਸੇ ਚੀਜ਼ ਨੂੰ ਉਹ ਫੋਲੋ ਕਰਦਾ। ਉਸ ਚੀਜ਼ ਨੂੰ ਖਤਮ ਕਰਨ ਦੇ ਲਈ ਆਪਾਂ ਇਹ ਬਾਣੀ ਪੜ੍ਹਦੇ ਆ ਤੇ ਧਿਆਨ ਸਿਮਰਨ ਕਰਦੇ ਆ। ਔਰ ਨਿੱਜਰ ਸਾਹਿਬ ਉਹ ਬੋਲੋ ਰਾਮਾਨੰਦ ਦੀ ਤੁਕ, ਕੱਤ ਜਾਈਏ ਕਰ ਲਾਗੋ ਰੰਗ, ਉਹ ਬੋਲੋ। ਕੱਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਇਹਦੇ ਵਿੱਚ ਗੁਰਕੀ ਸਾਹਿਬ ਆਖਰੀ ਲਾਈਨ, ਗੁਰਕੀ ਆਖਰੀ ਲਾਈਨ ਇਸ ਸ਼ਬਦ ਦੀ ਹੈਗੀ ਆ, ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਹਿੰਦੇ ਸੰਸਕਾਰ ਕਰੋੜਾਂ ਸੰਸਕਾਰ ਜਿਹੜੇ ਹੈਗੇ ਧਿਆਨ ਸਿਮਰਨ ਕੱਟ ਦਿੰਦਾ। ਆ ਗਈ ਨਾ ਗੱਲ, ਉਹ ਜਿਹੜਾ ਗੁਰ ਕਾ ਸ਼ਬਦ, ਉਹ ਐਸਾ ਸ਼ਬਦ ਹੈ ਪਰਮਾਤਮਾ ਦਾ, ਜਦੋਂ ਕੋਈ ਭਗਤੀ ਕਰਦਾ ਹੈ, ਜਦੋਂ ਕੋਈ ਚੰਗੇ ਸੰਸਕਾਰਾਂ ਨੂੰ ਚੇਂਜ ਕਰਦਾ ਹੈ ਤੇ ਪੁਰਾਣੇ ਜਿਹੜੇ ਭਰਮ ਆ, ਅਗਿਆਨ ਆ, ਅਵਿਦਿਆ ਨਸ਼ਟ ਹੋ ਜਾਂਦੀ। ਉਹ ਕਹਿੰਦੇ ਕੱਤ ਜਾਈਏ ਰੇ ਕਰ ਲਾਗੂ ਰੰਗ, ਮੈਂ ਕਿੱਥੇ ਜਾਵਾਂ? ਕਹਿੰਦਾ ਮੇਰੇ ਘਰੇ ਹੀ ਰੰਗ ਲੱਗ ਗਿਆ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਚਿੱਤ ਕਿਉਂ ਨਹੀਂ ਚੱਲਦਾ? ਉਹਨਾਂ ਰਾਮਾਨੰਦ ਨੇ ਕੀ ਕੀਤਾ? ਉਹਨੇ ਚਿੱਤ ਨੂੰ ਵਿਰਤੀ ਕਰਤਾ, ਨਸ਼ਟ ਕਰਤਾ। ਚਿੱਤ ਖਤਮ ਹੋਣ ਦੇ ਨਾਲ ਕਾਰਨ ਸਰੀਰ ਨਸ਼ਟ ਹੋ ਗਿਆ, ਕਾਰਨ ਸਰੀਰ ਨਸ਼ਟ ਹੋਣ ਦੇ ਨਾਲ ਸੰਸਕਾਰ ਨਸ਼ਟ ਹੋ ਗਏ। ਮਸ਼ੀਨ ਬੰਦ ਕਰਤੀ ਉਹਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਈਰਖਾ, ਜਿਹਨੂੰ ਦਵੈਸ਼ ਕਹਿ ਦਿੰਦੇ ਆ, ਇਹਨਾਂ ਚਾਰਾਂ ਚੱਕਰਾਂ ਨੂੰ ਪਾੜ ਕੇ ਸੁਰਤੀ ਅੰਦਰ ਲੈ ਗਏ ਨੇ, ਆਤਮ ਤੱਤ 'ਚ ਸਥਿਰ ਕਰਤੀ। ਉੱਥੇ ਜਾਣ ਤੋਂ ਬਾਅਦ ਮਨ ਕੀ ਹੁੰਦਾ? ਲੂਲਾ ਲੰਗੜਾ ਹੋ ਜਾਂਦਾ, ਕਿਉਂਕਿ ਚਿੱਤ ਦੇ ਉੱਤੇ ਕੋਈ ਵਿਚਾਰ ਕਿੱਥੋਂ ਆਊਗਾ ਜਦੋਂ ਮਗਰ ਸੰਸਕਾਰ ਹੀ ਨਹੀਂ ਹੈਗੇ ਨੇ। ਜਿਹੜਾ ਕੋਈ ਅੜਨ ਵਾਸਤੇ ਬਰਤਨ ਤੇ ਚਾਹੀਦਾ ਨਾ, ਬਰਤਨ ਜੇ ਜੋ ਮਗਰ ਚੀਜ਼ ਹੀ ਨਹੀਂ ਹੈਗੀ, ਖਾਲੀ ਤੇ ਬਰਤਨ ਹੈ। ਬਿਲਕੁਲ। ਹੁਣ ਸਿਨੇਮੇ ਹਾਲ ਦੇ ਪਰਦੇ ਤੇ ਜਦੋਂ ਕੋਈ ਪਿਕਚਰ ਹੀ ਨਹੀਂ ਆਊਗੀ ਚੰਗੀ ਮਾੜੀ, ਤੇ ਕਿੱਥੋਂ ਵੇਖ ਲਾਂਗੇ? ਇਸੇ ਲਈ ਕਹਿੰਦੇ ਕਿ ਮੇਰਾ ਮਨ ਜਿਹੜਾ ਅਪੰਗ ਹੋ ਗਿਆ। ਥੋੜੀਆਂ 2-4 ਲਾਈਨਾਂ 'ਚ ਵੇਖ ਲਓ, ਉਹਨਾਂ ਨੇ ਬ੍ਰਹਮ ਦਾ ਸਾਰ ਕੱਢ ਕੇ ਸਾਈਡ ਤੇ ਰੱਖਤਾ। ਜੋ ਮਨ ਜਿਹੜਾ ਹੈ ਉਹ ਮੇਰਾ ਸ਼ਾਂਤ ਹੋ ਗਿਆ। ਮਤਲਬ ਸ਼ਾਂਤ ਦਾ ਮਤਲਬ ਕਿ ਮੇਰਾ ਲੂਲਾ ਲੰਗੜਾ ਹੋ ਗਿਆ, ਹੁਣ ਨਹੀਂ ਚੱਲਦਾ, ਕਿਉਂਕਿ ਚਿੱਤ ਬੰਦ ਹੋ ਗਿਆ। ਚਿੱਤ ਬੰਦ ਹੋ ਗਿਆ ਤੇ ਕਾਰਨ ਸਰੀਰ ਜਿਹੜਾ ਮਗਰੋਂ ਉਹ ਬੁੜਕ ਗਿਆ। ਕਾਰਨ ਸਰੀਰ 'ਚ ਹੁਣ ਸੰਸਕਾਰ ਨਹੀਂ ਹੈਗੇ। ਕੋਈ ਸੰਸਕਾਰ ਹੀ ਤੇ ਭਜਾਈ ਜਾਂਦੇ ਸੀ ਚਿੱਤ ਨੂੰ। ਚਿੱਤ ਦੇ ਅੰਦਰ ਜਿਹੜੀ ਆਪਣੇ ਦੇਖੋ ਨਾ, ਤੁਸੀਂ ਕੋਈ ਵੀ ਕੰਮ ਕਰਦੇ ਨਾ, ਤੁਹਾਡੇ ਚਿੱਤ 'ਚ ਹਲਚਲ ਹੋਣ ਡਿਆ ਪੈਂਦੀ ਹੈ, ਕਿਉਂਕਿ ਇਹ ਨਾ ਇੱਕ ਸੰਸਕਾਰ ਜਿਹੜਾ ਨਾ, ਉਹਦਾ ਮੂੰਹ ਸੰਸਕਾਰ ਇੱਕ ਬੋਤਲ ਵਾਂਗੂ ਪੁੱਠੀ ਲਟਕੀ, ਜਿੱਦਾਂ ਗਲੂਕੋਜ਼ ਦੀ ਬੋਤਲ ਨਹੀਂ ਹੁੰਦੀ ਨੀਚੇ ਸਾਹਿਬ, ਏਦਾਂ ਦਾ ਸਿਸਟਮ ਹੈ ਕੋਈ। ਉਹ ਪ੍ਰੈਸ਼ਰ ਆਈ ਗਿਆ, ਆਪਣੇ ਆਪ ਹੀ ਉਹਨੇ ਬਾਹਰ ਹੋਣੇ ਹੁੰਦੇ, ਤੁਸੀਂ ਰੋਕ ਨਹੀਂ ਸਕਦੇ ਉਹਨੂੰ। ਚਿੱਤ ਦੇ ਉੱਤੇ ਵਿਚਾਰ ਆਉਣੇ, ਚਿੱਤ ਦੇ ਉੱਤੇ ਉਹ ਹੋਣਾ ਹੀ ਹੋਣਾ। ਬਿਲਕੁਲ, ਚਿੱਤ ਤੇ ਵਿਚਾਰ ਆਉਣੇ ਹੀ ਆਉਣੇ, ਇਸ ਤਰ੍ਹਾਂ ਹੀ ਆਉਂਦੇ ਆ ਬਸ। ਸਰ ਜੀ, ਨੀਚੇ ਸਾਹਿਬ ਚਿੱਤ ਤੇ ਪਹਿਲਾਂ ਵਿਚਾਰ ਨਹੀਂ ਹੁੰਦਾ, ਪਹਿਲਾਂ ਹਲਚਲ ਪੈਦਾ ਹੁੰਦੀ ਆ ਸੰਸਕਾਰਾਂ ਦੀ। ਜੇ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਦੀ ਤਰੰਗ ਪੈਦਾ ਹੋਣੀ, ਫਿਰ ਉਹਦੀ ਕੀ ਕਰਦੇ ਆ? ਫਿਰ ਉਹਦੀ ਭਾਵ ਬਣਨੀ ਆ, ਧੂੰਆਂ ਜਿਹਾ ਉੱਠਣ ਡਿਆ ਪੈਂਦਾ ਵਿਚਾਰਾਂ ਦੇ ਰੂਪ ਚ। ਉਹ ਜਦੋਂ ਪ੍ਰਗਟ ਹੁੰਦੇ ਆ ਫਿਰ ਉਹਨੂੰ ਮਨ ਫੜਦਾ, ਫਿਰ ਮਨ ਫੜਦਾ ਤੇ ਮਨ ਫਿਰ ਚੱਲ ਪੈਂਦਾ ਆਪਣੇ ਐਸੇ ਰਸਤੇ ਤੇ। ਉਹ ਮੰਜ਼ਿਲ ਤੇ ਤੁਹਾਨੂੰ ਪਤਾ ਹੀ ਹੈ ਕਿੱਧਰ ਜਾਂਦੀ ਹੈ। ਸੋ ਅੱਜ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ। ਨਿੱਜਰ ਸਾਹਿਬ, ਹਾਂਜੀ ਬੋਲੋ ਜੀ।
ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਦੇਖ ਲਾ ਮਾਂ ਦੇ ਪੇਟ ਦੇ ਵਿੱਚ ਜਿਹੜੀ ਅਜਿਹੀ ਜੀ ਅੱਗ ਹੈਗੀ ਆ, ਉਹੀ ਜੀ ਅੱਗ ਮਾਂ ਦੇ ਪੇਟ ਦੀ ਅੱਗ ਹੈਗੀ, ਉਹ ਕਿਹੜਾ ਦਿਸਦੀ ਆ। ਔਰ ਬਾਹਰ ਵੀ ਕਹਿੰਦੇ ਉਸ ਤਰ੍ਹਾਂ ਹੀ ਬਾਹਰ ਮਾਇਆ ਹੈਗੀ, ਇਹ ਵੀ ਨਹੀਂ ਅੱਗ ਦਿਸਦੀ, ਇਹ ਵੀ ਗੁੱਜੀ ਅੱਗ ਹੈ ਜਿਹਨਾਂ ਸਾਰਾ ਸੰਸਾਰ ਸੜ ਰਿਹਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਆਹੀ ਮਾਲਕ ਦੀ ਖੇਡ ਹੈਗੀ ਭਾਈ। ਉਹ ਕਹਿੰਦਾ ਇਹ ਤਾਂ ਮੈਂ ਪਾਈ ਆ, ਮੈਂ ਤਾਂ ਪਾਉਣੀ ਆ, ਇਹਨੂੰ ਤੂੰ ਜਿੱਤਣਾ ਹੈ, ਇਹੀ ਖੇਡ ਹੈਗੀ ਭਾਈ। ਧਿਆਨ ਸਿਮਰਨ ਹੈਗਾ, ਤੈਨੂੰ ਗੁਰੂ ਦਿੱਤਾ, ਗਾਈਡ ਦਿੱਤਾ, ਮੇਰਾ ਬ੍ਰਹਮ ਮੇਰਾ ਰੂਪ ਆ, ਬ੍ਰਹਮ ਗਿਆਨੀ ਤੈਨੂੰ ਦਿੱਤੇ, ਬ੍ਰਹਮ ਗਿਆਨ ਦਿੱਤਾ ਹੋਇਆ ਤੈਨੂੰ। ਫੇਰ ਵੀ ਜੇ ਤੂੰ ਜਿਹੜਾ ਹੈਗਾ ਨਾ ਜਿੱਤ ਪਾਏ ਤੇ ਤੇਰੀ ਆਪਣੀ ਮਰਜ਼ੀ ਹੈ ਭਾਈ। ਤੇ ਫਿਰ ਤਾਂ ਤੂੰ ਖਚਰ ਵਿਦਿਆ ਕਰ ਰਿਹਾ ਹੈ, ਨਹੀਂ ਤੂੰ ਇਸ ਪਾਸੇ ਆਉਣਾ ਚਾਹੁੰਦਾ, ਤੂੰ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ, ਉਹਨਾਂ ਦੇ ਵਿੱਚ ਤੇਰਾ ਅਟਰੈਕਸ਼ਨ ਹੈਗਾ, ਤੇ ਚੱਲੀ ਚੱਲ ਫਿਰ। ਜੈਸੀ ਅਗਨ ਉਦਰ ਮੈਂ, ਹਾਂਜੀ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਲਕ ਨੇ ਖੇੜਿਆ ਮਾਲਕ ਦੀ। ਹਾਂਜੀ ਵੀ ਹੋਰ ਕੀ ਸਾਹਿਬ। ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਆਪਾਂ ਫਿਰ ਗੁਰੂਕੁਲ ਤੇ ਆ ਜਾਂਦੇ ਹਾਂ ਵਾਪਸ। ਗੁਰੂਕੁਲ ਦੇ ਵਿੱਚ ਜਦੋਂ ਬੱਚਾ ਭੇਜਿਆ ਜਾਂਦਾ ਨਾ, ਉਹਦਾ ਮਤਲਬ ਇਹ ਸੀ ਕਿ ਗੁਰੂਕੁਲ ਜਿਹੜੇ ਹੁੰਦੇ ਸੀ ਨਾ, ਸ਼ਹਿਰ ਤੋਂ ਬਾਹਰ ਹੁੰਦੇ ਸੀ, ਪਿੰਡਾਂ ਪੋਟਾਂ ਤੋਂ ਦੂਰ ਹੁੰਦੇ ਸੀ, ਜੰਗਲਾਂ। ਉਹਦਾ ਕਾਰਨ ਇਹੋ ਹੀ ਸੀ, ਜੰਗਲਾਂ ਦੇ ਵਿੱਚ ਕਿੱਥੇ ਇਹ ਜਿਹੜਾ ਕਰਪਟ ਸਮਾਜ ਦਾ ਕੋਈ ਪ੍ਰਭਾਵ ਨਾ ਹੋਵੇ। ਬਿਲਕੁਲ ਦੂਰ। ਬੜੇ ਟੈਕਨੀਕਲ ਬੰਦੇ ਸੀ ਸਾਡੇ ਤੋਂ, ਹੁਣ ਸ਼ਦਾਈ ਹੈਗੇ ਲੋਕੀ, ਇਸੇ ਕਰਕੇ ਬੱਚਿਆਂ ਨੂੰ ਗੁਰੂਕੁਲ ਚ ਭੇਜਿਆ ਜਾਂਦਾ ਸੀ, ਕਿਉਂਕਿ ਇੱਥੇ ਕੋਈ ਵੇਸ਼ਵਾ ਹੈਗੀ ਹੈ, ਕੋਈ ਚੋਰ ਹੈਗਾ, ਕੋਈ ਠੱਗ ਹੈਗਾ, ਬੜੀ ਕਿਸਮ ਦੇ ਲੋਕ ਨੇ। ਇਹ ਲੋਕਾਂ ਨੇ ਬੱਚਿਆਂ ਤੇ ਪ੍ਰਭਾਵ ਪਾਉਣਾ ਹੁੰਦਾ। ਉਹ ਕਹਿੰਦੇ ਕਿ ਬੱਚੇ ਨੂੰ ਏਦਾਂ ਕਰੋ, ਸ਼ਹਿਰ ਤੋਂ ਦੂਰ ਭੇਜ ਦਿਓ ਗੁਰੂਕੁਲ। ਉਹ ਗੁਰੂ ਕੀ ਕਰਦਾ, ਫਿਰ ਉਹਦੀਆਂ ਜੜ੍ਹਾਂ ਮਜ਼ਬੂਤ ਕਰਦਾ ਸੀ, ਫਾਊਂਡੇਸ਼ਨ ਜਿੱਦਾਂ ਬਿਲਡਿੰਗ ਤਿਆਰ ਕਰਦਾ ਸੀ, ਉਹ ਐਸਾ ਕਿਲਾ ਤਿਆਰ ਕਰਦਾ ਸੀ ਕਿ ਤੁਸੀਂ ਮੁੜ ਕੇ ਬਾਅਦ ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਪੱਥਰ ਸੁੱਟੋਗੇ ਵੀ ਨਾ, ਉਹ ਕਿਲੇ ਦੇ ਅੰਦਰ ਹੀ ਨਹੀਂ ਵੜਨਾ। ਇਹ ਬੜਾ ਜ਼ਰੂਰੀ ਹੈ। ਬੱਚੇ ਦੀ ਪਰਵਰਿਸ਼ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਔਰ ਇਹ ਜਸਟ ਇੱਕ ਸੋਚੋ, ਇਹ ਸੰਸਾਰ ਨੂੰ ਜੇਕਰ ਕੋਈ ਚੰਗੀ ਚੀਜ਼ ਦੇ ਕੇ ਜਾਣੀ ਹੈ ਨਾ, ਉਹ ਹੈ ਔਲਾਦ। ਜਿਹੜੇ ਬੰਦੇ ਦੀ ਔਲਾਦ ਸਹੀ ਹੈ ਨਾ, ਦੇ ਕੇ ਗਿਆ, ਸਮਝ ਲਓ ਉਹ ਬ੍ਰਹਮ ਗਿਆਨੀ ਹੈ। ਜਿੱਦਣ ਘਰੇ ਬੱਚਾ ਪੈਦਾ ਹੋ ਗਿਆ ਨਾ, ਤੇ ਬੰਦੇ ਦੇ ਪੁੱਤ ਬਣ ਜਾਓ, ਬਿਲਕੁਲ ਬੰਦੇ ਦੇ ਪੁੱਤ ਬਣ ਜਾਓ। ਕਿਉਂਕਿ ਬੱਚੇ ਨੂੰ ਪੈਸੇ, ਗੱਡੀਆਂ, ਕਾਰੋਬਾਰ ਨਹੀਂ ਹੋਣੇ ਚਾਹੀਦੇ ਜ਼ਰੂਰਤ ਜਿੰਨੀ ਉਹਨੂੰ ਸੰਸਕਾਰਾਂ ਦੀ ਲੋੜ ਹੈ। ਕਿਉਂਕਿ ਉਹ ਸਾਨੂੰ ਹੀ ਵੇਖ ਕੇ ਕਿਹਨੇ ਸਿੱਖਣਾ। ਹੁਣ ਜੋ ਅਸੀਂ ਕਰ ਰਹੇ ਹਾਂ ਉਹ ਸਾਨੂੰ ਕਾਪੀ ਕਰਨਾ ਉਹਨਾਂ ਨੇ। ਹੁਣ ਗੁਰੂਕੁਲ ਤੇ ਰਹੋ, ਹੁਣ ਗੁਰੂਕੁਲ ਤੇ ਸਾਡੇ ਕੋਲ ਹੈਗਾ ਨਹੀਂ, ਬੱਚੇ ਸਾਡੇ ਨਾਲ ਰਹਿੰਦੇ। ਸਭ ਤੋਂ ਪਹਿਲਾਂ ਤੇ ਮਾਂ ਗੁਰੂ ਉਹਦੀ, ਉਸ ਤੋਂ ਬਾਅਦ ਉਹਦਾ ਪਿਓ ਗੁਰੂ ਆ। ਦੋ ਗੁਰੂ ਤੇ ਘਰ ਦੇ ਹੀ ਹੈ ਨਿੱਜਰ ਸਾਹਿਬ। ਬਿਲਕੁਲ। ਤੇ ਜੇ ਗੁਰੂ ਹੀ ਇੱਧਰ ਉਧਰ ਤੁਰਿਆ ਫਿਰਦਾ ਵਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ, ਤੇ ਉਹਨੇ ਬੱਚੇ ਨੂੰ ਕੀ ਸਿੱਖਿਆ ਦੇਣੀ? ਇਹਦਾ ਜਵਾਬ ਅਸੀਂ ਦੇਣਾ। ਮੈਂ ਤੇ ਨਹੀਂ ਦੇਣਾ, ਮੈਂ ਆਪਣੇ ਲਈ ਦਊਂਗਾ, ਤੁਸੀਂ ਆਪਣੇ ਨੂੰ ਦਓ। ਸੋ ਇੱਥੇ ਆਪਣਾ ਇਹ ਰਿਸਪੋਂਸਿਬਿਲਿਟੀ ਬਣਦੀ ਹੈ। ਉਦਣ ਵੀ ਗੱਲ ਕੀਤੀ, ਸ਼ਿਵ ਤੇ ਸ਼ਕਤੀ ਦੋ ਸ਼ਕਤੀਆਂ ਨੇ। ਅਸਲ ਦੇ ਵਿੱਚ ਨਿੱਜਰ ਸਾਹਿਬ ਹੁਣ ਦੁਨੀਆ ਥੋੜੀ ਜਿਹੀ ਨਾ ਭੁੱਲਦੀ ਜਾਂਦੀ ਹੈ। ਇੱਕ ਸਿੱਖਿਆ ਚਿੱਠੀ ਨਹੀਂ ਆਉਂਦੀ ਹੁੰਦੀ ਵਿਆਹ ਤੇ। ਹਾਂਜੀ। ਹਾਂ, ਸਿੱਖਿਆ ਚਿੱਠੀ ਵਿਆਹ ਤੇ ਪੜ੍ਹਦੇ ਸੀ ਨਾ ਮੁੰਡੇ ਕੁੜੀ ਵਾਸਤੇ, ਕੀ ਕਰਨਾ ਜਾਂ ਕੀ ਨਹੀਂ ਕਰਨਾ, ਇੱਕ ਦੂਜੇ ਦੇ ਪਰਿਵਾਰ ਨੂੰ ਕਿੱਥੋਂ ਮਿਲਣ ਕਰਨਾ। ਉਹ ਬੜੀਆਂ ਚੀਜ਼ਾਂ ਜ਼ਰੂਰੀ ਸੀ, ਸਾਡੇ ਬਜ਼ੁਰਗਾਂ ਨੇ ਕੱਢੀਆਂ ਸੀ ਕਾਢਾਂ। ਹਾਂਜੀ, ਬਿਲਕੁਲ ਦਿੰਦੇ ਆ ਜੀ, ਸਿੱਖਿਆ ਦਿੰਦੇ ਹੁੰਦੇ ਆ ਵਿਆਹ ਤੋਂ ਬਾਅਦ, ਜਿਹੜਾ ਹੈ ਬਿਠਾ ਕੇ ਸਿੱਖਿਆ ਦਿੰਦੇ ਆ। ਉਹ ਬਿਲਕੁਲ ਜ਼ਰੂਰੀ ਸੀਗੀ। ਗ੍ਰਸਤ 'ਚ ਪ੍ਰਵੇਸ਼ ਕਰ ਰਹੇ ਹੋ ਤੁਸੀਂ ਤੇ ਕਿਵੇਂ ਰਹਿਣਾ ਆ, ਉਹ ਸਾਰਾ ਦੱਸਦੇ। ਕੋਈ ਗੱਲਾਂ ਯਾਦ ਆ ਤੁਹਾਨੂੰ? ਦੱਸ ਦਿਓ। ਕੀ ਦੱਸੂਗਾ ਗੋਰਕੀ ਸਾਹਿਬ? ਨਹੀਂ ਤੂੰ ਵੀ ਹੈਗੀ ਇੱਕ ਦੋ ਗੱਲ ਦੱਸ ਦਿਓ। ਨਹੀਂ ਇੱਕ ਦੋ ਯਾਦ ਆ। ਕੁੜੀ ਦੇ ਮੁੰਡੇ ਦੇ ਮਾਂ ਪਿਓ ਨੂੰ ਆਪਣਾ ਮਾਂ ਪਿਓ ਸਮਝਣਾ, ਤੇ ਮੁੰਡੇ ਨੇ ਵੀ ਕੁੜੀ ਦੇ ਮਾਂ ਪਿਓ ਨੂੰ ਆਪਣਾ ਮਾਂ ਪਿਓ ਸਮਝਣਾ। ਦੇਖੋ ਸਾਧ ਸੰਗਤ ਜੀ, ਇੱਕ ਚੀਜ਼ ਮੇਰੀ ਅਜੇ ਕਥਾ ਤੇ ਵੀ ਆ ਜਾਂਦੇ ਆ ਆਪਾਂ, ਕੁਝ ਦੋ ਚਾਰ ਗੱਲਾਂ ਮੇਰੀਆਂ ਤੁਸੀਂ ਜ਼ਰੂਰ ਧਿਆਨ 'ਚ ਦੇਣੀਆਂ। ਔਰ ਜਿਹੜੀਆਂ ਵੀ ਮੈਂ ਗੱਲਾਂ ਇੱਥੇ ਬੋਲਦਾ ਨਾ, ਉਹ ਗੱਲਾਂ ਮੇਰਾ ਆਪਣਾ ਨਿੱਜੀ ਅਨੁਭਵ ਆ। ਮੈਂ ਗੱਪਾਂ ਨਹੀਂ ਮਾਰਦਾ। ਮੇਰੇ ਘਰ ਦੇ ਦੋ ਜੀ, ਇਹਨਾਂ ਦੇ ਸਾਹਮਣੇ ਮੈਂ ਝੂਠ ਨਹੀਂ ਮਾਰ ਸਕਦਾ। ਪਤੀ ਪਤਨੀ ਸ਼ਿਵ ਤੇ ਸ਼ਕਤੀ ਦਾ ਮਿਲਨ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਆਪਣੇ ਫੇਰੇ ਹੁੰਦੇ ਨਾ, 4 ਫੇਰੇ ਹੁੰਦੇ ਆ, ਕੋਈ ਮਾਮੂਲੀ ਗੱਲ ਨਹੀਂ ਆ। ਉਹ ਜਿਹੜੇ 4 ਫੇਰੇ ਆ ਨਾ, ਹੁਣ ਕੋਈਆਂ ਨੇ 7 ਕਰਦੇ, ਹਿੰਦੂਆਂ ਦੇ ਵੀ 4 ਹੀ ਸੀ। ਇਹ ਲੋਕਾਂ ਨੇ ਫਿਰ ਫਿਲਮਾਂ ਵੇਖ ਕੇ ਪਤਾ ਨਹੀਂ ਕੀ ਗੇਮ ਕਮਾਈ। 700 ਫੇਰੇ ਨਹੀਂ, 4 ਹੀ ਫੇਰੇ ਆ। ਤੇ ਜਿਹੜੇ 4 ਫੇਰੇ ਆ ਨਾ, ਇਹ ਬੜੇ ਇੰਪੋਰਟੈਂਟ ਆ।
ਧਰਮ, ਅਰਥ, ਕਾਮ ਤੇ ਮੋਕਸ਼, ਇਹ 4 ਫੇਰਿਆਂ ਦੇ ਨਾਲ ਰਿਲੇਟਡ ਸੀ। ਇੱਕ ਜੀਵਨ ਦੀ ਇੱਕ ਸੰਪੂਰਨਤਾ ਦੀ ਨਿਸ਼ਾਨੀ ਹੈ। ਜਿਹੜਾ ਬੰਦਾ ਇਹਨਾਂ 4 ਫੇਰਿਆਂ ਦਾ ਜੋ ਵੈਲਿਊ ਹੈ, ਜੋ ਮਹੱਤਵਤਾ ਹੈ, ਉਹਨੂੰ ਸਮਝ ਜਾਂਦਾ, ਉਹੀ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ। ਗੁਰੂਕੁਲ ਕੋਈ ਬਾਹਰ ਨਹੀਂ ਹੈਗਾ, ਸਾਡੇ ਘਰੇ ਹੀ ਹੈਗਾ। 12 ਸਾਲ ਤੱਕ ਜਿਹੜਾ ਬੱਚਾ ਹੈ ਨਾ, ਉਹਨੂੰ ਜੋ ਮਰਜ਼ੀ ਪੜ੍ਹਾ ਦਿਓ, ਉਹਨੇ ਸਿੱਖ ਜਾਣਾ ਹੈ। ਪਰ ਸਿੱਖਣਾ ਉਹਨੇ ਉਹ ਜੋ ਤੁਸੀਂ ਕਰਦੇ, ਜੋ ਉਹ ਤੁਹਾਡੀਆਂ ਗੱਲਾਂ ਨੂੰ ਨਹੀਂ ਵਾਚ ਕਰੂਗਾ। ਜੋ ਤੁਸੀਂ ਕਰੋਗੇ ਉਹੀ ਸਿੱਖੂਗਾ, ਉਹੀ ਗੁਰੂਕੁਲ ਹੈ। ਕੁਦਰਤ ਨੇ ਸਾਨੂੰ ਇੱਕ ਵਿੰਡੋ ਦਿੱਤੀ ਆ, ਅਸੀਂ ਉਹ ਬੱਚੇ ਨੂੰ ਕਿੱਦਾਂ ਪਰਵਰਿਸ਼ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਤੇ ਮੈਂ ਵਿਆਹ ਦੀ ਗੱਲ ਕਰਦਾ। ਵਿਆਹ ਬੜਾ ਜ਼ਰੂਰੀ ਹੈ। ਕਿੰਨੇ ਤਲਾਕ ਹੁੰਦੇ ਆ, ਦੁਨੀਆ ਪਤਾ ਨਹੀਂ ਕਿਹੜੇ ਚੱਕਰਾਂ 'ਚ ਫਿਰਦੀ, ਹਵਾ ਦੇ ਵਿੱਚ ਤੀਰ ਮਾਰੀ ਜਾਂਦੀ ਹੈ। ਅੱਜ ਵੀ ਮੈਨੂੰ ਚੇਤੇ ਆ ਨਿੱਜਰ ਸਾਹਿਬ, ਹਾਂਜੀ ਹਾਂਜੀ, ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਤੇ ਸ਼ੁਰੂ ਚ ਡਿਸਪਿਊਟ ਹੋ ਗਿਆ ਜੀ, ਲੜਾਈ ਹੋਣੀ ਇਹਨਾਂ ਦੀ ਹਸਬੈਂਡ ਵਾਈਫ ਦੀ। ਤੇ ਚਲੋ ਘਰ ਚ ਆ ਜਾਣੀ ਲੜਾਈ, ਉਧਰੋਂ ਪੰਚਾਇਤ ਆਉਣੀ, ਇਧਰੋਂ ਪੰਚਾਇਤ ਆਉਣੀ। ਹਾਂਜੀ ਵੀ ਗੱਲਾਂ ਦੋਨਾਂ ਦੀਆਂ ਸੁਣ ਲੈਣੀਆਂ, ਚਾਹ ਬਿਸਕੁਟ ਖਾ ਕੇ ਆਪੋ ਆਪਣੇ ਘਰੇ ਚੱਲ ਜਾਣਾ ਨਿੱਜਰ ਸਾਹਿਬ। ਹਾਂਜੀ ਵੀ ਗਾਂ ਤੋਂ ਨਹੀਂ ਏਦਾਂ ਕਹਿਣਾ। ਏਦਾਂ ਕਰਦਿਆਂ ਸਮਾਂ ਕੱਢਿਆ, ਮੁੜ ਕੇ ਬੱਚੇ ਹੋ ਗਏ ਤੇ ਹਸਬੈਂਡ ਵਾਈਫ ਹੀ ਸੈਟਲ ਹੋ ਗਏ। ਤੇ ਜੇ ਸ਼ਦਾਈ ਹੁੰਦੇ ਤੇ ਇਹਨਾਂ ਦਾ ਤਲਾਕ ਕਰਾ ਦਿੰਦੇ। ਉਹ ਜਿਹੜੇ ਬਜ਼ੁਰਗ ਆਉਂਦੇ ਸੀ 2 ਘੰਟੇ ਨਾਲ ਬਹਿਣਾ, ਗੱਪਾਂ ਗੁੱਪਾਂ ਮਾਰਨੀਆਂ, ਚਾਹ ਚੂ ਪੀ ਕੇ ਬਿਸਕੁਟ ਖਾ ਕੇ ਆਪੋ ਆਪਣੇ ਘਰੇ ਚੱਲ ਜਾਣਾ। ਇਹਦਾ ਕਾਰਨ ਇਹੋ ਹੀ ਸੀ ਕਿ ਵਸਾਉਣਾ ਚਾਹੁੰਦੇ ਸੀ। ਅੱਜ ਦੀ ਡੇਟ ਦੇ ਵਿੱਚ ਤਲਾਕ ਹੋਣ ਦਾ ਕਾਰਨ ਕੀ ਹੈ? ਮੈਂ ਮੰਨਦਾ ਵਾਂ ਬੰਦਾ ਗਲਤੀਆਂ ਕਰਦਾ, ਇਹ ਨਹੀਂ ਹੈ ਕਿ ਕੋਈ ਵੀ ਨਹੀਂ ਏਦਾਂ ਹੈਗਾ ਕਿ ਜਿਹੜਾ ਕੋਈ ਰੱਬ ਨਹੀਂ ਹੈਗਾ। ਆਪਾਂ ਗਲਤੀਆਂ ਕਰਦੇ ਹਾਂ। ਕੁਝ ਗਲਤੀਆਂ ਸਾਡੀਆਂ ਲੋਕਾਂ ਨੂੰ ਪਤਾ ਲੱਗ ਜਾਂਦੀਆਂ, ਕੁਝ ਗਲਤੀਆਂ ਸਾਨੂੰ ਪਤਾ ਹੁੰਦਾ, ਲੋਕਾਂ ਨੂੰ ਨਹੀਂ ਪਤਾ ਹੁੰਦਾ। ਹੁੰਦੇ ਬੰਦੇ ਸਾਰਾ ਗਲਤੀਆਂ ਕਰਦੇ। ਇਹਦੇ ਵਿੱਚ ਨਿੱਜਰ ਸਾਹਿਬ ਜਦੋਂ ਵਿਆਹ ਕਰਦੇ ਨਾ, ਸ਼ਿਵ ਤੇ ਸ਼ਕਤੀ ਦਾ ਮਿਲਨ ਹੁੰਦਾ। ਹੁਣ ਦੇਖੋ 2 ਹੱਥ ਨੇ ਆਪਣੇ, ਇਸੇ ਤਰ੍ਹਾਂ ਇੱਕ ਸੱਜਾ ਹੱਥ ਜਿਹੜਾ ਬੰਦਾ ਵਾ ਤੇ ਖੱਬਾ ਹੱਥ ਇੱਕ ਔਰਤ ਹੈ। ਦੇਖੋ ਨਿੱਜਰ ਸਾਹਿਬ, ਹੱਥ ਜਦੋਂ ਆਪਣਾ ਧੋਂਦੇ ਆ ਤੇ 2 ਹੱਥਾਂ ਦੀ ਲੋੜ ਪੈਂਦੀ ਹੈ ਨਾ। ਬਿਲਕੁਲ। ਸਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਖੱਬਾ ਹੱਥ ਘੱਟ ਕੰਮ ਕਰਦਾ ਹੈ, ਸੱਜਾ ਹੱਥ ਬਹੁਤ ਕੰਮ ਕਰਦਾ, ਸਾਰੇ 80% ਕੰਮ ਕਰਦਾ ਹੈ। ਪਰ ਸੱਜਾ ਹੱਥ ਕਿਤੇ ਵੀ ਨਹੀਂ ਕਹਿੰਦਾ ਕਿ ਖੱਬਾ ਹੱਥ ਨਹੀਂ ਕੰਮ ਕਰਦਾ। ਕਹਿੰਦਾ ਕਿਤੇ? ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਨਹੀਂ ਕਹਿੰਦਾ ਨਾ। ਤੇ ਫਿਰ ਅਸੀਂ ਕਿਉਂ ਕਹਿੰਦੇ? ਸਾਡੇ ਕਿਉਂ ਪ੍ਰੋਬਲਮ ਹੈ? ਗੁਰੂ ਗ੍ਰੰਥ ਸਾਹਿਬ ਤੇ ਕਿਹਾ ਵਾ ਕਿ ਜਦੋਂ ਤੁਸੀਂ ਮੇਰੇ ਸਾਹਮਣੇ ਲਾਵਾਂ ਫੇਰੇ ਲੈ ਲਏ, ਸ਼ਿਵ ਤੇ ਸ਼ਕਤੀ ਦਾ ਮਿਲਨ ਹੋ ਗਿਆ। ਔਰ ਤੁਸੀਂ ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਕਿਹਾ ਕਿ ਮੈਂ ਉਸ ਔਰਤ ਨੂੰ ਉਹਦਾ ਬਣਦਾ ਹੱਕ ਦਊਂਗਾ। ਇਹੋ ਕਹਿੰਦੇ ਨਾ ਆਪਾਂ। ਕੀ ਕਹਿੰਦੇ ਇਹਨੂੰ? ਹਿੰਦੀ ਦਾ ਵਰਡ ਹੈਗਾ ਅਧਰਨਗੀ, ਕੀ ਕਹਿੰਦੇ? ਅਰਧਾਂਗਨੀ। ਅਰਧਾਂਗਨੀ, ਮੇਰੀ ਵੀ ਜ਼ੁਬਾਨ ਉਦਾਂ ਦੀ ਹੈ। ਅਰਧਾਂਗਨੀ, ਅਰਧ ਅੰਗ ਸਰੀਰ ਦਾ ਇੱਕ ਹਿੱਸਾ ਮੈਂ ਵਾਂ ਤੇ ਇੱਕ ਹਿੱਸਾ ਮੇਰੀ ਪਤਨੀ ਆ। ਔਰ ਸਹੀ ਗੱਲ ਹੈ, ਤੁਹਾਡੇ ਜੀਵਨ ਦਾ ਇੱਕ ਸ਼ੁੱਧ ਮੇਰੇ ਕੋਲ ਗਿਆਨ ਲੈ ਲਓ। ਜੋ ਤੁਹਾਡਾ ਜੀਵਨ ਦਾ ਪਾਰਟਨਰ ਤੁਹਾਡਾ ਸਟੈਂਡ ਲਊਗਾ, ਦੁਨੀਆ ਦੇ ਵਿੱਚ ਕੋਈ ਰਿਸ਼ਤਾ ਉੱਤੇ ਸਟੈਂਡ ਨਹੀਂ ਲੈ ਸਕਦਾ। ਇੱਕ ਕੁਦਰਤੀ ਨਿਯਮ ਜੋ ਕਿਤੇ ਟਰਾਈ ਕਰਕੇ ਦੇਖ ਲਓ, ਸਾਰੇ ਭੱਜ ਜਾਣਗੇ, ਪਰ ਤੁਹਾਡਾ ਜੀਵਨ ਸਾਥੀ ਉੱਤੇ ਖਲੋਤਾ ਹੋਊਗਾ। ਕਿਉਂਕਿ ਉਹ ਹੱਥ ਆ ਉਹ ਤੁਹਾਡਾ। ਜਦੋਂ ਇੱਕ ਹੱਥ ਨੂੰ ਸੱਟ ਲੱਗ ਜਾਂਦੀ, ਦੂਜਾ ਹੱਥ ਬੈਠਾ ਹੀ ਰਹਿੰਦਾ। ਉਹਦੀ ਟ੍ਰੀਟਮੈਂਟ ਕਰਦਾ ਹੈ, ਪੱਟੀ ਕਰਾਉਂਦਾ ਹੈ ਉਹਨੂੰ। ਉਹ ਨਹੀਂ ਕਹਿੰਦਾ, ਉਹਨੂੰ ਕਹਿੰਦਾ ਨਾ ਵੀ ਤੂੰ ਨਾ ਕੰਮ ਕਰ, ਮੈਂ ਇਕੱਲਾ ਕੰਮ ਕਰੂੰਗਾ। ਇਹ ਦੇਖੋ, ਇਹਨੂੰ ਕਹਿੰਦੇ ਜੀਵਨ ਦਾ ਮਤਲਬ ਅਨਕੰਡੀਸ਼ਨਲ ਲਵ। ਡਿਮਾਂਡ ਨਹੀਂ ਦੇਣੀ। ਹਾਂ, ਕਈ ਵਾਰੀ ਕਹਿਣਾ ਪੈਂਦਾ ਅਗਲੇ ਨੂੰ, ਅਗਲਾ ਸੌਂ ਗਿਆ ਤੈਨੂੰ ਜਗਾਓ, ਉਹਨੂੰ ਗੱਲੀ ਬੱਤੀ ਜਗਾਓ। ਪਰ ਅਨਕੰਡੀਸ਼ਨਲ ਲਵ ਮਤਲਬ ਉਹ ਪਿਆਰ, ਜਿੱਦਾਂ ਮਾਂ ਦਾ ਪਿਆਰ ਹੁੰਦਾ ਬੱਚਿਆਂ ਦੇ ਪ੍ਰਤੀ, ਉਹ ਮੰਗਦੀ ਥੋੜੀ ਬੱਚਿਆਂ ਤੋਂ, ਕੁਛ ਵੀ ਨਹੀਂ ਮੰਗਦੀ। ਜੇ ਕੋਈ ਮਾਂ ਕਹੇ ਕਿ ਮੈਂ ਤੈਨੂੰ ਸਾਂਭਿਆ, ਮੈਨੂੰ ਪੈਸੇ ਦੇ, ਫਿਰ ਉਹ ਕਹਦੀ ਮਾਂ ਹੋਈ। ਪਰ ਮਾਂ ਇਹ ਤਾਂ ਮੰਗਦੀ ਨਹੀਂ ਪੈਸੇ। ਮਾਂ ਤੇ ਬਸ ਕਹਿੰਦੀ ਹੈ ਕਿ ਹਾਂ ਪੁੱਤ, ਜਿਹੜਾ ਮੇਰਾ ਸਤਿਕਾਰ ਬਣਦਾ ਮੈਨੂੰ ਦੇ, ਜਿਹੜਾ ਤੇਰਾ ਘਰ ਦੀ ਦਾ ਸਤਿਕਾਰ ਬਣਦਾ ਤੂੰ ਆਪਣੀ ਘਰ ਦੀ ਨੂੰ ਦੇ। ਔਰ ਇਹ ਜਿਹੜਾ ਸਤਿਕਾਰ ਦਾ ਬੈਲੈਂਸ ਕਰਨਾ ਉਹ ਮੁੰਡੇ ਦੇ ਫਰਜ਼ ਹੁੰਦਾ। ਮੁੰਡਾ ਜਿਹੜੀ ਵੀ ਸਾਈਡ ਤੇ ਗਿਆ, ਦੂਜਾ ਸਾਈਡ ਨਾਰਾਜ਼ ਹੋ ਜਾਣੀ। ਜਿਹੜਾ ਬੰਦਾ ਬੈਲੈਂਸ ਕਰਦਾ ਉਹਦਾ ਜੀਵਨ ਸੌਖਾ। ਔਰ ਇਹ ਚੈਲੰਜ ਤੇ ਹਰ ਇੱਕ ਦੇ ਜੀਵਨ ਚ ਆਉਂਦਾ, ਮੇਰੇ ਵੀ ਆਇਆ। ਕੁਛ ਸਮਾਂ ਲੱਗਦਾ ਹੈ, ਬੰਦਾ ਗਲਤੀਆਂ ਕਰਦਾ ਸਿੱਖਦਾ, ਗਲਤੀਆਂ ਕਰਦਾ ਸਿੱਖਦਾ। ਪਰ ਇੱਥੇ ਸਾਧ ਸੰਗਤ ਜੀ, ਇੱਥੇ ਇਹ ਆ, ਜੇਕਰ ਸੱਜਾ ਹੱਥ ਖੱਬੇ ਨੂੰ ਧੋਣ ਦੀ ਕੋਸ਼ਿਸ਼ ਕਰੇ ਤੇ ਖੱਬਾ ਹੱਥ ਨਾ ਧੋਵੇ ਤੇ ਗੱਲ ਨਹੀਂ ਜੋ ਬਣਨੀ। ਸਹੀ ਹੈ ਨਿੱਜਰ ਸਾਹਿਬ?
ਬਿਲਕੁਲ। ਇਸੇ ਲਈ ਜੀਵਨ ਸਾਥੀ ਵੀ ਜਿਹੜਾ ਵਾ, ਜੇ ਇੱਕ ਕੋਸ਼ਿਸ਼ ਕਰੇ ਤੇ ਦੂਜਾ ਨਲਾਇਕ ਹੋਵੇ ਤੇ ਉਹ ਕੰਮ ਨਹੀਂ ਜੋ ਸਹੀ। ਦੋਨਾਂ ਨੂੰ ਹੀ ਜ਼ੋਰ ਲਾਉਣਾ ਪਊਗਾ। ਪਰ ਹਾਂ, ਇਹ ਆਪਾਂ ਇਹ ਚੀਜ਼ ਨੂੰ ਧਿਆਨ ਰੱਖਣਾ ਹੈ, ਕਸੂਰ ਦੋਨਾਂ ਦਾ ਹੀ ਨਹੀਂ ਹੁੰਦਾ, ਦੋਨਾਂ ਦਾ ਹੀ ਹੁੰਦਾ, ਇੱਕ ਦਾ ਨਹੀਂ ਹੁੰਦਾ। ਥੋੜਾ ਬਹੁਤਾ ਜਿਹੜਾ ਨਾ ਅਸੀਂ ਜਦੋਂ ਮਤਲਬ ਮਹਿਸੂਸ ਕਰਦੇ ਹਾਂ, ਹੁਣ ਸੱਜਾ ਹੱਥ ਪਹਿਲਾਂ ਖੱਬੇ ਨੂੰ ਧੋਂਦਾ, ਵੇਖੋ ਆਪਣੇ ਹੱਥ ਧੋ ਕੇ ਵੇਖੋ, ਹੁਣੇ 'ਚ 2 ਮਿੰਟ ਜਾ ਕੇ ਵੇਖੋ, ਵਾਸ਼ ਬੇਸਿਨ ਤੇ ਸਾਬਣ ਲਾ ਲਿਓ, ਕਿੱਦਾਂ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ, ਇੱਕ ਉਹਨੂੰ ਧੋ ਰਿਹਾ, ਇੱਕ ਉਹਨੂੰ ਧੋ ਰਿਹਾ। ਇਹ ਉਹਦੀ ਕੀ ਸਫਾਈ ਹੈ? ਇਹ ਨਹੀਂ ਕਿ ਸੱਜਾ ਹੱਥ ਖੱਬੇ ਨੂੰ ਧੋਵੇ, ਉਹਦੀ ਮੈਲ ਲਾਵੇ ਤੇ ਖੱਬਾ ਹੱਥ ਕੁਛ ਵੀ ਨਾ ਕਰੇ। ਇਸੇ ਤਰ੍ਹਾਂ ਜੀਵਨ ਸਾਥੀ ਹੈ। ਜੀਵਨ ਸਾਥੀ ਇੱਕ ਬੜਾ ਜ਼ਰੂਰੀ ਹੈ। ਸਾਧਕ ਦੇ ਲਈ ਚੀਜ਼ਾਂ ਸਾਰੀਆਂ ਤੁਹਾਨੂੰ ਆਉਣੀਆਂ ਨੇ। ਇਹ ਨਹੀਂ ਕਿ ਭਗਤੀ ਕਰ ਲਈ ਤੇ ਕੱਲੀ ਭਗਤੀ ਕਰਕੇ ਤੇ ਬਸ ਮੁੜ ਕੇ ਸਮਾਜ ਦੇ ਵਿੱਚ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈ। ਸਮਾਜ ਦੇ ਵਿੱਚ ਵੀ ਸਾਡੇ ਜਿਹੜੇ ਫਰਜ਼ ਨੇ, ਸਾਡੀਆਂ ਰਿਸਪੌਂਸਿਬਿਲਟੀਆਂ ਨੇ, ਉਹ ਸਾਰੀਆਂ ਨੇ ਸਭ ਸਾਨੂੰ ਨਿਭਾਉਣੀਆਂ ਪੈਣੀਆਂ। ਕਿਉਂਕਿ ਇਹ ਪਰਮਾਤਮਾ ਕੱਲਾ ਥੋੜੀ ਮਿਲਦਾ ਕਦੇ। ਪਰਮਾਤਮਾ ਨੇ ਸਾਡੇ ਅੰਤਰਾਕਰਨ 'ਚ ਜਦੋਂ ਬਦਲਾਅ ਕੀਤਾ, ਸਾਡੇ ਅੰਤਰਾਕਰਨ 'ਚ ਸ਼ੁੱਧੀ ਆਂਦੀ ਨਾ, ਤੇ ਨਜਰ ਸਾਹਿਬ ਉਸ ਨੂੰ ਸਾਡੇ ਆਲੇ ਦੁਆਲੇ ਵਾਲੇ ਅਨੁਭਵ ਕਰਨਗੇ। ਤੇ ਜੇ ਮੇਰੇ ਪਰਿਵਾਰ ਹੀ ਨਾ ਉਸ ਚੀਜ਼ ਨੂੰ ਅਨੁਭਵ ਕਰ ਸਕਿਆ ਤੇ ਨਜਰ ਸਾਹਿਬ ਦੂਜੇ ਨੇ ਕਿੱਥੋਂ ਕਰਨਾ? ਬਿਲਕੁਲ। ਸੋ ਅੱਜ ਦੀ ਗੱਲ ਇੱਥੇ ਆਪਾਂ ਥੋੜੀ ਜਿਹੀ ਮੈਂ ਡਿਸਕਸ ਕੀਤੀ ਹੈ, ਕਿਉਂਕਿ ਗੱਲਾਂ ਹੁੰਦੀਆਂ ਛੋਟੀਆਂ, ਇਹਨਾਂ ਦੇ ਇੰਪੈਕਟ ਬਹੁਤ ਹੁੰਦੇ ਆ। ਤੇ ਜਿੱਥੇ ਆਪਾਂ ਇੱਡੀ ਵੱਡੀ ਯਾਤਰਾ ਤੇ ਨਿਕਲਣ ਲੱਗੇ ਆ, ਤੁਹਾਨੂੰ ਵੀ ਪਤਾ ਬਾਣੀ ਜੀ ਕਹੇ, ਖੰਡਿਓ ਤਿੱਖੀ ਤੇ ਵਾਲੋਂ ਨਿੱਕੀ, ਨਜਰ ਸਾਹਿਬ ਤੁੱਕ ਬੋਲ ਸਕਦੇ। ਹਾਂ, ਖੰਡਿਓ ਤਿੱਖੀ ਵਾਲੋਂ ਨਿੱਕੀ, ਇਹ ਤਮਾਰਗ ਜਾਣਾ। ਵੇਖ ਲੋ, ਇਹ ਕਹੀਂ ਉਹ ਕਹਿੰਦੇ ਖੰਡਿਓ ਤਿੱਖੀ ਹੈ ਤੇ ਵਾਲੋਂ ਨਿੱਕੀ ਹੈ, ਕਿਉਂਕਿ ਇਹ ਉਹਨਾਂ ਨੂੰ ਪਤਾ ਹੋਵੇ ਨੰਗੇ ਨਾ ਉਹ। ਆਪਾਂ ਲੋਕ ਸੋਚਦੇ ਆ ਉੱਥੇ ਪਾਠ ਪੜ੍ਹ ਲਿਆ 2-3 ਵਾਰੀ ਤੇ ਘਰੇ ਸਾਰਾ ਦਿਨ ਡਾਂਗ ਫੇਰੀ ਗਏ, ਉੱਥੇ ਬੈਂਕ 'ਚ ਗਏ ਤੇ ਉੱਥੇ ਜਾ ਕੇ ਲੋਕਾਂ ਦੇ ਪੈਸੇ ਚੋਰੀ ਕਰ ਲਏ, ਆਹ ਕਰ ਲਿਆ, ਉਲਟਾ ਪੁਲਟੇ ਕੰਮ ਕਰ ਲਏ। ਉਦਾਂ ਹੀ ਉਹ ਕਹਿੰਦੇ ਆ ਕਿ ਜਦੋਂ ਆਪਾਂ ਇਸ ਰਸਤੇ ਤੇ ਚੱਲਣਾ ਹੈ ਤੇ ਸਾਡਾ ਸਮਗਰ ਜਿਹੜਾ ਜੀਵਨ ਆ, ਔਰ ਬੜੀ ਆਨੰਦਮਈ ਯਾਤਰਾ ਵਾ, ਬਹੁਤ ਇੰਟਰਸਟਿੰਗ, ਲੋਸ ਨਹੀਂ ਹੈਗਾ, ਬਹੁਤ ਜ਼ਿਆਦਾ ਪ੍ਰੋਫਿਟ ਹੈ। ਜਦੋਂ ਅਸੀਂ ਸਹੀ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਸਾਰੀ ਕਾਇਨਾਤ ਸਾਡੀ ਮਦਦ ਕਰਨ ਲੱਗ ਜਾਂਦੀ, ਬਹੁਤ ਸਪੋਰਟ ਕਰਦੀ, ਕਿਉਂਕਿ ਪਰਮਾਤਮਾ ਵੀ ਹੀ ਚਾਹੁੰਦਾ ਵਾ ਕਿ ਸੱਚ ਪ੍ਰਗਟ ਹੋਵੇ। ਨਜਰ ਸਾਹਿਬ, ਜੇ ਪਰਮਾਤਮਾ ਹੀ ਨਾ ਸਪੋਰਟ ਕਰੂਗਾ ਤੇ ਨਜਰ ਸਾਹਿਬ ਕਿੱਦਾਂ ਸੱਚ ਆਊਗਾ ਬਾਹਰ? ਬਿਲਕੁਲ। ਪਰਮਾਤਮਾ ਚਾਹੁੰਦਾ ਕਿ ਮਾਇਆ ਜਿੱਤ ਜੇ? ਨਹੀਂ, ਮਾਇਆ ਦੀ ਲਿਮਟ ਹੈ, ਪਰ ਪਰਮਾਤਮਾ ਦੇ ਪਿਆਰ ਦੀ ਲਿਮਟ ਨਹੀਂ। ਤੁਸੀਂ ਅੱਜ ਸਹੁੰ ਖਾ ਲਓ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦੇਣਾ ਹੈ, ਬੇਸ਼ੱਕ ਤੁਹਾਡਾ ਚਰਿੱਤਰ ਸਹੀ ਨਹੀਂ ਹੈ, ਤੁਹਾਡੇ ਸੰਸਕਾਰ ਸਹੀ ਨਹੀਂ ਹੈ, ਪਰਮਾਤਮਾ ਫਿਰ ਇੱਕ ਕਲਾਸ ਦਿੰਦਾ ਵਾ। ਤੁਸੀਂ ਜਦੋਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰੋਗੇ, ਤੁਹਾਡੇ ਬੁਰੇ ਸੰਸਕਾਰ ਵੀ ਨਸ਼ਟ ਹੋ ਜਾਣਗੇ, ਗਰੰਟੀ। ਇਹ ਇੰਨੀ ਸ਼ਕਤੀ ਹੈ ਪਰਮਾਤਮਾ, ਇਹ ਫੈਕਟ ਹੈਗਾ। ਜਦੋਂ ਅਸੀਂ ਸਹੀ ਰਸਤੇ ਵੱਲ ਤੁਰ ਪੈਂਦੇ ਆ ਨਾ, ਤੇ ਸਾਡੇ ਮਗਰ ਕਾਂਟਾ ਮਾਰ ਦਿੰਦਾ ਉਹ, ਬਿਲਕੁਲ A to Z ਬੈਲੈਂਸ ਕਲੀਅਰ ਕਰਕੇ ਨਵੀਂ ਕਾਪੀ ਦੇ ਦਿੰਦਾ। ਕਿਉਂਕਿ ਅਸੀਂ ਇੱਕ ਨਵੇਂ ਬੱਚੇ ਨੂੰ ਉਹਦੀ ਪਰਵਰਿਸ਼ ਕਰਨਾ ਚਾਹੁੰਦੇ, ਜਿਹੜੀਆਂ ਗਲਤੀਆਂ ਹੀ ਕੀਤੀਆਂ ਅਸੀਂ ਚਾਹੁੰਦੇ। ਹੁਣ ਦੇਖੋ, ਹੁਣ ਆਪਾਂ ਆਮ ਹੀ ਬਜ਼ੁਰਗਾਂ ਨੂੰ ਕਹਿ ਦਿੰਦੇ ਆ ਕਿ ਬਈ ਬਜ਼ੁਰਗ ਕਹਿੰਦੇ 70, 80, 60 ਸਾਲ ਦੀ ਉਮਰ ਹੋ ਗਈ ਵੀ ਆਹ ਨਹੀਂ ਕਰਦੇ, ਜਦ ਕਿ ਉਹ ਆਪਣਾ ਜੀਵਨ ਤੇ ਭੁੱਲ ਹੀ ਜਾਂਦੇ ਆ। ਉਹਨਾਂ ਨੇ ਕੀ ਨਹੀਂ ਕੀਤਾ, ਉਹਨਾਂ ਨੇ ਵੀ ਇਸੇ ਥਰੂ ਗਏ ਹੁੰਦੇ ਆ, ਪਰ ਉਹ ਲੋੜ ਤੋਂ ਜ਼ਿਆਦਾ ਐਕਸਪੈਕਟ ਕਰਦੇ ਆ। ਇਸੇ ਕਰਕੇ ਤੇ ਉਹ ਜਨਰੇਸ਼ਨ ਗੈਪ ਪੈ ਜਾਂਦਾ, ਰੌਲਾ ਪੈਂਦਾ ਪੈਂਦਾ। ਜੇਕਰ ਉਹ ਵੀ 35-40 ਸਾਲ ਪਿੱਛੇ ਜਾਣ, ਸੇਮ ਪ੍ਰੋਸੈਸ ਦੇ ਵਿੱਚੋਂ ਉਹ ਵੀ ਲੰਘੇ ਹੁੰਦੇ ਆ, ਪਰ ਉਹ ਬੰਦਾ ਕੋਈ ਐਡਮਾਇਰ ਨਹੀਂ ਕਰਦਾ, ਕੋਈ ਬੰਦਾ ਨੂੰ ਐਕਸੈਪਟ ਨਹੀਂ ਕਰਦਾ। ਉਹਦੇ ਕਰਕੇ ਫਿਰ ਆਪਣੇ ਲੜਾਈਆਂ ਝਗੜੇ ਹੁੰਦੇ ਆ। ਔਰ ਕਈ ਚੀਜ਼ਾਂ ਜਿਹੜੀਆਂ ਆਪਾਂ ਬੱਚਿਆਂ ਨੂੰ ਸਮਝਾ ਸਕਦੇ ਹਾਂ, ਕਈ ਚੀਜ਼ਾਂ ਜਿਹੜੀਆਂ ਬੱਚਿਆਂ ਨੇ ਕਰਕੇ ਹੀ ਸਮਝਣੀਆਂ ਹੁੰਦੀਆਂ ਨੇ, ਉਹ ਵਕਤ ਹੀ ਉਹਨਾਂ ਨੂੰ ਸਿਖਾਉਂਦਾ ਹੈ। ਔਰ ਬਹੁਤ ਸਾਰੇ ਜਿਹੜੇ ਤੁਰਕਮ ਖਾਨ ਹੁੰਦੇ ਨੇ, ਵਕਤ ਉਹਨਾਂ ਨੂੰ ਸਮਝਾਉਂਦਾ ਹੈ। ਵਕਤ ਜਦੋਂ ਆਉਂਦਾ ਹੈ, ਵਕਤ ਇੱਕ ਬਹੁਤ ਵੱਡਾ ਟੀਚਰ ਹੈ, ਔਰ ਹਰ ਇੱਕ ਬੰਦੇ ਨੂੰ ਸਿਖਾਉਂਦਾ ਹੈ। ਕਈ ਸਬਕ ਜਿਹੜੇ ਆ ਜਿਹਨੂੰ ਮਾਂ ਬਾਪ ਹੀ ਨਹੀਂ ਸਿਖਾ ਸਕਦੇ, ਸਮਾਜ ਵੀ ਨਹੀਂ ਸਿਖਾਉਂਦਾ, ਉਹਨੂੰ ਫਿਰ ਵਕਤ ਸਿਖਾਉਂਦਾ। ਠੀਕ ਹੈ ਨਾ? ਜੈਸਾ ਕਥਾ ਤੇ ਆ ਜਾਈਏ। ਹਾਂਜੀ ਵੀਰ ਜੀ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਕਹਿੰਦੇ ਜਿਹੀ ਜੀ ਮਾਂ ਦੇ ਪੇਟ ਦੀ ਅੱਗ ਹੈਗੀ ਆ, ਮਾਂ ਦੇ ਪੇਟ ਦੀ ਅੱਗ ਹੈ, ਜਿਸ ਤਰ੍ਹਾਂ ਉਹਦੇ ਵਿੱਚ ਜੀਵ ਹੈਗਾ, ਔਰ ਜੀਵ ਜਿਹੜਾ ਹੈਗਾ ਮਾਲਕ ਪਰਮਾਤਮਾ ਮਿਹਰ ਕਰਦਾ ਹੈ, ਉਹ ਜੀਵ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਦਾ ਸਰੀਰ ਬਣ ਕੇ ਔਰ ਬਾਹਰ ਆਉਂਦਾ ਹੈ। ਉਸੇ ਤਰੀਕੇ ਦੇ ਨਾਲ ਬਾਹਰ ਜਿਹੜੀ ਹੈ ਮਾਇਆ ਹੈਗੀ ਆ, ਇਹ ਵੀ ਅੱਗ ਹੈਗੀ ਆ, ਮਾਇਆ ਦੀ ਅੱਗ। ਇਹ ਵੀ ਮਾਲਕ ਪਰਮਾਤਮਾ ਨੇ ਖੇਡ ਬਣਾਈ ਆ। ਇਹ ਸਵਾਦ, ਰਸ, ਕਸ, ਜੋ ਵੀ ਪਰਿਵਾਰ ਸਾਰਾ ਆਪਾਂ ਨੂੰ ਦਿੱਤਾ ਹੈ ਮਾਲਕ ਪਰਮਾਤਮਾ ਨੇ। ਇਹ ਰਚਨਾ ਕੀਤੀ ਹੈ ਮਾਲਕ ਪਰਮਾਤਮਾ ਨੇ, ਪਰਪਸਲੀ ਰਚਨਾ ਕੀਤੀ। ਆਪਾਂ ਨੇ ਇਹ ਖੇਡ ਨੂੰ ਜਿੱਤਣਾ ਹੈਗਾ। ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਦ ਉਹ ਮਾਲਕ ਦੀ ਮਰਜ਼ੀ ਹੋਈ ਤੇ ਆਪਾਂ ਨੂੰ ਮਨੁੱਖਾ ਜੂਨ ਮਿਲੀ, ਔਰ ਆਪਾਂ ਨੂੰ ਮਨੁੱਖਾ ਜੂਨ ਮਿਲ ਕੇ ਸਰੀਰ ਜਿਹੜਾ ਹੈਗਾ
ਜਿਹੜਾ ਹੈਗਾ ਕਿਸੇ ਨਹੀਂ ਤਾਂ ਕਈਆਂ ਦਾ ਤਾਂ ਕਈ ਸਰੀਰ ਦੇ ਗਰਭ ਦੇ ਵਿੱਚ ਹੀ ਗਰਭ ਗਲ ਜਾਂਦੇ ਆ, ਮਨੁੱਖ ਜੂਨ ਹਾਸਲ ਹੀ ਨਹੀਂ ਹੁੰਦੀ, ਬਾਹਰ ਹੀ ਨਹੀਂ ਆ ਪਾਉਂਦਾ। ਕਹਿੰਦੇ ਜਾਂ ਤਿਸ ਪਾਣਾ ਤਾਂ ਜੰਮਿਆ, ਮਾਲਕ ਦਾ ਪਾਣਾ ਹੋ ਗਿਆ, ਮਾਲਕ ਦੀ ਮਿਹਰ ਹੋ ਗਈ ਤੇ ਆਪਾਂ ਨੂੰ ਜਿਹੜਾ ਹੈਗਾ ਇਹ ਮੌਕਾ ਮਿਲ ਗਿਆ, ਇਸ ਸੰਸਾਰ ਦੇ ਵਿੱਚ ਆ ਗਏ। ਫਿਰ ਮਾਲਕ ਨੇ ਦੇਖ ਲਓ ਯਾਤਰਾ ਦੇ ਵਿੱਚ ਇੰਨਾ ਸੋਹਣਾ ਪਰਿਵਾਰ, ਸਾਰਾ ਸੁਵਿਧਾਵਾਂ ਦਿੱਤੀਆਂ ਆਪਾਂ ਨੂੰ, ਪਰਿਵਾਰ ਭਲਾ ਪਾਇਆ, ਇੰਨਾ ਭਲਾ ਸਾਰਾ ਆਪਾਂ ਨੂੰ ਮਾਲਕ ਫਿਰ ਜਿਹੜਾ ਖੁਸ਼ੀ ਦੇ ਵਿੱਚ ਰੱਖ ਰਿਹਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬਸ ਆਪਾਂ ਜਿਹੜਾ ਆਪਣਾ ਫਰਜ਼ ਭੁੱਲ ਜਾਂਦੇ ਆ, ਲਿਵ ਛੁੱਟ ਜਾਂਦੀ ਆ, ਤ੍ਰਿਸ਼ਨਾ ਲੱਗ ਜਾਂਦੀ ਆ, ਮਾਇਆ ਜਿਹੜੀ ਹੈਗੀ ਉਹਨੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਕਾਰਵਾਈ ਕਰ ਦਿੱਤੀ ਪਾਏ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਕਹਿੰਦੇ ਕਿ ਜਿੱਦਾਂ ਮਾਂ ਦੇ ਪੇਟ ਦੇ ਵਿੱਚ, ਗਰਭ ਦੇ ਵਿੱਚ ਅਗਨ ਆ, ਉਸੇ ਹੀ ਤਰ੍ਹਾਂ ਇਹ ਸੰਸਾਰ ਦੇ ਵਿੱਚ ਮਾਇਆ ਦੇ ਰੂਪ ਚ ਅਗਨ ਹੈ, ਮਾਇਆ ਰੂਪੀ ਅਗਨ। ਯਾਰ ਉਹ ਮਾਇਆ ਦਾ ਪਤਾ ਹੀ ਹੈ ਤੁਹਾਨੂੰ ਰੂਪ ਦਾ, ਆਪਣੇ ਗ੍ਰੰਥਾਂ 'ਚ ਜੋ ਲਿਖਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼। ਦਵੈਸ਼ ਦਾ ਮਤਲਬ ਹੈਗਾ ਈਰਖਾ, ਰਾਗ ਦਾ ਮਤਲਬ ਪਿਆਰ, ਲੋਭ ਤੋਂ ਜ਼ਿਆਦਾ ਪਿਆਰ, ਲਾਲਚ, ਅੰਨਾ ਪਿਆਰ। ਪਿਆਰ ਨਹੀਂ ਹੁੰਦਾ, ਅੰਨਾ ਪਿਆਰ ਨੇ ਜੈਸਾ, ਲੋੜ ਤੋਂ ਜ਼ਿਆਦਾ। ਜਦੋਂ ਬੰਦੇ ਨੂੰ ਰਾਗ ਹੋ ਜਾਂਦਾ ਨਾ, ਤੇ ਫਿਰ ਬੰਦੇ ਦੇ ਔਗਣ ਨਹੀਂ ਦਿਖਦੇ, ਉਹਦੀ ਬੁਰਾਈ ਵੀ ਬੰਦੇ ਨੂੰ ਚੰਗੀ ਲੱਗਦੀ। ਸਾਰੀ ਦੁਨੀਆ ਕਹਿੰਦੀ ਹੈ ਕਿ ਬੰਦਾ ਬੜਾ ਕਰੈਕਟਰਲੈਸ ਹੈ, ਪਰ ਜਿਹਨੂੰ ਰਾਗ ਹੋ ਗਿਆ ਉਹਦੇ ਲਈ ਉਹ ਬੰਦਾ ਦੇਵਤਾ ਹੈ। ਆਪ ਦਸਤ ਸੋਚੋ ਕਿੱਡਾ ਖਤਰਨਾਕ ਹੈ ਰਾਗ। ਰਾਗ ਦੇ ਵਿੱਚ ਆ ਕੇ ਇੱਕ ਬੰਦਾ, ਇੱਕ ਔਰਤ ਆਪਣਾ ਘਰ ਨਸ਼ਟ ਕਰ ਲੈਂਦੀ, ਐਡਾ ਖਤਰਨਾਕ। ਕੋਈ ਰਿਸ਼ਤਾ ਨਹੀਂ ਹੈਗਾ ਉਹਦੇ ਗਾੜੀ, ਕੋਈ ਧੀ ਪੁੱਤ ਨਹੀਂ ਹੈਗਾ, A to Z ਉਹਨੇ ਨਸ਼ਟ ਕਰ ਦੇਣਾ ਜਿਹੜਾ ਬੰਦਾ ਰਾਗ ਚ ਆ ਗਿਆ, ਐਡਾ ਚੰਡਾਲ। ਸੋ ਰਾਗ ਇਹਨਾਂ ਅੱਗਾਂ ਨੇ ਜੀਵ ਨੂੰ ਘੇਰਿਆ, ਪਰ ਜੀਵ ਇੱਥੇ ਬੈਠਾ ਹੈ। ਔਰ ਜੀਵ ਦੇ ਕੋਲ ਜਿਹੜਾ ਮਾਣਿਆ ਬੜਾ ਚੰਚਲ ਹੈ, ਬਹੁਤ ਚੰਚਲ। ਚਿੱਤ ਦੇ ਵਿੱਚ ਜਦੋਂ ਰਾਗ ਦਾ ਕੋਈ ਵਿਚਾਰ ਪ੍ਰਗਟ ਹੁੰਦਾ ਹੈ, ਇਹ ਛੋਟਾ ਜਿਹਾ ਬੱਚਾ ਜਿੱਦਾਂ ਮੇਲੇ 'ਚ ਜਾਈਦਾ ਨਾ, ਉਹ ਬੱਚਾ ਖਿਡੌਣੇ ਮੰਗਦਾ ਹੈ, ਇਹ ਰੇੜੀ ਤੋਂ ਮੈਨੂੰ ਸਮਾਨ ਚਾਹੀਦਾ, ਕਿਤੇ ਮੈਨੂੰ ਉਹ ਰੇੜੀ ਤੋਂ ਸਮਾਨ ਚਾਹੀਦਾ, ਉਹ ਬਸ ਲੇਟਾਂ ਮਾਰਦਾ ਨਾ। ਉਸੇ ਤਰ੍ਹਾਂ ਸਾਡਾ ਮਾਣੇ, ਇਹ ਮਾਣੇ ਤਾਂ ਹੀ ਕਰਦਾ। ਇਹ ਮਾਇਆ ਜਿਹੜੀ ਹੈ ਇਹ ਇਸੇ ਤਰ੍ਹਾਂ ਹੀ, ਇਹ ਪ੍ਰਕਿਰਤੀ ਦਾ ਨਿਯਮ, ਹੋਰ ਕਿੱਦਾਂ ਜੀਵ ਚੱਲੂ, ਇਸ ਜਗਤ ਚੱਲ ਨਹੀਂ ਸਕਦਾ। ਕੁਦਰਤ ਨੇ ਏਦਾਂ ਦੀ ਗੇਮ ਪਾਈ ਹੈ, ਔਰ ਇਹ ਗੇਮ ਜਿਹੜੀ ਆਪਾਂ ਨੂੰ ਗ੍ਰੰਥ ਸਮਝਾਉਂਦੇ ਨੇ, ਇਹ ਸਮਝਾ ਰਹੇ ਨੇ। ਮਾਇਆ ਦਾ ਮਤਲਬ ਇਹੋ ਹੀ ਕੁਛ ਮਾਇਆ ਹੈ। ਔਰ ਸਾਡਾ ਮਨ, ਸਾਡੀਆਂ ਇੰਦਰੀਆਂ ਜਿਹੜੀਆਂ ਨੇ ਬਹੁਤ ਚੰਚਲ, ਔਰ ਜਦੋਂ ਇਹ ਮਾਇਆ ਦੇ ਕੰਟੈਕਟ 'ਚ ਆਉਂਦੀਆਂ ਨੇ ਤੇ ਸਾਡੇ ਅੰਦਰ ਹਲਚਲ ਪੈਦਾ ਹੁੰਦੀ, ਸਾਡੇ ਚਿੱਤ 'ਚ ਹਲਚਲ ਪੈਦਾ ਹੁੰਦੀ ਹੈ। ਤੇ ਇਹ 'ਚ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਜਸਟ ਮੇਰੀ ਗੱਲ ਨੂੰ ਥੋੜਾ ਜਿਹਾ ਪੁਆਇੰਟ ਨੋਟ ਕਰਨਾ, ਤੁਸੀਂ ਇੱਕ ਚੀਜ਼ ਦੇਖੋਗੇ, ਕਈ ਵਾਰੀ ਬੱਚੇ ਬੜੇ ਸ਼ਰੀਫ ਹੁੰਦੇ ਆ, ਪਰ ਕਈ ਗਲਤ ਬੱਚਿਆਂ ਦੀ ਸੰਗਤ 'ਚ ਪੈਂਦੇ ਨੇ ਤੇ ਫਟਕ ਦੀ ਉਹ ਬਹੁਤ ਗੰਦੇ ਹੋ ਜਾਂਦੇ ਨੇ। ਬਿਲਕੁਲ, ਉਹ ਨੋਟਿਸ ਕਰਿਓ। ਤੇ ਕਈ ਵਾਰੀ ਤੁਹਾਡੇ ਬੱਚੇ ਢਿੱਲੇ ਜੇ ਹੋਣਗੇ, ਬਹੁਤੇ ਸ਼ਰੀਫ ਨਹੀਂ, ਪਰ ਸ਼ਰੀਫ ਬੱਚਿਆਂ ਦੀ ਸੰਗਤ ਜਾਣ ਕੇ ਸ਼ਰੀਫ ਹੋ ਜਾਣਗੇ। ਉਹਦਾ ਕਾਰਨ ਪਤਾ ਕੀ ਹੈ ਨਿੱਜਰ ਸਾਹਿਬ? ਸੰਸਕਾਰ ਜਿਹੜੇ ਚੰਗੇ ਤੇ ਮਾੜੇ ਇਕੱਠੇ ਆ ਨਾ ਅੰਦਰ। ਬਿਲਕੁਲ। ਕਈ ਵਾਰੀ ਮਾੜੇ ਪਹਿਲਾਂ ਪ੍ਰਗਟ ਹੋ ਜਾਂਦੇ, ਮਾੜੀ ਸੰਗਤ ਪ੍ਰਗਟ ਕਰ ਦਿੰਦੀ ਜੇ। ਇਹਦੇ ਗੁਰੂਕੁਲ ਬਣਾਏ ਸੀ ਨਾ, ਉਹਨਾਂ ਦਾ ਕਾਰਨ ਇਹੋ ਸੀ ਕਿ ਸੰਗਤ ਹੀ ਏਦਾਂ ਦੀ ਦਿੱਤੀ ਜਾਵੇ ਕਿ ਪਹਿਲਾਂ ਹੀ ਚੰਗੇ ਜਿਹੜੇ ਸੰਸਕਾਰ ਪ੍ਰਗਟ ਕਰ ਲਈਏ। ਜਿੱਦਾਂ ਘਰ ਤੇ ਆਪਾਂ ਕਬਜ਼ਾ ਕਰ ਲਈਏ, ਪਹਿਲਾਂ ਮੈਂ ਕਬਜ਼ਾ ਕੀਤਾ, ਭਾਵੇਂ ਤੁਹਾਡਾ ਘਰ ਆ, ਪਰ ਮੈਂ ਤੈਨੂੰ ਅੰਦਰ ਥੋੜੀ ਵੰਡ ਦੇਣਾ, ਮੈਂ ਤੇ ਕਬਜ਼ਾ ਕਰ ਲਿਆ ਉੱਤੇ। ਬਿਲਕੁਲ ਸਹੀ। ਤੁਸੀਂ ਕਹਿਣਾ ਵੀ ਚਰਨਜੀਤ ਸਾਡੇ ਕੋਲ ਰਜਿਸਟਰੀ ਹੈਗੀ ਆ, ਮੈਂ ਜਾ ਚੁੱਕੋ ਆਪਣੀ ਰਜਿਸਟਰੀ, ਭੱਜੋ ਇੱਥੋਂ 9 ਤੋਂ 11 ਵਜੇ ਜਾ ਕੋਰਟ 'ਚ ਜਾਓ। ਕੋਰਟ 'ਚ ਜਾ ਕੇ ਤੇ ਜੱਜ ਕੋਲ ਤੁਰੇ ਫਿਰੋਗੇ, ਤੁਹਾਡੀ ਸੁਣਵਾਈ ਨਹੀਂ ਛੇਤੀ ਹੋਣੀ, ਕਿਉਂਕਿ ਕਬਜ਼ਾ ਮੇਰਾ। ਬੇਸ਼ੱਕ ਮਾਲਕ ਤੁਸੀਂ ਜੋ, ਇਸੇ ਹੀ ਤਰ੍ਹਾਂ ਜਿਹੜਾ ਪਹਿਲਾਂ ਕਬਜ਼ਾ ਕਰ ਗਿਆ ਉਹੀ ਮਾਲਕ ਬਣ ਜਾਂਦਾ ਨਿੱਜਰ ਸਾਹਿਬ ਜੀਵ ਦਾ। ਬਹੁਤ ਵਧੀਆ ਜੀ। ਹਾਂ, ਔਰ ਜਦੋਂ ਚੰਗੀ ਸੰਗਤ ਮਿਲ ਜੇ, ਹੁਣ ਤੁਹਾਡੇ ਅੰਦਰ ਕੀ ਪੈਦਾ ਹੋ ਰਿਹਾ? ਸੰਗਤ ਹੀ ਚੇਂਜ ਕਰ ਰਹੇ ਹਾਂ ਆਪਾਂ ਤੁਹਾਡੀ। ਇਹ ਗੁਰੂਆਂ ਦੀ ਸੰਗਤ ਆਪਾਂ ਕਰ ਰਹੇ ਹਾਂ, ਉਹਨਾਂ ਦੀ ਬਾਣੀ ਦੀ ਸੰਗਤ ਕਰ ਰਹੇ ਹਾਂ। ਫਿਰ ਕਿਉਂ ਹੈ ਕਿ ਸਾਡੀ ਚਿੱਤ ਦੇ ਅੰਦਰ ਉਹ ਕਹਿਣ ਤੇ ਦੇ ਆ ਕਿ ਜਾਣਤ ਵੀ ਔਗਣ ਕਰੇ। ਉਹ ਜਾਣਦਾ ਵੀ ਆ ਆਪਾਂ ਕਿ ਇਹ ਧਰਮ ਆ, ਆ ਧਰਮ ਆ, ਆ ਧਰਮ ਆ। ਤੇ ਉਹਦਾ ਜਿਹੜਾ ਧਰਮ ਤੇ ਅਧਰਮ ਦੇ ਵਿੱਚ ਜਿਹੜਾ ਫਰਕ ਆ, ਉਹਦਾ ਗਿਆਨ ਸਾਨੂੰ ਬਾਣੀ ਕਰਾਉਂਦੀ ਆ। ਫਿਰ ਸਾਡੇ ਅੰਦਰ ਨਾ ਨਿਰਮਲ ਬਾਣੀ ਜੇ ਸਾਡੇ ਅੰਦਰ ਪ੍ਰਵੇਸ਼ ਕਰਦੀ ਆ, ਫਿਰ ਸਾਡੇ ਸੰਸਕਾਰਾਂ ਦੇ ਨਾਲ ਨਾ ਕੰਪੀਟੀਸ਼ਨ ਕਰਨ ਦੇ ਲਈ ਸਾਡੇ ਅੰਦਰ ਵਿਵੇਕ ਨੂੰ ਪ੍ਰਗਟ ਕਰਦੀ। ਸਾਡੇ ਕੋਲ ਇੱਕ ਬੜੀ ਬੜੀ ਪਾਵਰਫੁਲ ਚੀਜ਼ ਦਿੱਤੀ ਹੈ ਰੱਬ ਨੇ, ਉਹਨੂੰ ਕਹਿੰਦੇ ਵਿਵੇਕ ਬੁੱਧੀ। ਬਹੁਤ ਪਾਵਰਫੁਲ ਹੈ ਇਹ ਵਿਵੇਕ ਬੁੱਧੀ। ਇਹਨੇ ਗੁਰਮੁਖਾਂ ਦੀ ਸੰਗਤ ਕਰਨ ਤੋਂ ਬਾਅਦ ਹੀ ਬੰਦੇ ਨੂੰ ਮਿਲਦੀ, ਉਦਾਂ ਨਹੀਂ ਮਿਲਦੀ। ਨਾ ਇਹ ਕਿਤਾਬਾਂ 'ਚ ਹੈਗੀ ਹੈ, ਇਹ ਸੰਗਤ ਕਰਨੀ ਪੈਣੀ।
ਇਹ ਸੰਗਤ ਕਰਾਂਗੇ, ਇਹ ਵਿਵੇਕ ਸਾਡੇ ਅੰਦਰ ਪ੍ਰਗਟ ਹੋ ਜਾਂਦਾ। ਤੇ ਵਿਵੇਕ ਐਡਾ ਪਾਵਰਫੁਲ ਹੈ ਨਾ, ਇਹ ਸੰਸਕਾਰਾਂ ਨੂੰ ਵੀ ਕੱਟ ਦਿੰਦਾ ਨਿੱਜਾ ਸਾਹਿਬ। ਬਹੁਤ ਵਧੀਆ, ਬਹੁਤ ਪਾਵਰਫੁਲ ਹੈ। ਔਰ ਸਭ ਤੋਂ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਪਾਵਰਫੁਲ ਕਿਹੜੀ ਚੀਜ਼ ਆ? ਵਿਵੇਕ। ਵਿਵੇਕ ਬੁੱਧੀ ਆ ਬਾਣੀ ਚ ਪੜੋਗੇ ਨਾ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਊਗਾ ਤੀਜੇ ਬੁੱਧ ਵਿਵੇਕਾ। ਉਹ ਵਿਵੇਕ ਮਿਲਦਾ ਹੈ ਗੋਰਖੀ ਸਾਹਿਬ, ਜਿਆਦਾ ਆਪਾਂ ਸਿਰ ਦਿੰਨੇ ਆ ਗੁਰੂ ਨੂੰ ਤਾਂ ਮਿਲਦਾ ਵਿਵੇਕ। ਉਹੀ ਉਹ ਤੇ ਕਹਿੰਦੇ ਸਾਰੀ ਤੀਜੀ ਤੇ ਕਾਣ ਨਾ ਕੀਜੀਏ, ਸਿਰ ਦੇਣਾ ਪੈਂਦਾ, ਫਿਰ ਵਿਵੇਕ ਪ੍ਰਗਟ ਹੁੰਦਾ। ਔਰ ਵਿਵੇਕ ਬਹੁਤ ਪਾਵਰਫੁਲ ਹੈ। ਉਹਦੇ ਗੜੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼ ਇਹ ਕੁਝ ਵੀ ਨਹੀਂ ਅੱਗੇ ਟਿਕ ਸਕਦਾ। ਉਹ ਬੜਾ ਪਾਵਰਫੁਲ ਹੁੰਦਾ ਹੈ। ਉਹਦੇ ਗੜੀ ਖਲੋਣਾ ਆਸਾਨ ਨਹੀਂ ਹੈ, ਕਿਉਂਕਿ ਉਹ ਬ੍ਰਹਮ ਦੀ ਪਾਵਰ ਹੋਇਆ ਉਹ ਵਿਵੇਕ ਬੁੱਧੀ। ਵਰਤਮਾਨ ਕਾਲ ਦੇ ਵਿੱਚ ਬੰਦਾ ਆ ਕੇ ਬਹਿ ਜਾਂਦਾ, ਉਹਦੇ ਗੜੀ ਉਹ ਦੋਸ਼ ਪ੍ਰਗਟ ਕਰਨਾ ਬਹੁਤ ਔਖਾ ਹੈ। ਸੁਰਤੀ ਜਾਊਗੀ ਨਹੀਂ ਉੱਧਰ, ਉਹਦਾ ਮਨ ਵੀ ਨਹੀਂ ਉੱਧਰ ਜਾਂਦਾ। ਵਿਵੇਕ ਬੜੀ ਪਾਵਰਫੁਲ ਸ਼ਕਤੀ ਹੈ। ਹਾਂਜੀ ਨਜਰ ਸਾਹਿਬ, ਤੇ ਅਗਲੀ ਤੁਕ ਬੋਲੋ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਮਾਇਆ ਕੀ ਚੀਜ਼ ਹੈਗੀ ਆ? ਕਹਿੰਦੇ ਮਾਇਆ ਜਿਹੜੀ ਹੈਗੀ, ਮਾਇਆ ਕੋਈ ਵੀ ਤੇਰੀ ਐਕਸ਼ਨ ਹੈ, ਕੋਈ ਵੀ ਚੀਜ਼ ਜਿਹੜੀ ਹੈਗੀ ਜਿਹਨੂੰ ਦੇਖ ਕੇ ਤੇਰੇ ਅੰਦਰ ਮੋਹ ਪੈਦਾ ਹੋ ਗਿਆ, ਬਸ ਤੇਰੀ ਖਿੱਚ ਬਣ ਗਈ, ਤੇ ਸਮਝ ਲਾ ਪਈ ਭਾਈ ਆ ਮਾਇਆ ਹੈਗੀ ਆ। ਜਿਸ ਚੀਜ਼ ਨੂੰ, ਜਿਸ ਦੇ ਨਾਲ ਵੀ ਤੇਰੇ ਅੰਦਰ ਖਿੱਚ ਪੈਦਾ ਹੋ ਜਾਏ, ਮਾਲਕ ਵੱਲੋਂ ਜਿਹੜਾ ਹੈਗਾ ਤੇਰੀ ਲਿਵ ਛੁੱਟ ਜਾਏ, ਉਹ ਮਾਇਆ ਹੈਗੀ ਆ। ਇਹ ਮਾਇਆ ਜਿਤ ਹਰ ਵਿਸਰੈ, ਪਰਮਾਤਮਾ ਭੁੱਲ ਜਾਏ, ਮੋਹ ਉਪਜੈ ਭਾਉ ਦੂਜਾ ਲਾਇਆ। ਬਸ ਦੂਜਾ ਭਾਵ ਆ ਗਿਆ, ਡੁਐਲਿਟੀ ਦੇ ਨਾਲ ਹੈ। ਜਰਾ ਸਾਰਾ ਜੋ ਸੰਸਾਰ ਹੈ ਉਹ ਵੀ ਪਰਮਾਤਮਾ ਹੀ ਅੰਦਰ ਰੂਪ ਹੈ, ਪਰਮਾਤਮਾ ਨੇ ਆਪ ਬਣਾਇਆ ਹੋਇਆ, ਮਾਲਕ ਪਰਮਾਤਮਾ ਹੀ ਵਰਤ ਰਿਹਾ ਹੈ, ਪਰ ਉਹ ਛਾਲਿਆ ਧੋਖਾ ਹੈ, ਟਰੈਪ ਹੈਗੀ, ਸ਼ਕਤੀ ਦੇ ਨਾਲ ਪੈਦਾ ਕੀਤਾ ਹੋਇਆ ਹੈ। ਬਸ ਉਹਦੇ ਨਾਲ ਚਿੱਤ ਲਾ ਲਿਆ ਤੇ ਡੁਐਲਿਟੀ ਦੇ ਨਾਲ ਚਿੱਤ ਲੱਗ ਗਿਆ ਆਪਣਾ। ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਅਸਲੀ ਮਾਲਕ ਪਰਮਾਤਮਾ ਹੈਗਾ, ਉਹਦੇ ਨਾਲੋਂ ਆਪਾਂ ਟੁੱਟ ਗਏ, ਉਹਦੀ ਯਾਦ ਖਤਮ ਹੋ ਗਈ, ਉਹਦੇ ਨਾਲ ਲਿਵ ਆਪਣੀ ਛੁੱਟ ਗਈ, ਤ੍ਰਿਸ਼ਨਾ ਲੱਗ ਗਈ ਮਾਇਆ ਦੀ। ਮਾਇਆ ਨੇ ਜਿਹੜਾ ਹੈਗਾ ਕਬਜ਼ਾ ਕਰ ਲਿਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਦੇਖ ਲਾ ਪਿਆਰਿਆ, ਇਸ ਚੋਂ, ਇਸ ਮਾਇਆ ਤੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਹੈਗਾ, ਗੁਰੂ ਦੀ ਕਿਰਪਾ ਲੈਣੀ ਪਊਗੀ, ਗੁਰੂ ਨੂੰ ਸਿਰ ਦੇਣਾ ਪਊਗਾ, ਗੁਰੂ ਦੀ ਬੁੱਧੀ ਵਿਵੇਕ ਬੁੱਧੀ ਲੈਣੀ ਪਊਗੀ, ਗੁਰੂ ਦਾ ਪ੍ਰਸਾਦ ਲੈਣਾ ਪਊਗਾ। ਤਾਂ ਜਿਹੜਾ ਹੈਗਾ ਮਾਇਆ ਦੇ ਵਿੱਚ ਰਹਿੰਦੇ ਹੋਏ, ਮਾਇਆ ਨੂੰ ਭੋਗਦੇ ਹੋਏ, ਮਾਇਆ ਨੂੰ ਯੂਜ਼ ਕਰਦੇ ਹੋਏ ਜਿਹੜਾ ਹੈਗਾ ਇਹ ਖੇਡ ਚੋਂ ਬਾਹਰ ਨਿਕਲ ਜਾਏਗਾ, ਕਮਲ ਦੇ ਵੱਤ ਐਵੇਂ ਦਾ ਸੰਸਾਰ ਸਮੁੰਦਰ ਨੂੰ ਤਰ ਜਾਏਗਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਇਹ ਤੁਕ ਚ ਕਿੱਡਾ ਕਲੀਅਰ ਲਿਖਿਆ, ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ। ਇਹ ਮਾਇਆ ਇਤਨੀ ਮੁੱਕੀ ਹੈ, ਬਾਣੀ ਚ ਵੀ ਲਿਖਿਆ, ਇਹ ਮਾਇਆ ਮੋਹਣੀ ਬਿਨ ਦੰਤਾ ਜੱਗ ਖਾਇਆ। ਬਿਲਕੁਲ, ਇਹ ਦੰਦ ਨਹੀਂ ਹੈਗੇ, ਇਹਦੇ ਪਰ ਜੱਗ ਨੂੰ ਖਾ ਲੈਂਦੀ। ਕਹਿੰਦਾ ਹਰ ਵਿਸਰੇ, ਪਰਮਾਤਮਾ ਭੁਲਾ ਦਿੰਦੀ ਹੈ। ਮੋਹ ਉਪਜੇ, ਮੋਹ ਉਪਜੇ ਇੱਕ ਮੰਡਲ ਹੈਗਾ ਮੋਹ ਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮੰਡਲ ਹੈਗੇ। ਮੋਹ ਮੰਡਲ ਬਹੁਤ ਪਾਵਰਫੁਲ ਹੈ। ਭਾਉ ਦੂਜਾ ਲਾਇਆ, ਇਹ ਕੀ ਕਰਦੀ ਕਿ ਬੰਦੇ ਨੂੰ ਨਾ ਸੰਸਾਰ ਦੇ ਨਾਲ ਜੋੜ ਦਿੰਦੀ, ਮਨ ਨੂੰ ਬਾਹਰ ਮੁਖੀ ਕਰ ਦਿੰਦੀ ਹੈ, ਮਨ ਨੂੰ ਆਤਮਾ ਚੋਂ ਕੱਢ ਲੈਂਦੀ ਬਾਹਰ। ਜਿਹੜੀ ਤੁਹਾਡੀ ਸੁਰਤੀ ਹੈ ਨਾ, ਉਹਨੂੰ ਆਤਮਾ ਚੋਂ ਕੱਢ ਕੇ ਇਹ ਕਰਦੀ ਹੈ ਕਿ ਤੁਹਾਡਾ ਪਿੱਛਾ ਜਿਹੜਾ ਕਹਿੰਦੇ ਨਾ ਗੁਰਮੁਖ, ਗੁਰਮੁਖ ਦਾ ਮਤਲਬ ਜਿਹਦਾ ਮੁੱਖ ਗੁਰੂ ਵੱਲ ਹੈ, ਆਤਮਾ ਦੇ ਵੱਲ, ਇਹ ਕੀ ਕਰ ਦਿੰਦੀ, ਮਨਮੁਖ ਬਣਾ ਦਿੰਦੀ ਬੰਦੇ ਨੂੰ। ਬਿਲਕੁਲ, ਇਹ ਕਰਦੀ ਕਿ ਕਹਿੰਦੀ ਤੂੰ ਏਦਾਂ ਕਰ ਚਰਨਜੀਤ, ਯੂ ਟਰਨ ਮਾਰ ਤੇ ਤੇਰਾ ਮੂੰਹ ਜਿਹੜਾ ਅੰਦਰ ਨੂੰ ਬਾਹਰ ਨੂੰ ਕਰ ਲਾ, ਮਨ ਨੂੰ ਬਾਹਰ ਮੁਖੀ ਕਰ, ਕਿਉਂਕਿ ਬਾਹਰ ਮੁਖੀ ਤੇ ਮਨ ਦਾ ਅੰਦਰ ਮੁਖੀ ਹੋ ਗਿਆ ਤੇ ਮਨ ਨਸ਼ਟ ਹੋ ਜਾਣਾ। ਮਨ ਬਾਹਰ ਮੁਖੀ ਹੈ ਤੇ ਸੰਸਾਰ, ਮਾਇਆ ਦੇ ਨਾਲ ਪਿਆਰ। ਹੁਣ ਮਾਇਆ ਤੇ ਤੁਹਾਨੂੰ ਪਤਾ ਹੀ ਹੈ, ਮੇਲੇ ਵਿੱਚ ਬੱਚਾ ਗਿਆ ਵਾ, ਕਿਤੇ ਕਾਮ ਵੱਲ ਜਾਂਦਾ ਹੈ, ਕਿਤੇ ਕ੍ਰੋਧ ਵੱਲ, ਕਿਤੇ ਲੋਭ ਵੱਲ, ਕਿਤੇ ਮੋਹ ਵੱਲ, ਕਿਤੇ ਹੰਕਾਰ ਵੱਲ, ਕਿਤੇ ਰਾਗ ਕਰਦਾ ਹੈ, ਕਿਤੇ ਈਰਖਾ ਕਰਦਾ ਹੈ, ਕਿੱਦਾਂ ਲੋਕਾਂ ਤੋਂ ਨਫ਼ਰਤ ਕਰੀ ਜਾਂਦਾ ਹੈ, ਔਰ ਉਹ ਵੇਂਦਾ ਹੀ ਨਹੀਂ। ਔਰ ਇਹ ਦੇਖੋ ਇੰਨਾ ਐਡੀ ਖਤਰਨਾਕ ਚੀਜ਼ ਹੁੰਦੀ ਹੈ। ਇੱਕ ਬੰਦਾ, ਇੱਕ ਔਰਤ, ਦੋਨੋਂ ਹਸਬੈਂਡ ਵਾਈਫ ਨੇ, ਔਰ ਦੇਖ ਲਓ ਉਹ ਔਰੰਗਜ਼ੇਬ ਵਾਂਗੂ ਉਹ ਆਪਣੇ ਭਰਾ ਨੂੰ ਹੀ ਮਾਰ ਦਿੰਦਾ, ਹਨਾ, ਆਪਣੇ ਮਾਂ ਪਿਓ ਨੂੰ ਵੀ ਅੰਦਰ ਸੁੱਟ ਦਿੰਦਾ। ਉਹ ਦੇਖੋ ਬੁੱਧੀ ਕਿੱਦਾਂ ਬੰਦੇ ਦੀ ਹੋ ਜਾਂਦੀ ਹੈ। ਉਹ ਬੰਦਾ ਮਤਲਬ ਇਟ ਇਜ਼ ਟੋਟਲੀ ਡਿਫਰੈਂਟ ਪਰਸਨ, ਮਤਲਬ ਉਹ ਬੰਦੇ ਨੂੰ ਦਿਖਦਾ ਹੀ ਕੁਛ ਨਹੀਂ ਹੈ। ਮਾਇਆ ਐਡੀ ਪਾਵਰਫੁਲ ਹੈ, ਜਦੋਂ ਬੰਦੇ ਤੇ ਜ਼ੋਰ ਪਾਉਂਦੀ ਹੈ, ਉਹ ਔਰਤ ਜਾਂ ਮਰਦ ਆਪਣੇ ਪਤੀ ਨੂੰ, ਆਪਣੀ ਪਤਨੀ ਨੂੰ ਭੁੱਲ ਜਾਂਦਾ ਹੈ। ਬੰਦਾ ਉਹ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ।
ਐਸਾ ਉਹਦੀ ਪਾਵਰ ਹੈ। ਇਹ ਤੁਸੀਂ ਦੇਖੋ, ਉਹ ਜਦੋਂ ਬੰਦੇ ਨੂੰ ਫੜਦੀ ਹੈ ਨਾ ਤੇ ਬੰਦੇ ਨੂੰ ਅੰਨਾ ਕਰ ਦਿੰਦੀ। ਉਹ ਮਾਇਆ ਧਾਰੀ ਅੰਨਾ ਬੋਲਾ ਬਣ ਗਿਆ। ਅਤ ਅੰਨਾ ਬੋਲਾ ਮਾਇਆ, ਅਤ ਅੰਨਾ ਬੋਲਾ। ਮਾਇਆ ਇੰਨੀ ਪਾਵਰਫੁਲ, ਉਹ ਅੰਨਾ ਕਰ ਦਿੰਦੀ ਬੰਦੇ ਨੂੰ ਔਰ ਬੋਲਾ ਵੀ ਕਰ ਦਿੰਦੀ। ਲੋਕੀ ਕਹਿੰਦੇ ਆ, ਗ੍ਰੰਥ ਕਹਿੰਦੇ ਵੀ ਚਰਨਜੀਤ ਤੇ ਇਹ ਕੰਮ ਮਾੜਾ ਹੀ ਤੂੰ ਨਾ ਕਰੀ। ਉਹ ਕਹਿੰਦਾ ਮੈਂ ਨਹੀਂ ਸੁਣਦਾ ਪਿਆ, ਉਹੀ ਗੱਲ ਹੈ, ਮੈਂ ਜੋ ਕਰੂੰਗਾ ਜੋ ਮੇਰਾ। ਹਾਂ ਗੋਰਖੀ ਸਾਹਿਬ ਮਹਾਰਾਜ ਕਹਿੰਦੇ ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਤ ਰੋਲ ਕਚੌੜਾ। ਐਸਾ ਰੋਲ ਕਚੌੜਾ ਪੈਂਦੀ ਹੈ, ਸ਼ਬਦ ਨਹੀਂ ਸੁਣਦਾ, ਉਹ ਗੁਰੂ ਦੀ ਗੱਲ ਨਹੀਂ ਸੁਣਦਾ, ਬੰਦਾ ਬੋਲਾ ਕਰ ਦਿੰਦੀ ਹੈ ਉਹਨੂੰ ਮਾਇਆ। ਹਾਂ, ਔਰ ਤੁਹਾਨੂੰ ਪਤਾ ਹੈ ਫਿਰ ਜਦੋਂ ਤੁਸੀਂ ਮਾਂ ਪਿਓ ਨੇ ਆਪਣਾ ਪਹਿਲੀ ਗੱਲ ਪਤੀ ਪਤਨੀ ਨਹੀਂ ਬਰਾਬਰ ਬਣੇ, ਇੱਕ ਪਤਨੀ ਦਾ ਫਰਜ਼ ਨਹੀਂ ਨਿਭਾਇਆ, ਇੱਕ ਪਤੀ ਦਾ ਫਰਜ਼ ਨਹੀਂ ਨਿਭਾਇਆ, ਤੇ ਫਿਰ ਸਬਜ਼ੀ ਕਿੱਦਾਂ ਦੀ ਬਣਨੀ? ਉਹ ਨਹੀਂ ਜੇ ਤੁਹਾਡੀ ਕਿਸੇ ਨੇ ਸਬਜ਼ੀ ਖਾਣੀ। ਹੁਣ ਤੁਸੀਂ ਸਬਜ਼ੀ ਸਵਾਦ ਬਣਾਓਗੇ, ਤੁਸੀਂ ਛੋਟੇ ਬੱਚਿਆਂ ਨੂੰ ਟਿਫਨ ਪਾ ਕੇ ਦਓਗੇ ਨਾ, ਉੱਥੇ ਦੂਜੇ ਬੱਚੇ ਵੀ ਵੇਂਦੇ ਟੇਸਟ। ਉਹ ਕਹਿੰਦੇ ਆ, ਓਏ ਹਰਮਨ ਤੇਰੀ ਮੰਮੀ ਨੇ ਸੈਂਡਵਿਚ ਬਹੁਤ ਵਧੀਆ ਬਣਾਇਆ। ਲਾਈਕ ਕਰਦੇ ਨੇ ਜੇ ਸਭ ਚੰਗੀ ਸਬਜ਼ੀ ਖਾ ਕੇ। ਬਿਲਕੁਲ ਕਰਦੇ ਆ ਜੀ, ਬਿਲਕੁਲ। ਉਹ ਵੰਡਦੇ ਵੀ ਆ ਆਪਸ ਦੇ ਵਿੱਚ, ਡਿਸਪਿਊਟ ਕਰਦੇ ਆ। ਫਿਰ ਉਹ ਬੱਚੇ ਕਹਿੰਦੇ ਕਿ ਪਾਪਾ ਖਾਦੇ ਆ ਮੈਂ ਸਬਜ਼ੀ, ਤੇ ਮੈਂ 2 ਦਿਨ ਮੰਮੀ ਨੂੰ ਕਹਿੰਦਾ ਮੇਰੀ ਨਾਲ ਦੀ ਨੂੰ ਮਮਾ ਉਹ ਥੋੜੇ ਵੱਧ ਬਣਾ ਦਿਆ ਕਰੋ, ਬੱਚੇ ਖਾ ਲੈਂਦੇ। ਹਾਂ, ਸਾਡੀ ਗੁੜੀਆ ਵੀ ਕਹਿੰਦੀ ਹੁੰਦੀ ਸੀ, ਕਹਿੰਦੀ ਪਰੌਠੇ ਥੋੜੇ ਜਿਹੇ ਮਾਂ, ਥੋੜੇ ਜਿਹੇ 2-4 ਪਰੌਠੇ ਜ਼ਿਆਦਾ ਦੇ ਦਿਆ ਕਰ ਮੈਨੂੰ, ਉਹ ਖਾਦੇ ਜਾਂਦੇ ਆ। ਹਾਂ, ਤੇ ਇਸੇ ਤਰ੍ਹਾਂ ਜਿਹੜੇ ਬੱਚੇ ਨੇ, ਬੱਚੇ ਸਾਡੀ ਸਬਜ਼ੀ ਹੈ। ਜੇਕਰ ਸਬਜ਼ੀ ਬਰਾਬਰ ਬਣਾਵਾਂਗੇ, ਚੰਗੀ ਬਣਾਵਾਂਗੇ, ਤੇ ਉਹਦੇ ਲਾਗੇ ਜਿਹੜਾ ਵੀ ਉਹਦੇ ਲਾਗੇ ਆਊਗਾ, ਉਹਦੀ ਘਰ ਦੀ ਆਊ ਜਾਂ ਉਹਦੇ ਬੱਚੇ ਜਾਂ ਉਹਦੇ ਦੋਸਤ, ਉਹ ਕਹਿਣਗੇ ਕਿ ਇਹ ਬੱਚਾ ਕਿਹਦਾ ਵਾ। ਆਪਾਂ ਪੁੱਛਦੇ ਨਹੀਂ ਆ, ਪਿੰਡਾਂ 'ਚ ਕੋਈ ਬੱਚਾ ਆਊਗਾ, ਉਹ ਸੰਸਕਾਰੀ ਬੱਚਾ ਹੋਊਗਾ ਤੇ ਉਹਦਾ ਤਰੀਕਾ ਹੀ ਵੱਖਰਾ ਹੁੰਦਾ। ਤੇ ਆਪਾਂ ਪੁੱਛਦੇ ਆ ਵੀ ਇਹ ਕਿਹਦਾ ਬੱਚਾ? ਵੀ ਬੜੇ ਸੰਸਕਾਰ ਹੈਗੇ ਨੇ, ਇਹਨੂੰ ਬੋਲਣ ਦਾ, ਉੱਠਣ ਦਾ, ਕੱਪੜੇ ਪਾਉਣ ਦਾ ਸਲੀਕਾ ਬਹੁਤ ਹੈ। ਤੇ ਆਪਾਂ ਵੀ ਕਹਿ ਦਿੰਦੇ ਵੀ ਫਲਾਣੇ ਦੇ ਬੱਚੇ ਹੈਗੇ, ਤੇ ਉਹ ਫਿਰ ਉਹ ਕਹਿੰਦੇ ਵਾਹ ਵੀ ਵਾਹ, ਬੜਾ ਵਧੀਆ ਬੱਚੇ ਦੀ ਪਰਵਰਿਸ਼ ਕੀਤੀ ਹੈ ਯਾਰ। ਕਿਉਂ ਕੀਤੀ? ਕਿਉਂਕਿ ਸਬਜ਼ੀ ਵਧੀਆ ਬਣਾਈ ਹੈ। ਉਹਨਾਂ ਨੂੰ ਪਤਾ ਲੱਗ ਗਿਆ ਸਬਜ਼ੀ ਦੇ ਵਿੱਚ ਕੁਝ ਖਰਾਬ ਸਬਜ਼ੀ ਸੀ, ਉਹ ਕੱਢ ਕੇ ਬਾਹਰ ਸੁੱਟ ਦਿੱਤੀ। ਚੰਗੀ ਸਬਜ਼ੀ ਦੀ ਆਪਾਂ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਨੂੰ ਵੱਢਿਆ ਸਬਜ਼ੀ ਨੂੰ, ਆਲੂਆਂ ਨੂੰ, ਜੋ ਵੀ ਬਣਾਉਣੀ ਹੈ, ਫਿਰ ਉਹਦੇ ਵਿੱਚ ਮਿਸ਼ਰਣ ਪਾਇਆ, ਮਸਾਲੇ ਪਾਏ, ਹਲਦੀ ਪਾਈ, ਲੂਣ ਪਾਇਆ, ਸਾਰਾ ਕੰਟਰੋਲ 'ਚ ਫਿਰ ਮਿਹਨਤ ਕੀਤੀ ਆ। ਉਹ ਜਦ ਤੱਕ ਉਹ ਸਬਜ਼ੀ ਤਿਆਰ ਨਹੀਂ ਹੋ ਗਈ। ਹੁਣ 10-12 ਸਾਲ ਬੱਚੇ ਦੇ ਹੁੰਦੇ ਮਾਂ ਦੇ ਕੋਲ, ਤੇ ਜੇਕਰ ਮਾਂ ਆਪਣੇ ਚੱਕਰਾਂ 'ਚ ਫਿਰਦੀ ਆ ਜਾਂ ਪਿਓ ਆਪਣੇ ਚੱਕਰਾਂ 'ਚ ਫਿਰਦਾ ਵਾ, ਪਿਓ ਕਹਿੰਦਾ ਮੈਂ ਫੀਸਾਂ ਦਿੱਤੀਆਂ ਮੁੰਡਿਆਂ ਨੂੰ, ਪੜ੍ਹਨ ਨਾ ਪੜ੍ਹਨ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਮਾਂ ਵੀ ਕਵੇ ਕਿ ਮੈਂ ਤੇ ਮੋਬਾਇਲ ਤੇ ਲੱਗੀ ਆ, ਲੋਕਾਂ ਨਾਲ ਗੱਪਾਂ ਮਾਰ ਰਹੀਆਂ ਨੇ, ਤੇ ਫਿਰ ਉਹ ਸਬਜ਼ੀ ਕਿੱਦਾਂ ਦੀ ਬਣੂਗੀ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਸਬਜ਼ੀ ਜਿੰਨੇ ਵੀ ਖਾਣੀ ਤੇ ਤੁਹਾਨੂੰ ਹੀ ਗਾਲਾਂ ਪੈਣੀਆਂ। ਫਿਰ ਅਗਲੇ ਥੋੜੀ ਮੁੰਡੇ ਨੂੰ ਕਹਿੰਦੇ ਆ ਮੇਰੇ ਲਈ ਜੰਮਿਆ ਨਕਮਾ, ਅਗਲੇ ਨੇ ਤਾਂ ਤੁਹਾਨੂੰ ਹੀ ਗਾਲਾਂ ਪੈਣੀਆਂ, ਮਾਂ ਨੂੰ ਹੀ ਗਾਲਾਂ ਜਾਣੀਆਂ ਨੇ। ਉਹ ਕਹਿੰਦੇ ਚੋਰ ਨੂੰ ਨਾ ਕੁੱਟੋ, ਚੋਰ ਦੀ ਮਾਂ ਨੂੰ ਕੁੱਟੋ। ਮਤਲਬ ਇਹੋ ਹੀ ਆ ਕਿ ਜਿੱਦਾਂ ਦੀ ਸਬਜ਼ੀ ਕਿਸੇ ਨੇ ਬਣਾ ਕੇ ਸੰਸਾਰ 'ਚ ਦਿੱਤੀ ਹੈ, ਉਹ ਸੰਸਾਰ ਦੇ ਉੱਤੇ ਉਹਨੂੰ ਸ਼ੋਭਾ ਉਦਾਂ ਦੀ ਮਿਲਣੀ ਆ। ਹੁਣ ਤੁਸੀਂ ਚੰਗਾ ਰੋਟੀ ਬਣਾਓਗੇ ਤੇ ਤੁਹਾਨੂੰ ਕਹਿਣਾ ਬੜੀ ਵਧੀਆ ਸਬਜ਼ੀ ਬਣਾਈ। ਅਸਲ 'ਚ ਸਬਜ਼ੀ ਦੀ ਤਾਰੀਫ ਨਹੀਂ ਕੀਤੀ, ਤੁਹਾਡੀ ਤਾਰੀਫ ਆ। ਉਹ ਗੁਣੀ ਦੀ ਤਾਰੀਫ ਨਹੀਂ ਹੁੰਦੀ ਤੇ ਗੁਣਾ ਦੀ ਤਾਰੀਫ ਹੁੰਦੀ ਆ। ਹੁਣ ਆਮ ਦੇਖੋ, ਆਮ ਹੀ ਸੰਸਾਰ ਤੇ ਨਾ ਲੋਕੀ ਮਿਸ ਅੰਡਰਸਟੂਡ ਕਰਦਾ ਹੈ ਕਾਲਾ ਰੰਗ, ਗੋਰਾ ਰੰਗ। ਲੋਕੀ ਕਹਿੰਦੇ ਗੋਰਾ ਰੰਗ ਬੜਾ ਵਧੀਆ, ਉਹ ਗੋਰਾ ਰੰਗ 'ਚ ਕੋਈ ਖੂਬੀ ਨਹੀਂ ਹੁੰਦੀ। ਇਹ ਤੇ ਸਾਡੀ ਬੇਵਕੂਫੀ ਲੋਕਾਂ ਨੇ ਕਿ ਉਹ ਗੋਰੇ ਨੂੰ ਤਾਰੀਫ ਕਰ ਕਰਕੇ ਉਤੋਂ ਨਲਾਇਕ ਜਾਂ ਗੋਰਾ ਆਊਗਾ ਬਾਹਰੋਂ, ਪਤਾ ਉਹਨੂੰ ਮਾਂ ਦਾ ਸਿਰ ਨਹੀਂ ਹੋਊਗਾ। ਉਹ 2 ਅੰਗਰੇਜ਼ੀ ਦੇ ਅੱਖਰ ਬੋਲ ਦਿੰਦਾ, ਸਾਡੇ ਲੋਕ ਤਾਲੀਆਂ ਤੇ ਤਾਲੀਆਂ ਮਾਰੀ ਜਾਂਦੇ, ਗੋਰਾ ਆ ਗਿਆ, ਗੋਰਾ ਆ ਗਿਆ। ਉਹ ਬੇਵਕੂਫੀ ਵੀ ਕਰੂ, ਲੋਕੀ ਕਹਿੰਦੇ ਬੜਿਆ ਵਧੀਆ। ਉਹ ਬੰਦੇ ਦੇ ਗੁਣਾਂ ਦੀ ਗੱਲ ਹੁੰਦੀ ਹੈ। ਇਹ ਡਜ਼ਨਟ ਮੈਟਰ ਕਿ ਉਹਦਾ ਰੰਗ ਕਿੱਦਾਂ। ਰੱਬ ਤੇ ਨਾਲੇ ਰੱਬ ਵੀ ਤੇ ਕਾਲਾ ਵਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਰੱਬ ਬਲੈਕ ਹੈ ਨਿੱਜਰ ਸਾਹਿਬ। ਆਹੋ, ਇਹ ਨਾ ਸੋਚਿਆ ਕਰੋ ਕਿ ਰੱਬ ਗੋਰਾ ਨਹੀਂ ਜਾਏਗਾ। ਇਹ ਸਾਨੂੰ ਲੋਕਾਂ ਨੂੰ ਵਹਿਮ ਪਿਆ ਵਾ ਕਿ ਗੋਰੇ ਪਤਾ ਨਹੀਂ ਕੀ ਗੱਲ ਬਾਤ ਹੈ। ਰੱਬ ਕਾਲਾ, ਤੇ ਜੇ ਕਿਤੇ ਨਾਰਮਲ ਰੰਗ ਹੈ ਨਾ ਤਾਂ ਉਹ ਸਮਝ ਲਓ ਕਿ ਉਹਨੂੰ ਇਹ ਨਹੀਂ ਸੋਚਣਾ ਕਿ ਮੇਰਾ ਰੰਗ ਕਾਲਾ ਹੈ ਤੇ ਮੈਂ ਪਤਾ ਨਹੀਂ ਛੋਟਾ ਹੋ ਗਿਆ। ਇਹ ਲੋਕਾਂ ਦੀ ਬੇਵਕੂਫੀ ਹੈ। ਲੋਕਾਂ ਨੇ ਗੰਦ ਪਾ ਛੱਡਿਆ, ਲੋਕਾਂ ਨੇ ਗਲਤ ਪ੍ਰਚਾਰ ਕਰਦਾ ਹੈ ਜੋ ਤੂੰ ਏਦਾਂ ਵਾ ਤੇ ਤੂੰ ਓਦਾਂ। ਕੋਈ ਬੰਦਾ ਨਹੀਂ ਮਾੜਾ, ਹਰ ਇੱਕ ਆਪਾਂ ਇਨਸਾਨ ਹੈਗੇ ਆ, ਉਹ ਪਰਮਾਤਮਾ ਦੇ ਬੱਚੇ ਆ। ਔਰ ਸਾਡੇ 'ਚ ਵੀ ਉਨੀ ਕਾਬਲੀਅਤ ਆ। ਜਦੋਂ ਅਸੀਂ ਸੋਚਦੇ ਹਾਂ ਮੈਂ ਕਾਲਾ ਵਾਂ, ਮੈਂ ਨਿੱਕਾ, ਮੇਰੀ ਹਾਈਟ ਛੋਟੀ, ਮੇਰੀਆਂ ਅੱਖਾਂ ਮੋਟੀਆਂ ਜਾਂ ਜੇ ਉਹ, ਇਹ ਸਭ ਬਕਵਾਸ ਆ। ਇਹਨਾਂ ਚੀਜ਼ਾਂ ਨਾਲ ਧਿਆਨ ਦਿਓ। ਸਾਨੂੰ ਰੱਬ ਨੇ ਆਪਣਾ ਬੱਚਾ ਬਣਾ ਕੇ ਭੇਜਿਆ। ਮੈਂ ਕੋਈ ਗੁਰੂ ਨਾਨਕ ਬਣਨ ਵਾਸਤੇ ਨਹੀਂ ਆਇਆ, ਮੈਂ ਮਹਾਤਮਾ ਬੁੱਧ ਬਣਨ ਵਾਸਤੇ ਨਹੀਂ ਆਇਆ। ਮੈਂ ਚਰਨਜੀਤ ਬਣਾਂਗਾ। ਨਿੱਜਰ ਸਾਹਿਬ ਬਣਨਗੇ। ਜੋ ਤੁਸੀਂ ਉਹੀ ਬਣੋਗੇ ਜੋ ਤੁਹਾਨੂੰ ਰੱਬ ਨੇ ਬਣਨ ਵਾਸਤੇ ਬਣਾਇਆ। ਪਰਮਾਤਮਾ ਕਾਪੀ ਨਹੀਂ ਬਣਾਉਂਦਾ, ਇੱਕੋ ਪੀਸ ਬਣਾਉਂਦਾ ਹੈ।
ਔਰ ਜੋ ਵੀ ਸਾਨੂੰ ਦਿੱਤਾ ਹੈ ਰੱਬ ਨੇ, ਅਸੀਂ ਉਹੀ ਬਣਨਾ ਹੈ। ਅਸੀਂ ਕੁਝ ਹੋਰ ਬਣਨ ਵਾਸਤੇ ਆਏ ਨਹੀਂ ਹੈ। ਔਰ ਇਸੇ ਕਰਕੇ ਦੁਨੀਆ ਫੇਲ ਹੋ ਰਹੀ ਹੈ, ਕਿਉਂਕਿ ਉਸ ਤੋਂ ਬਾਅਦ ਕੀ ਕਰਦੀ ਦੁਨੀਆ, ਉਹ ਕਈ ਲੋਕ ਕ੍ਰਿਸ਼ਨ ਬਣਨ ਦੀ ਕੋਸ਼ਿਸ਼ ਕਰਦੇ ਆ, ਕੋਈ ਰਾਮ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਆਪਣੇ ਗੁਰੂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਨਹੀਂ ਬਣ ਸਕਦਾ। ਪਰਮਾਤਮਾ ਨੇ ਇੱਕ ਰੇਤਾ ਦੇ ਕਣ ਵਰਗਾ ਦੂਜਾ ਕਣ ਨਹੀਂ ਬਣਾਇਆ। ਸਾਡੀ ਖੂਬਸੂਰਤੀ ਉਹ ਤੇ ਆ ਜੋ ਅਸੀਂ ਹਾਂ, ਅਸੀਂ ਉਹਨੂੰ ਪ੍ਰਗਟ ਕਰੀਏ। ਔਰ ਅਸੀਂ ਬ੍ਰਹਮ ਬਣਨ ਵਾਸਤੇ ਆਏ ਹਾਂ। ਸਾਰੇ ਆਪਾਂ ਬ੍ਰਹਮ ਹੈਗੇ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਭਾਈ ਗੁਰੂ ਜਿਹੜਾ ਹੈਗਾ, ਬ੍ਰਹਮ ਗਿਆਨ ਜਿਹੜਾ ਹੈਗਾ, ਬ੍ਰਹਮ ਗਿਆਨੀ ਜਿਹੜੇ ਹੈਗੇ ਆ, ਉਹਨਾਂ ਦਾ ਪ੍ਰਸਾਦ ਲੈਣਾ ਜ਼ਰੂਰੀ ਹੈਗਾ। ਉਹਨਾਂ ਦੇ ਦੁਆਰਾ ਹੀ ਲਿਵ ਲੱਗਣੀ ਆ, ਤਾਂ ਹੀ ਜਿਹੜੀ ਹੈਗੀ ਹੈ ਮਾਇਆ ਜਿਹੜੀ ਹੈਗੀ ਆ, ਇਹਨੂੰ ਆਪਾਂ ਜਿੱਤ ਪਾਵਾਂਗੇ। ਮਾਇਆ ਦੇ ਵਿੱਚ ਹੀ ਮਾਲਕ ਪਰਮਾਤਮਾ ਹੈਗਾ। ਬਸ ਤਾਂ ਜਿਹੜੇ ਹੈਗੇ ਗੁਰੂ ਆਪਣੀ ਲਿਵ ਲਗਾ ਦੇਗਾ ਪਰਮਾਤਮਾ ਦੇ ਨਾਲ, ਤੇ ਤਾਂ ਜਿਹੜੀ ਇਹ ਮਾਇਆ ਛੱਡਦੀ ਆ। ਕਿਉਂਕਿ ਮਾਇਆ ਬਣਾਉਣ ਵਾਲਾ, ਮਾਇਆ ਨੂੰ ਲਾਉਣ ਵਾਲਾ ਜਿਹੜਾ ਹੈਗਾ, ਇਹ ਤਾਂ ਸ਼ਿਕਾਰੀ ਕੁੱਤੇ ਹੈ। ਕਾਮ ਕ੍ਰੋਧ ਲੋਭ ਹੰਕਾਰ, ਇਹ ਤਾਂ ਮਾਲਕ ਦੇ ਕੁੱਤੇ ਹੈਗੇ ਆ। ਇਹ ਕਿਵੇਂ ਮਾਲਕ ਤੋਂ ਬਗੈਰ ਮਾਲਕ ਤੋਂ ਜਿਹੜੇ ਹੈਗੇ ਕਿਸੇ ਹੋਰ ਦਾ ਆਰਡਰ ਮੰਨ ਲੈਣਗੇ? ਭਾਈ ਮਾਲਕ ਨੇ ਲਾਏ ਆ, ਮਾਲਕ ਨੇ ਛਡਾਉਣੇ ਹੈਗੇ ਆ। ਹੁਣ ਅਗਲਾ ਜਿਹੜਾ ਹੈਗਾ ਅੰਕ ਆ ਗਿਆ, ਇਹ ਪੂਰਾ ਦਾ ਪੂਰਾ ਇਸ ਦੇ ਉੱਤੇ ਭਾਈ ਬਹੁਤ ਹੀ ਕੀਮਤੀ ਹੈਗਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਕਹਿੰਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਅਮੁੱਲ ਹੈਗਾ ਭਾਈ। ਕੋਈ ਮੁੱਲ, ਕੋਈ ਦੁਨੀਆ ਦਾ ਪਦਾਰਥ ਕੁਛ ਵੀ ਦੇਖ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨਹੀਂ ਮਿਲਦਾ, ਭਾਵੇਂ ਆਪਣੇ ਆਪ ਨੂੰ ਕੁਰਬਾਨ ਕਰਦੇ ਨਹੀਂ ਮਿਲਦਾ। ਹਰ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਵਿਲਾਏ। ਕਹਿੰਦੇ ਕਿਸੇ ਕੋਲੋਂ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਬਥੇਰੇ ਜਿਹੜੇ ਹੈਗੇ ਵਿਲਾ ਕੇ ਚਲੇ ਗਏ, ਬਥੇਰੇ ਜਿਹੜੇ ਹੈਗੇ ਕਰਮ ਕਾਂਡ ਕਰਕੇ ਚਲੇ ਗਏ, ਕੋਸ਼ਿਸ਼ ਕਰਕੇ ਚਲੇ ਗਏ। ਫਿਰ ਪਰਮਾਤਮਾ ਕਿਵੇਂ ਮਿਲਦਾ ਹੈ ਜੀ? ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਇਸ ਤਰ੍ਹਾਂ ਮਿਲਦਾ ਹੈ ਭਾਈ। ਕੋਈ ਬ੍ਰਹਮ ਗਿਆਨੀ ਚਾਹੀਦਾ, ਕੋਈ ਸਤਿਗੁਰੂ ਚਾਹੀਦਾ, ਬ੍ਰਹਮ ਗਿਆਨ ਚਾਹੀਦਾ, ਜਿਹਨੂੰ ਆਪਣਾ ਸਿਰ ਦੇ ਦਈਏ, ਆਪਣੀ ਮੱਤ ਦੇ ਦਈਏ ਔਰ ਬ੍ਰਹਮ ਗਿਆਨ ਨੂੰ ਆਪਣੇ ਅੰਦਰ ਲੈ ਲਈਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਤਾਂ ਜਿਹੜੀ ਆਪਣੇ ਆਪ ਆਪਣੀ ਹਉਮੈ ਜਾਂਦੀ ਆ। ਕੰਡੀਸ਼ਨ ਹੈਗੀ ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ। ਬਸ ਕਹਿੰਦੇ ਜਿਸ ਮਾਲਕ ਪਰਮਾਤਮਾ ਦਾ ਤੂੰ ਹੈਗਾ ਆ, ਤੇਰਾ ਜਿਉ, ਤੇਰਾ ਮਨ, ਤੇਰੀ ਚਿੱਤ ਬੁੱਧੀ, ਸਾਰਾ ਕੁਛ ਜਿਹਦਾ ਹੈਗਾ, ਉਹਨੂੰ ਮਾਲਕ ਨੂੰ ਉਹਦੇ ਨਾਲ ਮਿਲ। ਜਿਸ ਦਾ ਜਿਉ ਤਿਸ ਮਿਲ ਰਿਹਾ, ਉਸ ਮਾਲਕ ਦੇ ਨਾਲ, ਉਹਦੀ ਸ਼ਰਨ ਦੇ ਵਿੱਚ ਜਾ। ਬਸ ਆਹ ਚੀਜ਼ ਚਾਹੀਦੀ ਆ। ਮਾਲਕ ਕਹਿੰਦਾ ਆ ਮੇਰੇ ਕੋਲ, ਮੇਰੇ ਮਾਲਕ ਦੀ ਸ਼ਰਨ ਦੇ ਵਿੱਚ ਚਲੇ ਜਾਈਏ। ਮਾਲਕਾ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ, ਤੇ ਮਾਲਕ ਆਪਣੇ ਆਪ ਹੀ ਆ ਜਾਂਦਾ। ਇਹ ਮਾਇਆ ਮੋਇਆ ਜਿਹੜੀ ਹੈਗੀ ਆਪਣੇ ਆਪ ਹੀ ਪਾਸੇ ਹੋ ਜਾਂਦੀ। ਜਦ ਆਪਾਂ ਜਿਹਦੀ ਮਾਇਆ ਹੈਗੀ ਉਹਦੇ ਵੱਲ, ਜਦ ਆਪਾਂ ਉਹਦੀ ਸ਼ਰਨ 'ਚ ਚਲੇ ਗਏ, ਤੇ ਕੁੱਤੇ ਜਿਹੜੇ ਹੈਗੇ ਕਿਵੇਂ ਜਿਹੜੇ ਹੈਗੇ ਉਹਦੇ ਉੱਤੇ ਅਟੈਕ ਕਰ ਸਕਦੇ ਆ। ਜਿਸ ਦਾ ਜਿਉ ਤਿਸ ਮਿਲ ਰਿਹਾ ਹਰ ਵਸੇ ਮਨ ਆਏ। ਮਾਲਕ ਪਰਮਾਤਮਾ ਆਟੋਮੈਟਿਕਲੀ ਪ੍ਰਗਟ ਹੋ ਜਾਂਦਾ ਹੈ। ਹਰ ਆਪ ਮੁਲਕ ਹੈ, ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਮਾਲਕ ਪਰਮਾਤਮਾ ਅਮੁੱਲ ਹੈਗਾ, ਪਰ ਜਿਹੜੇ ਗੁਰੂ ਦੇ ਦੁਆਰਾ ਜਿਹੜੇ ਹੈਗੇ ਉਸ ਮਾਲਕ ਦੇ ਸ਼ਰਨ ਦੇ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਉਹ ਮਾਲਕ ਪਰਮਾਤਮਾ ਉਹਨਾਂ ਦੇ ਪੱਲੇ ਪੈ ਜਾਂਦਾ ਹੈ, ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ, ਉਹਨਾਂ ਦੇ ਹਿਰਦੇ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪਹਿਲੀ ਤੁਕ ਬੋਲੋ। ਹਾਂ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਾਏ। ਹਾਂਜੀ ਠੀਕ ਕਹਿੰਦੇ ਕਿ ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਵਿਲਾਏ। ਕਹਿੰਦੇ ਉਹ ਬੜੀ ਕੀਮਤੀ ਚੀਜ਼ ਹੈ। ਉਹ ਹਰ ਦਾ ਮਤਲਬ ਪਾਰ ਬ੍ਰਹਮ। ਉਹਦੀ ਕੋਈ ਕੀਮਤ ਨਹੀਂ ਹੈ ਜਿਹਦੇ ਨਾਲ ਕੀਮਤ ਪੇ ਕਰਕੇ ਉਹਨੂੰ ਜਾਣ ਲਿਆ ਜਾਵੇ, ਉਹਨੂੰ ਦੇਖ ਲਿਆ ਜਾਵੇ। ਨਿੱਜਰ ਸਾਹਿਬ ਇਹੀ ਮਤਲਬ ਹੈ ਨਾ? ਬਿਲਕੁਲ ਬਿਲਕੁਲ ਇਹੀ ਮਤਲਬ ਹੈ। ਹਾਂ, ਕੋਈ ਚੀਜ਼ ਨਹੀਂ ਹੈਗੀ ਆਪਣੇ ਕੋਲ ਉਹਨੂੰ ਜਾਣਨ ਵਾਸਤੇ। ਉਹ ਨਾ ਸਾਡਾ ਕੋਈ ਕਰਮ ਏਦਾਂ ਦਾ ਹੈਗਾ ਕਹੀਂ ਕਰ ਲਈਏ ਤੇ ਉਹ ਸਾਨੂੰ ਉਹਦਾ ਗਿਆਨ ਹੋ ਜਾਏ। ਤੇ ਉਹ ਸੋ ਕੋਈ ਵਸਤੂ ਨਹੀਂ ਹੈਗੀ ਸਾਡੇ ਕੋਲ। ਜਿੱਦਾਂ ਕੋਈ ਸੌਦਾ ਖਰੀਦਦੇ ਨਾ, ਆਪਾਂ ਗਰੋਸਰੀ ਸਟੋਰ ਤੇ ਜਾਂਦੇ ਹਾਂ ਤਾਂ ਆਪਾਂ ਪੈਸੇ ਦੇ ਕੇ ਚੀਜ਼ ਖਰੀਦ ਲੈਂਦੇ ਹਾਂ, ਪਰ ਕਹਿੰਦੇ ਕਿ ਪਰਮਾਤਮਾ ਇੱਕ ਏਦਾਂ ਦੀ ਵਸਤੂ ਆ ਜਾਂ
ਉਹਦੀ ਕੀਮਤ ਕੀ ਹੈ, ਕੋਈ ਏਦਾਂ ਦਾ ਸੌਦਾ ਨਹੀਂ ਹੈਗਾ ਦੇ ਕੇ ਤੁਹਾਨੂੰ ਲੈ ਲਈਏ। ਤੇ ਅੱਗੇ ਕਹਿ ਰਹੇ ਨੇ, ਅੱਗੇ ਨਿਜਰ ਸਾਹਿਬ, ਐਸਾ ਸਤਿਗੁਰ ਜੇ ਮਿਲੇ, ਹਾਂਜੀ, ਐਸਾ ਸਤਿਗੁਰ ਜੇ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਐਵੇਂ ਦਾ ਐਵੇਂ ਮਿਲਦਾ ਹੈ ਮਾਲਕ ਪਰਮਾਤਮਾ। ਕੋਈ ਬ੍ਰਹਮ ਗਿਆਨੀ, ਕੋਈ ਜਿਹੜਾ ਬ੍ਰਹਮ ਗਿਆਨ ਮਿਲ ਜਾਏ, ਕੋਈ ਗੁਰੂ ਮਿਲ ਜਾਏ, ਸਤਿਗੁਰੂ ਮਿਲ ਜਾਏ, ਕਹਿੰਦੇ ਉਹਦੇ ਨਾਲ ਕੀ ਹੋਊਗਾ, ਉਹਨੂੰ ਸਿਰ ਦੇ ਦਿਓ ਆਪਣਾ, ਉਹਦੀ ਮੱਤ ਲੈ ਲਓ, ਵਿਵੇਕ ਬੁੱਧੀ ਲੈ ਲਓ, ਤੇ ਤਾਂ ਤੁਹਾਡੀ ਹਉਮੈ ਚਲੀ ਜਾਏਗੀ, ਤਾਂ ਉਹ ਮਾਲਕ ਪਰਮਾਤਮਾ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ। ਹਾਂ ਬਿਲਕੁਲ ਸਹੀ ਹੈ। ਐਸਾ ਸਤਿਗੁਰ ਜੇ ਮਿਲੇ ਇਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਆਪ ਦਾ ਮਤਲਬ ਹਉਮੈ, ਹਉਮੈ ਦਾ ਮਤਲਬ ਇਹੋ ਹੀ ਹੈ। ਹੁਣ ਆ ਜਿਹੜਾ ਆਪਾਂ ਕੰਮ ਕਰਦੇ ਹਾਂ, ਜਾਂ ਕੋਈ ਚੋਰੀ ਕਰਦਾ ਹੈ, ਕੋਈ ਝੂਠ ਬੋਲਦਾ ਹੈ, ਈਰਖਾ ਕਰਦਾ ਹੈ, ਨਫ਼ਰਤ ਕਰਦਾ ਹੈ, ਇਹ ਜਾਂ ਧੋਖਾ ਦਿੰਦਾ ਹੈ, ਜਾਂ ਠੱਗੀ ਮਾਰਦਾ ਹੈ, ਜਾਂ ਕੋਈ ਚਰਿੱਤਰਹੀਣ ਹੈ, ਇਹ ਜੇ ਕੋਈ ਸੋਚੀਏ ਨਾ, ਅਸੀਂ ਆਪਣੀ ਮਰਜ਼ੀ ਨਾਲ ਇਹਨਾਂ ਚੀਜ਼ਾਂ ਨੂੰ ਰੋਕ ਲਈਏ, ਇਹ ਨਹੀਂ ਖਤਮ ਹੁੰਦੀਆਂ, ਕਿਉਂਕਿ ਚਿੱਤ ਦੇ ਵਿੱਚੋਂ ਆ ਰਹੀਆਂ ਨੇ, ਚਿੱਤ ਦੇ ਵਿੱਚੋਂ ਪ੍ਰਗਟ ਹੋ ਰਹੀਆਂ ਨੇ, ਕਿਉਂਕਿ ਮਨ ਬਾਹਰ ਮੁੱਕੀ ਹੈ। ਉੱਤੇ ਲਿਵ ਲਾਏ। ਲਿਵ ਦਾ ਮਤਲਬ ਜਦੋਂ ਆਪਾਂ ਸੁਰਤੀ ਆਪਣੀ ਨੂੰ ਅੰਤਰਾਕਰਨ ਚ ਸਥਿਰ ਕਰ ਦਿੰਦੇ ਹਾਂ ਤੇ ਮਨ ਕਹਿੰਦਾ ਹੌਲੀ ਹੌਲੀ ਕਰਕੇ ਨਸ਼ਟ ਹੋ ਜਾਂਦਾ ਹੈ। ਔਰ ਨਸ਼ਟ ਹੋਣ ਦੇ ਲਈ ਉਹ ਸੰਗਤ ਕਰਨੀ ਪੈਂਦੀ ਹੈ ਗੁਰਮੁਖਾਂ ਦੀ। ਹੌਲੀ ਹੌਲੀ ਸੰਗਤ ਕੀ ਕਰਦੀ ਆ, ਸਧਾਰਨ ਬੁੱਧੀ ਦੇ ਵਿੱਚ ਨਾ, ਉਹ ਜਿੱਦਾਂ ਇੱਕ ਤੁਸੀਂ ਵੇਖਿਆ ਹੋਣਾ, ਤੁਸੀਂ ਕੋਸ਼ਿਸ਼ ਵੀ ਕਰਿਓ, ਇੱਕ ਗੰਦੇ ਪਾਣੀ ਦੀ ਬਾਲਟੀ ਰੱਖ ਦੇ ਟੂਟੀ ਦੇ ਥੱਲੇ, ਥੋੜੀ ਟੂਟੀ ਚਾਲੂ ਕਰ ਦੋ, ਉਹ ਟੂਟੀ ਚਾਲੂ ਕਰਦੀ, ਉਹ ਪਾਣੀ ਦੀ ਨਿਰਮਲ ਧਾਰਾ ਦੇ ਵਿੱਚ ਪੈਣਾ, ਬਾਲਟੀ ਦੇ ਵਿੱਚ ਹੌਲੀ ਹੌਲੀ ਕਰਕੇ ਸਾਰੀ ਗੰਦਗੀ ਨੂੰ ਨਾਲ ਲੈ ਜਾਣਾ, ਔਰ ਬਾਲਟੀ ਨੂੰ ਪਤਾ ਵੀ ਨਹੀਂ ਲੱਗਣਾ। ਔਰ ਜਦੋਂ ਬਾਲਟੀ ਦਾ ਪਾਣੀ ਨਿਰਮਲ ਹੋ ਗਿਆ ਤੇ ਸੱਚ ਦਿਖਣ ਡਿਆ ਪੈਣਾ, ਤਾਂ ਸੱਚ ਲਿਵ ਲੱਗ ਜਾਣੀ ਹੈ। ਲਿਵ ਲੱਗ ਜਾਣੀ ਮਤਲਬ ਹੁਣ ਗੰਦ ਹੀ ਨਹੀਂ ਹੈਗਾ, ਨਿਰਮਲ ਜਲਿਆ। ਔਰ ਉਹ ਫਿਰ ਕਹਿੰਦੇ ਆ ਪਾਛੇ ਲੱਗੇ ਫਿਰੇ ਹਰ ਫਿਰੇ, ਕਹਿਤ ਕਬੀਰ ਕਬੀਰ, ਉਹ ਫਿਰ ਹਰ ਪਿੱਛੇ ਲੱਗਾ ਫਿਰਦਾ, ਉਹ ਕਬੀਰ ਕਬੀਰ ਕਹਿੰਦਾ। ਕਬੀਰ ਤੇ ਸਾਡੇ ਚ ਭੇਦ ਕੋਈ ਨਹੀਂ ਰਹਿ ਗਿਆ, ਉਹ ਵੀ ਤੇ ਬ੍ਰਹਮ ਚ ਹੋ ਗਏ ਨੇ, ਕਬੀਰ ਜੀ ਬ੍ਰਹਮ ਹੋ ਗਏ। ਉਸੇ ਤਰ੍ਹਾਂ ਹੀ ਵੀ ਜਦੋਂ ਬ੍ਰਹਮ ਹੋ ਜਾਣੇ ਤੇ ਫਿਰ ਕਬੀਰ ਬ੍ਰਹਮ, ਸਾਡੇ ਚ ਤੇ ਬ੍ਰਹਮ ਚ ਕੋਈ ਭੇਦ ਹੀ ਨਹੀਂ ਰਹਿ ਜਾਣਾ। ਮਾਇਆ ਤੇ ਹੈ ਹੀ ਕੋਈ ਨਾ, ਬ੍ਰਹਮ ਚ ਥੋੜੀ ਮਾਇਆ ਹੈਗੀ ਆ, ਮਾਇਆ ਪ੍ਰਕਿਰਤੀ ਚ ਆ। ਔਰ ਜਦ ਤੱਕ ਸਾਡੀ ਸੁਰਤੀ ਪ੍ਰਕਿਰਤੀ ਚ ਆ, ਉਹਨਾਂ ਚਿਰ ਤੱਕ ਅਸੀਂ ਇੱਥੇ ਪ੍ਰਕਿਰਤੀ ਚ ਮਾਇਆ ਨੂੰ ਦੇਖਦੇ ਹਾਂ, ਉਹਨੂੰ ਅਨੁਭਵ ਕਰਦੇ ਹਾਂ। ਔਰ ਜਦੋਂ ਸਾਡੀ ਸੁਰਤੀ ਆਤਮਾ ਚ ਚੱਲ ਗਈ, ਬ੍ਰਹਮ ਚ ਚੱਲ ਗਈ, ਉੱਥੇ ਤੇ ਅਕਾਲ ਆ। ਉਹ ਤੁਸੀਂ ਜੋ ਸਮਾਧੀ ਲੀਨ ਹੁੰਦੇ ਜੋ ਦੇਖੋਗੇ ਨਾ, ਉੱਥੇ ਕਾਲ ਨਹੀਂ ਹੈਗਾ, ਉੱਥੇ ਸਮਾਂ ਹੀ ਨਹੀਂ ਹੈਗਾ। ਜਦੋਂ ਸੁਰਤੀ ਉੱਥੇ ਚੱਲ ਗਈ, ਉੱਥੇ ਫਿਰ ਮਾਇਆ ਦਾ ਵੀ ਕੋਈ ਪ੍ਰਭਾਵ ਨਹੀਂ, ਕਿਉਂਕਿ ਮਾਇਆ ਉੱਥੇ ਜਾ ਨਹੀਂ ਸਕਦਾ, ਕੋਈ ਨਹੀਂ ਜਾ ਸਕਦਾ। ਨਾ ਉੱਥੇ ਰਜੋਗੁਣ ਜਾ ਸਕਦਾ, ਨਾ ਤਮੋ ਗੁਣ ਜਾ ਸਕਦਾ, ਨਾ ਸਤੋ ਗੁਣ ਜਾ ਸਕਦਾ। ਔਰ ਜਦੋਂ ਸਾਡੀ ਸੁਰਤੀ ਆਤਮਾ ਚ ਸਥਿਰ ਹੋ ਗਈ, ਫਿਰ ਜੀਵ ਜਿਹੜੇ ਵੀ ਕਰਮ ਕਰੂਗਾ, ਉਹਦੇ ਸੰਸਕਾਰ ਨਹੀਂ ਬਣਨਗੇ, ਕਿਉਂਕਿ ਉਹਦੇ ਕਰਮ, ਉਹਦੇ ਕੀਤੇ ਤੇ ਕਰਮ ਜਿਹੜੇ ਹੈਗੇ ਆ ਹੰਕਾਰ ਤੋਂ ਮੁਕਤ ਆ, ਉਹ ਹੰਕਾਰ ਦੇ ਵਿੱਚ ਨਹੀਂ ਬੈਠਾ। ਇਸ ਦੇ ਲਈ ਤੇ ਰਾਜਾ ਜਨਕ ਉਹ ਵੇਖੋ ਕੀ ਕਰਦਾ ਸੀ, ਤੇ ਉਹਦੇ ਸੰਸਕਾਰ ਨਹੀਂ ਪੈਦਾ ਹੁੰਦੇ। ਉਹ ਰਾਜਾ ਸੀ, ਪਰ ਉਹਦਾ ਜਿਹੜਾ ਚਿੱਤ ਸੀ, ਚਿੱਤ ਨਸ਼ਟ ਕਰ ਲਿਆ ਸੀ ਉਹਨੇ, ਮਨ ਨਹੀਂ ਹੈਗਾ। ਉਹ ਰਾਜੇ ਦੀ ਡਿਊਟੀ ਨਿਭਾ ਰਿਹਾ ਬਸ, ਦਿਖਦਾ ਤੇ ਰਾਜਾ ਹੈ ਪਰ ਰਾਜਾ ਨਹੀਂ ਹੈਗਾ, ਉਹ ਇੱਕ ਸਧਾਰਨ ਇਨਸਾਨ ਹੈ। ਔਰ ਉਸ ਅਵਸਥਾ ਚ ਜਦੋਂ ਬੰਦਾ ਪਹੁੰਚ ਜਾਂਦਾ ਹੈ, ਪਰ ਰਹਿੰਦਾ ਸੰਸਾਰ ਕੀ ਹੈ। ਬਾਣੀ ਚ ਪਹਿਲਾਂ ਵੀ ਲਿਖਿਆ ਕਿ ਇਹ ਸੰਸਾਰ ਹੀ ਜਿਹੜਾ ਹੈ ਮਾਇਆ ਦਾ ਰੂਪ ਜਿਹੜਾ ਪ੍ਰਗਟ ਹੋ ਜਾਂਦਾ ਹੈ, ਸਾਨੂੰ ਸਾਰਕ ਸੱਚ ਦਿਖ ਦਿੰਦਾ। ਅਜੇ ਕਿਉਂ ਨਹੀਂ ਦਿਖ ਰਿਹਾ? ਕਿਉਂਕਿ ਸਾਡੀਆਂ ਅੱਖਾਂ ਤੇ ਮਾਇਆ ਦਾ ਪਰਦਾ ਹੈ ਨਾ, ਉਹ ਸੰਗਤ ਕਰਨ ਦੇ ਨਾਲ ਹੌਲੀ ਹੌਲੀ ਜਿਹੜੀਆਂ ਸਾਡੀ ਨਜ਼ਰ ਦੇ ਵਿੱਚ ਜਿਹੜਾ ਧੁੰਦਲਾਪਨ ਹੈ ਉਹ ਸਾਫ਼ ਹੋਈ ਜਾਂਦਾ, ਔਰ ਸਾਨੂੰ ਪਤਾ ਲੱਗ ਜਾਂਦਾ ਹੈ। ਹੁਣ ਤੁਹਾਨੂੰ ਜਦੋਂ ਤੁਸੀਂ ਸਾਧਨਾ ਕੀਤੀ 2-4 ਮਹੀਨੇ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਆ ਕਾਮ ਦਾ ਵਿਚਾਰ ਆ ਗਈ, ਆ ਕ੍ਰੋਧ ਦਾ ਆ ਗਈ, ਆ ਲੋਭ ਦਾ ਆ ਗਈ, ਆ ਮੋਹ ਦਾ ਆ ਗਈ, ਆ ਹੰਕਾਰ ਦਾ ਆ ਗਿਆ। ਤੇ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਧਿਆਨ ਹੁੰਦੇ, ਜੋ ਤੁਹਾਡੇ ਚਿੱਤ ਦੇ ਅੰਦਰ ਜਿਹੜੇ ਵਿਚਾਰ ਪ੍ਰਗਟ ਹੁੰਦੇ ਆ, ਉਹੀ ਤੇ ਤੁਹਾਡੇ ਸੰਸਕਾਰ ਨੇ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਜਿਹੜੇ ਡਿਸਪਲੇ ਹੋ ਰਹੇ ਆ, ਉਹ ਸਾਨੂੰ ਪਤਾ ਨਹੀਂ ਆ, ਪਰ ਅੰਦਰ ਚੱਲਣ ਦਿਆ ਸਿਸਟਮ, ਉਹੀ ਤੇ ਅਸੀਂ ਕਰ ਰਹੇ ਆ। ਸਾਡੇ ਹਰ ਐਕਸ਼ਨ ਦੇ ਪਿੱਛੇ ਉਹ ਸੰਸਕਾਰ ਹੈਗੇ ਨੇ। ਔਰ ਸੰਸਕਾਰ ਬਾਣੀ ਚ ਕਿਹਾ ਕਿ ਜਿਹੜੇ ਕਰਮ, ਉਹ ਕਰਮਾਂ ਤੋਂ ਮੁਕਤ ਕਰ ਦਿੰਦਾ ਹੈ ਪ੍ਰਮਾਤਮਾ ਦਾ, ਤੇ ਅਸੀਂ ਮੁਕਤ ਹੋ ਜਾਂਦੇ ਹਾਂ, ਅਸੀਂ ਇੱਕ ਚੰਗੇ ਇਨਸਾਨ ਬਣ ਜਾਂਦੇ ਹਾਂ, ਆਪਣੇ ਕਰੈਕਟਰ ਨੂੰ ਪਲੇ ਕਰਦੇ ਹਾਂ। ਤੇ ਅਸੀਂ ਜਿੱਦਾਂ ਇੱਕ ਹੱਥ ਆ, ਜਿੱਦਾਂ ਸੱਜਾ ਹੱਥ ਆਪਣਾ ਕੰਮ ਕਰਦਾ, ਖੱਬਾ ਹੱਥ ਆਪਣਾ ਕੰਮ ਕਰਦਾ, ਸਾਡਾ ਜੀਵਨ ਜਿਹੜਾ ਮਲੀਨਤਾ ਅਸੀਂ ਸਾਫ਼ ਕਰ ਲੈਂਦੇ ਹਾਂ। ਇਹੋ ਹੀ ਤੇ ਹੈ ਜੀਵਨ ਚ ਹੈ ਕੀ ਆ। ਔਰ ਜੇ ਕੋਈ ਮੈਰਿਡ ਹੈਗਾ ਜਾਂ ਉਹਦਾ ਵੀ ਬਹੁਤ ਵੱਡੀ ਰਿਸਪੋਂਸਿਬਿਲਿਟੀ ਹੈ ਉਹਨੂੰ, ਕਿਉਂਕਿ ਉਹ ਇੱਕ ਟਾਸਕ ਦੇ ਵਿੱਚ ਹੈਗਾ, ਉਹ ਵੀ ਇੱਕ ਪ੍ਰਕਿਰਤੀ ਦਾ ਇੱਕ ਹੈਗਾ, ਉਹ ਵੀ ਕਨਸੈਪਟ। ਔਰ ਉਹਨੂੰ ਚੰਗੀ ਤਰ੍ਹਾਂ ਨਿਭਾਓ। ਕੇਵਲ ਆਪਣਾ ਹੀ
ਨਹੀਂ ਸੋਚਣਾ, ਉਹ ਆਪਣੇ ਪਰਿਵਾਰ ਦਾ ਵੀ ਸੋਚਣਾ, ਉਹਨਾਂ ਦਾ ਲੈਵਲ ਵੀ ਉੱਚਾ ਚੁੱਕਣਾ। ਤੇ ਉਹਨਾਂ ਦਾ ਲੈਵਲ ਚੁੱਕਣਾ ਗੱਲਾਂ ਨਾਲ ਨਹੀਂ ਚੁੱਕਿਆ ਜਾਣਾ, ਉਹ ਤੇ ਵੀ ਤੁਹਾਨੂੰ ਆਪਣਾ ਕਰੈਕਟਰ ਨੂੰ ਉੱਚਾ ਕਰ ਚੁੱਕਣਾ ਪੈਣਾ। ਕਿਉਂਕਿ ਗੱਲਾਂ ਗੁੱਲਾਂ ਨਹੀਂ ਕੋਈ ਸੁਣਦੇ ਬੱਚੇ। ਅੱਜ ਬੱਚੇ ਵੇਂਦੇ ਆ ਕਿ ਮਾਂ ਪਿਓ ਜੇ ਲੜਦੇ ਪਏ ਤੇ ਅਸੀਂ ਵੀ ਲੜਾਂਗੇ। ਤੁਸੀਂ ਮਾਂ ਜੇ ਝੂਠ ਬੋਲੂਗੀ ਘਰ ਦੇ ਨਾਲ ਤੇ ਬੱਚੇ ਨੇ ਤਾਂ ਪਤਾ ਲੱਗ ਹੀ ਜਾਣਾ, ਅੱਜ ਨਹੀਂ 2-4 ਸਾਲ ਬਾਅਦ ਚ ਲੱਗ ਜੂ। ਉਹਨੂੰ ਪਤਾ ਲੱਗਦਾ ਮੇਰੀ ਮਾਂ ਵੀ ਝੂਠ ਮਾਰਦੀ ਹੈ ਤੇ ਮੈਂ ਵੀ ਝੂਠ ਮਾਰਾਂਗਾ। ਇਹਦੇ ਚ ਦੋ ਰਹਿ ਨਹੀਂ ਹੈਗੀਆਂ। ਤੁਸੀਂ ਦੇਖੋ ਪਿੰਡਾਂ ਦੇ ਬੱਚੇ ਆਮ ਹੀ ਗਾਲਾਂ ਗੁਲਾਂ ਕੱਢਣ ਡਿਆ ਪਏ। ਜਿੱਦਾਂ ਪਿਓ ਗਾਲਾਂ ਕੱਢੂਗਾ ਤੇ ਬੱਚੇ ਨੇ ਗਾਲਾਂ ਕੱਢਣੀਆਂ। ਕਿ ਮਾਂ ਨੂੰ ਚੁਗਲੀ ਦੀ ਆਦਤ ਹੈਗੀ, ਬੱਚੇ ਨੇ ਵੇਂਦੇ ਰਹਿੰਦੇ ਉਹਨਾਂ ਵੀ ਚੁਗਲੀ ਕਰ। ਤੇ ਇੱਕ ਮੈਂ ਪਤਾ ਨਹੀਂ ਕੁੜੀ ਨਾਲ ਗੱਲ ਕਰਨ ਆ, ਉਹ ਕੁੜੀ ਮੈਨੂੰ ਕਹਿੰਦੀ ਕਿ ਉਹ ਪਤਾ ਨਹੀਂ ਕਿ ਵੱਡੀ ਨੇ ਕਿਸੇ ਨੇ ਕਹਿਤਾ ਬੱਚੇ ਨੂੰ, ਕਹਿਤਾ ਨਿੱਕਾ ਜਿਹਾ ਬੱਚਾ ਨਿੱਚੇ ਸਾਹਿਬ 5-6 ਸਾਲ ਦੀ ਕੁੜੀ ਆ, ਹਾਂਜੀ ਉਹਨੇ ਕੋਈ ਚੀਜ਼ ਸੁੱਟਤੀ ਤੇ ਉਹਨੂੰ ਕਹਿੰਦੀ, ਕੁੜੀ ਨੂੰ ਕਹਿੰਦੀ ਦੁਰਫੱਟੇ ਮੂੰਹ ਤੇਰਾ, ਛੋਟੇ ਬੱਚੇ ਨੂੰ। ਤੇ ਛੋਟੇ ਬੱਚੇ ਨੂੰ ਕੀ ਪਤਾ ਦੁਰਫੱਟੇ ਮੂੰਹ ਕੀ ਕਹਿੰਦੀ? ਉਹ ਕਹਿੰਦੀ ਤੇਰੇ ਦੁਰਫੱਟੇ ਮੂੰਹ। ਤੇ ਉਹ ਬੱਚਾ ਉਹ ਕਹਿੰਦੀ 2 ਦਿਨ ਕਹਿੰਦੀ ਰਹੀ ਉਹ, ਕਿਉਂਕਿ ਬੱਚੇ ਨੂੰ ਥੋੜੀ ਪਤਾ ਕਿ ਦੁਰਫੱਟੇ ਮੂੰਹ ਦਾ ਮਤਲਬ ਕੀ ਆ। ਉਹ ਤੇ ਇਹਨੇ ਸੁਣ ਲਿਆ। ਉਹ ਕਹਿੰਦੀ ਆਂਟੀ ਬੋਲਣ ਦੀ ਤੇ ਬੜਾ ਵਧੀਆ ਵਰਡ ਹੈ, ਮੈਂ ਵੀ ਬੋਲਾਂਗੀ। ਕਹਿੰਦੀ ਮੇਰੇ ਨਹੀਂ ਦੁਰਫੱਟੇ ਮੂੰਹ, ਤੇਰੇ ਵੀ ਦੁਰਫੱਟੇ ਮੂੰਹ। ਬੱਚੇ ਏਦਾਂ ਕਰਦੇ ਆ, ਬੱਚੇ ਚੀਜ਼ ਨੂੰ ਸਿੱਖਦੇ ਆ ਔਰ ਫਿਰ ਓਦਾਂ ਹੀ ਬੋਲਣਗੇ। ਤੇ ਹਾਂਜੀ ਨੇਜਾ ਸਾਹਿਬ ਹੁਣ ਕਹਿੰਦੇ ਬਸ ਗੁਰੂ ਨੂੰ ਸਿਰ ਦੇ ਦੇ, ਗੁਰੂ ਤੋਂ ਵਿਵੇਕ ਬੁੱਧੀ ਲੈ ਲਾ, ਤੇਰਾ ਆਪਾ ਹਉਮੈ ਚਲੀ ਜਾਏਗੀ ਤੇ ਤੇਰੀ ਜਿਹੜੀ ਹੈਗੀ ਆ ਜਿਸ ਦਾ ਜਿਉ ਤਿਸ ਮਿਲ ਰਿਹਾ। ਬਸ ਜਿਸ ਮਾਲਕ ਪਰਮਾਤਮਾ ਦਾ ਤੂੰ ਹੈਗਾ ਆ, ਗੁਰੂ ਨੇ ਬਸ ਉਹਦੇ ਨਾਲ ਤੈਨੂੰ ਜੋੜ ਦੇਣਾ ਹੈ। ਉਸ ਗੁਰੂ ਨੇ ਜਿਹੜਾ ਹੈਗਾ ਤੇਰਾ ਪਰਮਾਤਮਾ ਵੱਲ ਨੂੰ ਤੇਰੀ ਸੁਰਤ ਜਿਹੜੀ ਹੈ ਮੋੜ ਦੇਣੀ ਹੈ ਭਾਈ। ਤੇ ਫਿਰ ਕੀ ਹੁੰਦਾ ਹੈ? ਹਰ ਵਸੇ ਮਨ ਆਏ, ਉਹ ਮਾਲਕ ਪਰਮਾਤਮਾ ਮਨ ਦੇ ਵਿੱਚ ਵਸ ਜਾਂਦਾ ਹੈ। ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਕਹਿੰਦੇ ਉਹਨਾਂ ਦੇ ਭਾਗ ਤਾਂ ਬੜੇ ਅਮੁਲਕ ਹੋ ਜਾਂਦੇ, ਭਾਗ ਹੀ ਅਮੁਲਕ ਹੋ ਜਾਂਦੇ ਆ ਭਾਈ। ਉਹ ਬੰਦੇ ਹੀ ਅਮੁਲਕ ਹੋ ਜਾਂਦੇ ਆ ਜਿਨ੍ਹਾਂ ਦੇ ਇਸ ਤਰ੍ਹਾਂ ਜਿਨ੍ਹਾਂ ਨੂੰ ਮਾਲਕ ਪਰਮਾਤਮਾ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਜਿਨ੍ਹਾਂ ਦੇ ਪੱਲੇ ਮਾਲਕ ਪਰਮਾਤਮਾ ਆ ਜਾਂਦਾ ਹੈ ਭਾਈ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇੱਥੇ ਲਾਸਟ ਤੇ ਉਹਨਾਂ ਨੇ ਸਾਰੀ ਗੱਲ ਵਾਈਂਡ ਅਪ ਕੀਤੀ ਹੈ। ਉਹ ਕੀ ਕਹਿੰਦੇ ਕਿ ਸੰਗਤ ਏਦਾਂ ਦੀ ਮਿਲ ਜਾਂਦੀ ਆ, ਉਹ ਤੁਹਾਡੀ ਕਿਤਾਬ ਦੇ ਵਿੱਚ ਜਿਹੜੇ ਤੁਸੀਂ ਗਲਤ ਪੇਜ ਲਿਖੇ ਨੇ 4-5 ਉਹ ਕੱਢ ਲੈਂਦੇ ਨੇ, ਉਹ ਪਾੜ ਕੇ ਸੁੱਟ ਕੇ ਤੁਹਾਡੀ ਕਿਤਾਬ ਨੂੰ ਸਾਫ਼ ਸੁਥਰਾ ਕਰ ਦਿੰਦੇ ਨੇ। ਫਿਰ ਜਦੋਂ ਤੁਸੀਂ ਉਹ ਕਿਤਾਬ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਜੋ ਤੇ ਤੁਹਾਡਾ ਜੀਵਨ ਉੱਚਾ ਹੋ ਜਾਣਾ। ਕਿਉਂਕਿ ਸਧਾਰਨ ਤੌਰ ਤੇ ਬੰਦਾ ਜਿਹੜਾ ਨਾ ਉਹ ਗੰਦੇ ਪੇਜ ਪਾੜਨਾ ਨਹੀਂ ਚਾਹੁੰਦਾ। ਉਹ ਸੰਗਤ ਕੀ ਕਰਦੀ ਹੈ ਕਿ ਜਿਹੜੇ ਤੇਰੇ ਔਗਣਾਂ ਦੇ ਪੇਜ ਹੈ ਇਹ 5-7 ਪੇਜ ਸਾਨੂੰ ਪਾੜਨ ਦੇ, ਉਹ ਪਾੜ ਦਿੰਦੇ ਨੇ। ਜਦੋਂ ਕੋਈ ਸਿਰ ਸੌਂਪ ਦਿੰਦਾ ਹੈ ਤੇ ਉਹ ਖੁਸ਼ੀ ਨਾਲ ਪੇਜ ਪਾੜਨ ਨੂੰ ਤਿਆਰ ਹੁੰਦਾ ਹੈ। ਪਰ ਜਦੋਂ ਤੁਸੀਂ 4-5 ਪੇਜ ਆਪਣੀ ਕਿਤਾਬ ਚੋਂ ਪਾੜੇ, ਤੁਹਾਡੀ ਕਿਤਾਬ ਜਿਹੜੀ ਜੀਵਨ ਰੂਪੀ ਕਿਤਾਬ ਹੈ ਉਹ ਪਵਿੱਤਰ ਹੋ ਜਾਣੀ ਹੈ। ਤੇ ਫਿਰ ਉਹ ਕਹਿੰਦੇ ਕਿ ਹਰੀ ਤੁਹਾਡੇ ਪੱਲੇ ਪੈ ਜਾਣਾ, ਉਹ ਜਿਹੜਾ ਔਗਣ ਸੀ ਉਹ ਤੁਹਾਡੇ ਤੋਂ ਦੂਰ ਹੋ ਜਾਣੇ। ਪਰ ਕੋਈ ਵੀ ਗੁਰਮੁਖ ਉਹਨਾਂ ਚਿਰ ਤੁਹਾਡੀ ਮਦਦ ਨਹੀਂ ਕਰ ਸਕਦਾ ਜਿੰਨਾ ਚਿਰ ਤੁਸੀਂ ਖੁਦ ਆਪਣੀ ਮਦਦ ਕਰਨ ਨੂੰ ਤਿਆਰ ਨਹੀਂ ਹੁੰਦੇ। ਕੋਈ ਜ਼ਬਰਦਸਤੀ ਕੋਈ ਕਿਸੇ ਨੂੰ ਸੁਧਾਰ ਨਹੀਂ ਸਕਦਾ। ਇਹ ਤੇ ਹੈ ਸੰਗਤ ਦੇ ਵਿੱਚ ਜਦੋਂ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਦੇ ਹਾਂ ਤੇ ਫਿਰ ਸੰਗਤ ਵੀ ਅਸਰ ਕਰਦੀ ਆ। ਪਰ ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਆਪਣੀ ਮੱਤ ਅਨੁਸਾਰ ਚੱਲਦੇ ਹਾਂ ਤੇ ਫਿਰ ਔਗਣਾਂ ਦਾ ਤਿਆਗ ਕਰਨਾ ਕਾਫੀ ਔਖਾ ਹੋ ਜਾਂਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਆਪਣੀ ਮੱਤ ਤਾਂ ਹੈ ਹੀ ਜਿਹੜੀ ਹੈਗੀ ਆ ਔਗਣ ਵਾਲੀ ਤਾਂ ਮੱਤ ਹੀ ਆ। ਆਪਣੀ ਮੱਤ ਹੀ ਔਗਣ ਹੈਗੀ, ਹੋਰ ਕੀ ਹੈਗਾ? ਆਪਣੀ ਮੱਤ ਔਗਣ ਹੀ ਹੈਗੇ। ਹਾਂ, ਔਰ ਔਗਣ ਦਾ ਮਤਲਬ ਇਹੋ ਹੀ ਆ ਕਿ ਸੰਸਾਰ ਤੇ 2 ਚੀਜ਼ਾਂ ਹੈਗੀਆਂ ਨੇ, ਚੰਗਿਆਈ ਵੀ ਹੈਗੀ ਤੇ ਬੁਰਾਈ ਵੀ ਹੈਗੀ। ਬਾਜ਼ਾਰ ਜਾਂਦੇ ਆ ਆਪਾਂ ਵੇਖਦੇ ਆ ਫਰੂਟ ਦੀ ਦੁਕਾਨ ਤੇ 2 ਕਿਲੋ ਅੰਬ ਲੈਣੇ ਆ, 2 ਕਿਲੋ ਸੇਬ ਲੈਣੇ ਆ। ਆਪਾਂ ਸੇਬ ਖਰੀਦਣ ਤੋਂ ਪਹਿਲਾਂ ਆਪਾਂ ਬੜੇ ਸਿਆਣੇ ਹੁੰਦੇ ਆ। ਆਪਾਂ ਚੈੱਕ ਕਰਦੇ ਆ, ਚੰਗਾ ਫਰੂਟ ਖਰੀਦਦੇ ਆ ਤੇ ਜਿੰਨੀ ਲੋੜ ਹੈ ਉਨੀ ਚੀਜ਼ ਚੁੱਕ ਲਓ ਚੰਗੀ, ਬਾਕੀ ਜਿਹੜੀ ਚੀਜ਼ ਨਹੀਂ ਲੋੜ ਉਹਨੂੰ ਛੱਡ ਦਿਓ। ਹੁਣ ਇਸੇ ਤਰ੍ਹਾਂ ਸੰਸਾਰ ਆ, ਵਿਚਾਰ ਵੀ ਚੰਗੇ ਮਾੜੇ ਹੁੰਦੇ ਆ ਤੇ ਜੇਕਰ ਆਪਾਂ ਮਾੜੇ ਵਿਚਾਰ ਇਕੱਠੇ ਕਰਦੇ ਆ ਤੇ ਬੁਰਾਈ ਸਾਡੇ ਜੀਵਨ ਚ ਆਈ ਜਾਂਦੀ ਆ। ਤੇ ਜਦੋਂ ਅਸੀਂ ਚੰਗੀ ਸੰਗਤ ਕਰਦੇ ਆ ਤੇ ਸਾਡੇ ਵਿਚਾਰ ਹੀ ਤੇ ਹੈਗੇ ਆ ਅੰਦਰ, ਸਾਡੇ ਹੈਗੀ ਅੰਦਰ ਵਿਚਾਰਾਂ ਦੇ ਨਾਲ ਹੀ ਸਾਡਾ ਜੀਵਨ ਚੱਲਣ ਦੇ ਆ। ਉਹ ਚੰਗੇ ਵਿਚਾਰ ਕੀ ਕਰਦੇ ਆ, ਜਦੋਂ ਅੰਦਰ ਜਾਂਦੇ ਆ ਤੇ ਤੁਹਾਡੇ ਅੰਦਰ ਵਿਵੇਕ ਵਧੀ ਜਾਣਾ ਤੇ ਅਗਿਆਨ ਘਟੀ ਜਾਣਾ। ਉਹ ਜਦੋਂ ਬਲਬ ਜਾਗ ਗਿਆ ਵਿਵੇਕ ਦਾ, ਫਿਰ ਇੱਕ ਤੇ ਕੀ ਦਿਖਣ ਡੈ ਪੈਣੀ ਆ। ਫਿਰ ਤਾਂ ਕੋਈ ਮੂਰਖ ਹੀ ਹੋਊਗਾ ਜਿਹੜਾ ਕਰਦ ਦੇ ਉੱਤੇ ਪੈਰ ਰੱਖੂਗਾ। ਕੀ ਕਹਿੰਦੇ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਅੱਜ ਦੀ ਵਿਚਾਰ ਬਹੁਤ ਵਧੀਆ ਜੀ ਗੋਲਡੀ ਸਾਹਿਬ, ਬਹੁਤ ਕਮਾਲ ਦੀ ਅੱਜ ਜਿਹੜਾ ਹੈਗਾ ਬਹੁਤ ਕਮਾਲ ਦੇ ਵਿਚਾਰ ਹੈ ਜੀ।
ਮਾਲਕ ਨੇ ਮਿਹਰ ਕੀਤੀ ਹੈ। ਹਾਂ ਬਹੁਤ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਖਿੱਚ ਕੇ ਰੱਖੋ ਕੰਮ, ਤੇ ਮੰਜ਼ਿਲ ਕੋਈ ਦੂਰ ਨਹੀਂ ਹੈਗੀ। ਮੰਜ਼ਿਲ ਤੇ ਆਪਾਂ ਆਪਣੇ ਕੋਲ ਫਾਰਮੂਲਾ ਹੈਗਾ, ਬਸ ਅਸੀਂ ਇੰਨਾ ਕਹਿ ਸਕਦੇ ਹਾਂ, ਫਾਰਮੂਲਾ ਆਪਣੇ ਕੋਲ ਹੈਗਾ, ਤੁਸੀਂ ਬਸ ਚੱਲਣਾ ਵਾ। ਕੋਈ ਵੀ ਸਾਧਕ 6 ਮਹੀਨੇ 4 ਮਹੀਨੇ ਸਾਧਨਾ ਕਰਕੇ ਵੇਖ ਲਓ, ਇੰਨੇ ਫੋਨ ਆਉਂਦੇ ਜੋ ਲੋਕਾਂ ਦਾ ਜੀਵਨ ਬਦਲ ਗਿਆ ਜੀ। ਉਹ ਕਹਿੰਦੇ ਕਿ ਵੀਰ ਜੀ ਅਸੀਂ ਕਿੱਥੇ ਜੀਵਨ ਕੱਟ ਲਿਆ, ਸਾਨੂੰ ਪਤਾ ਹੀ, ਕੋਈ 50 ਸਾਲ ਦਾ, ਕੋਈ 60 ਸਾਲ ਦਾ। ਐਸੀ ਜੀਵਨ ਦੇ ਵਿੱਚ ਉਚਾਈ ਆ ਰਹੀ ਹੈ ਔਰ ਬਹੁਤ ਵਧੀਆ ਰਿਜ਼ਲਟ। ਪਲੀਜ਼ ਚਲੋ ਸਾਧਨਾ ਕਰਿਆ ਕਰੋ, ਐਵੇਂ ਹਉਮੈ ਨਾ ਲੈ ਕੇ ਆਇਆ ਕਰੋ। ਮਨ ਬੜਾ ਸ਼ਰਾਰਤੀ ਹੈ, ਕਈ ਵਾਰੀ ਬੰਦੇ ਨੂੰ ਭੜਕਾ ਦਿੰਦਾ ਹੈ, ਔਰ ਕਈ ਵਾਰੀ ਸੰਗਤ ਦੇ ਵਿੱਚੋਂ ਵੀ ਆਪਾਂ ਫਾਇਦਾ ਉਠਾਉਣ ਦੀ ਜਗ੍ਹਾ ਆਪਣਾ ਨੁਕਸਾਨ ਕਰ ਲੈਂਦੇ ਹਾਂ। ਪਰ ਮਨ ਦੀ ਗੱਲ ਨਾ ਸੁਣਿਆ ਕਰੋ, ਕਿਉਂਕਿ ਉਹਦਾ ਮਨ ਨੇ ਅੰਦਰ ਕੋਈ ਚੀਜ਼ ਪੈਣ ਨਹੀਂ ਦੇਣੀ ਤੁਹਾਡੇ ਅੰਦਰ, ਕਿਉਂਕਿ ਮਨ ਬਹੁਤ ਸ਼ਰਾਰਤੀ ਹੈ। ਸੋ ਕੋਸ਼ਿਸ਼ ਕਰਿਆ ਕਰੋ, ਨਿਮਰਤਾ ਚ ਰਹੋ। ਇਹ ਸੋਚੋ ਕਿ ਇਹ ਗੁਰੂ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਆ। ਇਹ ਨਾ ਸੋਚੋ ਕਿ ਨਿੱਜਰ ਸਾਹਿਬ ਕੀ ਕਹਿ ਰਹੇ ਜਾਂ ਚਰਨਜੀਤ ਕੀ ਕਹਿ ਰਿਹਾ। ਇਹ ਬੜਾ ਇੰਪੋਰਟੈਂਟ ਨਹੀਂ ਹੈਗਾ। ਇੰਪੋਰਟੈਂਟ ਇਹ ਹੈਗਾ ਹੈ ਕਿ ਮੈਸੇਜ ਕੀ ਤੁਹਾਨੂੰ ਮਿਲ ਰਿਹਾ, ਜੋ ਬਾਣੀ ਦੇ ਰਹੀ ਹੈ। ਬਾਣੀ ਤੇ ਇਹ ਕਹਿ ਰਹੀ ਆ ਕਿ ਚਰਨਜੀਤ ਆ, ਨਿੱਜਰ ਸਾਹਿਬ ਨਿੱਜਰ ਆ। ਕੰਪੇਅਰ ਨਾ ਕਰ ਇਹਨੂੰ, ਕਿਉਂਕਿ ਚਰਨਜੀਤ ਨੇ ਇੱਕ ਹੋਰ, ਉਹਦਾ ਕੋਈ ਕੰਮ ਹੋ ਰਿਹਾ, ਨਿੱਜਰ ਸਾਹਿਬ ਦਾ ਕੰਮ ਕੋਈ ਹੋ ਰਿਹਾ। ਪੰਗਾ ਤੇ ਇਹ ਆ ਕਿ ਜਦੋਂ ਅਸੀਂ ਕੰਪੇਅਰ ਕਰਦੇ ਹਾਂ, ਆਪਣੇ 2 ਬੱਚੇ ਨੇ, ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਬਈ ਓਏ ਦੇਖੋ ਉਹਦੇ 70% ਆਏ, ਤੇਰੇ 50% ਆਏ। ਇੱਥੇ ਤੇ ਪੰਗਾ ਪੈ ਜਾਂਦਾ। ਉਹ ਜਿਹੜੇ 2 ਬੱਚੇ ਨੇ ਉਹ ਅਲੱਗ-ਅਲੱਗ ਉਹਨਾਂ ਦੀ ਮੰਜ਼ਿਲਾਂ ਨੇ, ਉਹਨਾਂ ਨੇ ਅਲੱਗ-ਅਲੱਗ ਦਿਸ਼ਾ ਤੇ ਜਾਣਾ ਹੈ। ਹਾਂ ਆਪਾਂ ਇਹ ਕਹੀਏ ਕਿ ਪੁੱਤ ਤੇਰੇ 50% ਨੰਬਰ ਆਏ ਸੀ ਪਿਛਲੀ ਵਾਰੀ, ਤੇ ਪੁੱਤ ਐਰਕੀ ਦੀ 60% ਨੰਬਰ ਲੈ ਕੇ ਆਉਣੇ। ਤੇ ਜਦੋਂ ਆਪਾਂ ਲੋਕਾਂ ਨਾਲ ਕੰਪੇਅਰ ਕਰਦੇ ਹਾਂ, ਬੱਚੇ ਦਾ ਹੌਸਲਾ ਹੀ ਟੁੱਟ ਜਾਂਦਾ। ਫਿਰ ਤੇ ਮਤਲਬ ਇਹ ਹੋਇਆ ਕਿ ਆਪਾਂ ਗੁਲਾਬ ਦੇ ਫੁੱਲ ਨੂੰ ਕਹਿੰਦੇ ਬਈ ਤੂੰ ਏਦਾਂ ਕਰ, ਤੂੰ ਕਮਲ ਦਾ ਫੁੱਲ ਬਣ। ਏਦਾਂ ਤਾਂ ਨਹੀਂ ਨਾ ਹੋ ਸਕਦਾ, ਇਹ ਤਾਂ ਹੋਣਾ ਵੀ ਨਹੀਂ ਚਾਹੀਦਾ। ਕਿੰਨੀ ਕਿਸਮ ਦੀ ਰੱਬ ਨੇ ਸਬਜ਼ੀ ਬਣਾਈ, ਕਿੰਨੇ ਕਿਸਮ ਦਾ ਫਰੂਟ ਬਣਾਇਆ, ਕਿੰਨੇ ਕਿਸਮ ਦਾ ਫਲ ਬਣਾਇਆ। ਕਿਉਂ ਬਣਾਇਆ? ਕਿਉਂਕਿ ਵਿਲੱਖਣ ਹੈ ਉਹ, ਹਰ ਇੱਕ ਜੀਵ ਵੱਖਰਾ ਹੈ। ਔਰ ਤੁਸੀਂ ਉਹਦੇ ਚਿਹਰਾ ਨਾ ਵੇਖੋ, ਕਾਲਾ ਹੈ ਜਾਂ ਪੀਲਾ ਹੈ, ਇਹ ਰੱਬ ਦੇ ਰੰਗ ਹੈ ਯਾਰ। ਅਸੀਂ ਕੌਣ ਨੇ ਜੱਜ ਕਰਨ ਵਾਲੇ? ਪਰ ਜਦੋਂ ਅਸੀਂ ਜੱਜ ਕਰਦੇ ਹਾਂ, ਅਸੀਂ ਕੀ ਕਰਦੇ ਹਾਂ ਕਿ ਅਸੀਂ ਨਾ, ਇਨਸਾਨ ਏਡਾ ਗੰਦਾ ਵਾ, ਇਹਨੇ ਬਿਨਾਂ ਮਤਲਬ ਤੇ ਕਈਆਂ ਚੀਜ਼ਾਂ 'ਚ ਪ੍ਰੋਜੈਕਸ਼ਨ ਪਾਤੀ ਹੈ। ਜਿੱਦਾਂ ਹੈ ਤੇ ਸੋਨਾ ਵੀ, ਤੇ ਇੱਕ ਲੋਹਾ ਹੀ ਹੈ। ਕੀ ਹੈਗਾ? ਲੋਹਾ ਹੀ ਹੈ। ਬਸ ਉਹ ਕਹਿਤਾ ਕਿ ਇਹ ਸੋਨਾ। ਮੈਨੂੰ ਤੇ ਲੱਗਦਾ ਕੋਈ ਖਾਸ ਗੱਲ ਹੈ। ਨਿੱਜਰ ਸਾਹਿਬ ਕੀ ਖਾਸ ਹੈ ਸੋਨੇ 'ਚ, ਦੱਸੋ ਮੈਨੂੰ। ਬਸ ਰੇਅਰ ਹੈਗਾ, ਇਸ ਕਰਕੇ ਕਹਿੰਦੇ ਆ ਰੇਅਰ ਐਲੀਮੈਂਟ ਹੈਗਾ। ਕਹਿੰਦੇ ਬਸ ਇਹਦੀ ਵੀ ਕੀਮਤ ਚੱਕ ਦਿੱਤੀ ਇਹਨੂੰ। ਕਹਿੰਦੇ ਦੁਨੀਆ ਨੇ ਕਹਿਣਾ ਸ਼ੁਰੂ ਕਰਤਾ ਵੀ ਬੜਾ ਕੀਮਤੀ ਹੈ, ਬੜਾ ਕੀਮਤੀ ਹੈ। ਉਹ ਹੈ ਹੀ ਰੇਅਰ, ਇਸ ਕਰਕੇ ਕੀਮਤੀ ਹੈਗਾ। ਦੱਸੋ ਹੀਰੇ 'ਚ ਕੀ ਦੱਸੋ, ਕੀ ਹੀਰਾ, ਕੀ ਕੱਚ ਤੇ ਹੈਗਾ? ਹਾਂ ਬਸ ਉਹੀ ਲੋਕਾਂ ਨੇ ਕਹਿਤਾ ਵੀ ਹੀਰਾ। ਸੋ ਇਹ ਸਾਡੀ ਪ੍ਰੋਜੈਕਸ਼ਨ ਹੈ ਤੇ ਕੱਚ ਹੀ ਆ। ਪਰ ਅਸੀਂ ਉਸ ਚੀਜ਼ ਨੂੰ ਲੋੜ ਤੋਂ ਜ਼ਿਆਦਾ ਪ੍ਰੋਜੈਕਸ਼ਨ ਕਰਦੀ, ਉਹਦਾ ਪ੍ਰਚਾਰ ਕਰਦਾ ਵੀ ਇਹ ਰੰਗ ਗੋਰਾ ਜੀ, ਬੜਾ ਵਧੀਆ ਹੈ, ਮੇਰੇ ਵਰਗਾ ਭਾਵੇਂ ਨਲਾਇਕ ਹੋਵੇ। ਨਿੱਜਰ ਸਾਹਿਬ ਬਿਲਕੁਲ ਸਹੀ, ਕੋਈ ਹੋਵੇ ਨਾ। ਹਾਂ ਹੀਰਾ ਜਿਹੜਾ ਗੁਰਕੀ ਸਾਹਿਬ ਕਾਰਬਨ ਦਾ ਰੂਪ ਆ, ਕਾਰਬਨ ਆ ਹੀਰਾ, ਪਿਓਰ ਕਾਰਬਨ ਆ, ਕੋਲਾ ਹੈਗਾ ਹੀਰਾ। ਦੱਸੋ ਕੀ ਹੈ? ਜੋ ਉਹੀ ਆ ਕਿ ਸਾਡੇ 'ਚ ਵੀ ਏਦਾਂ ਹੀ ਬੰਦੇ ਦੇ ਗੁਣ ਨਹੀਂ ਵਹਿੰਦੇ, ਅਸੀਂ ਬੰਦੇ ਦੀ ਸੂਰਤ ਵਹਿੰਦੇ। ਮੈਂ ਚਾਹੁੰਦਾ ਕਿ ਬੰਦੇ ਦੀ ਉਨੀ ਵੈਲਿਊ ਨਹੀਂ ਹੁੰਦੀ ਜਿੰਨੀ ਉਹਦੀ ਗੁਣਾਂ ਦੀ ਵੈਲਿਊ। ਉਹਦੀ ਕਦਰ ਕਰੋ, ਗੁਣਾਂ ਦੀ ਵੈਲਿਊ ਹੁੰਦੀ, ਬੰਦੇ ਦੀ ਕੋਈ ਕਦਰ ਨਹੀਂ। ਸੋਹਣਾ ਹੋਏ ਤੇ ਕੀ ਹੋਏ, ਜਿੱਥੇ ਗੁਣ ਹੀ ਕੋਈ ਨਹੀਂ ਹੈਗਾ, ਉਹ ਬੰਦਾ ਕਾਹਦਾ? ਗੁਣੀ ਦਾ ਮੁੱਲ ਹੁੰਦਾ ਹੈ, ਰੰਗ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਜੋ ਵੀ ਤੁਹਾਡਾ ਰੰਗ ਹੈ ਨਾ, ਉਹ ਆਪਣੇ ਰੂਪ ਨੂੰ ਐਕਸੈਪਟ ਕਰੋ, ਖੁਸ਼ ਰਹੋ ਕਿ ਮੈਨੂੰ ਪ੍ਰਮਾਤਮਾ ਨੇ ਬਣਾਇਆ। ਕਿਤੇ ਮਨ 'ਚ ਨਾ ਲਿਆਓ ਕਿ ਮੈਂ ਘੱਟ ਆ ਜਾਂ ਮੈਂ ਕਮਜ਼ੋਰ ਆ ਜਾਂ ਮੈਂ ਮਾੜਾ ਵਾਂ। ਔਰ ਇਹ ਬੜੀ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਆਪਣੇ ਰੂਪ ਨੂੰ ਐਕਸੈਪਟ ਨਹੀਂ ਨਾ ਕਰਦੇ, ਕੁਦਰਤ ਨਾਰਾਜ਼ ਹੋ ਜਾਂਦੀ। ਇੱਕ ਚੀਜ਼ ਹੈ ਗੁਰਕੀ ਸਾਹਿਬ, ਸਾਨੂੰ ਇੱਕ ਚੀਜ਼ ਹੈਗੀ ਗੁਰਕੀ ਸਾਹਿਬ, ਬਸ ਇੰਨਾ ਕੁ ਆਪਾਂ ਜਿਹੜਾ ਹੈ ਵਿਚਾਰ ਕਰ ਲਈਏ ਵੀ ਮੇਰੇ ਮਾਲਕ ਮੇਰੇ ਉੱਤੇ ਖੁਸ਼ ਹੋ ਗਿਆ ਹੈ। ਮੈਨੂੰ ਜਿਹੜਾ ਹੈਗਾ ਮਾਲਕ ਨੇ ਮੌਕਾ ਦੇ ਦਿੱਤਾ, ਮਨੁੱਖਾ ਜੂਨ ਦੇ ਦਿੱਤੀ ਮੈਨੂੰ, ਜਿਹੜਾ ਹੈਗਾ ਮੈਨੂੰ ਇਹ ਖੇਡ ਜਿਹੜੀ ਹੈਗੀ ਜਿੱਤਣ ਦਾ ਮੌਕਾ ਦਿੱਤਾ ਮਾਲਕ ਨੇ। ਇਸ ਤੇ ਉਹਦਾ ਸ਼ੁਕਰ ਕਰੀਏ ਆਪਾਂ, ਬਸ ਆਹ ਗੱਲ ਹੈ। ਹਾਂ ਬਾਣੀ 'ਚ ਵੀ ਅੱਜ ਆਇਆ ਵਾ ਕਿ ਤੈਨੂੰ ਮੌਕਾ ਦਿੱਤਾ ਹੈ, ਔਰ ਮੌਕਾ ਵੀ ਦਿੱਤਾ ਤੇ ਸਭ ਤੋਂ ਵੱਡੀ ਗੱਲ ਤੈਨੂੰ ਸੰਗਤ ਦਿੱਤੀ ਹੈ। ਇਹ ਉਹ ਤੋਂ ਵੱਡੀ ਗੱਲ ਹੈ। ਮੌਕਾ ਤੇ ਇੱਕ ਤੇ ਮਨੁੱਖਾ ਜਨਮ ਮਿਲ ਜਾਣਾ, ਉਸ ਤੋਂ ਬਾਅਦ ਸੰਗਤ ਮਿਲ ਜਾਣਾ, ਬਹੁਤ ਬੜੀ ਵੱਡੀ ਗੱਲ। ਹਾਂ 99% ਕੰਮ ਹੋ ਗਿਆ, ਕੇਵਲ 1% ਤੁਹਾਡੀ ਹਿੰਮਤ ਚਾਹੀਦੀ ਹੈ। ਬਸ 1%। ਜੇ ਤੁਸੀਂ ਉਹਨੀ ਵੀ ਨਹੀਂ ਕਰ ਸਕਦੇ ਫਿਰ ਤੇ ਰੱਬ ਵੀ ਰੱਬ। ਠੀਕ ਹੈ ਨਿੱਜਰ ਸਾਹਿਬ, ਅੱਜ ਦੇ ਵਿਚਾਰ ਇੱਥੇ ਸਮਾਪਤ। ਸੰਗਤ ਵੀ ਵੀਰ ਜੀ ਘਰ ਬੈਠੇ
ਘਰ ਬੈਠੇ ਬਿਲਕੁਲ ਠੀਕ ਹੈ ਜੀ। ਵਾਹ ਜੀ। ਓਕੇ ਜੀ।